ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰਮਤ ਵੈਦਿਕ ਪ੍ਰਣਾਲੀ ਚੈਨਲ ਤੇ ਪੋਥੀ ਪਰਮੇਸ਼ਰ ਕਾ ਥਾਨ ਵਿੱਚ ਦਰਜ ਜਪ ਸਿਰਲੇਖ ਹੇਠ ਜੋ ਬਾਣੀ ਹੈ ਉਸ ਦੀ 16ਵੀਂ ਪੌੜੀ ਦੀ ਵਿਚਾਰ ਲੈ ਕੇ ਹਾਜ਼ਰ ਹੋਏ ਹਾਂ। ਇਹ ਪੌੜੀ ਕਾਫੀ ਲੰਬੀ ਹੈ, ਸੋ ਰਿਕਾਰਡਿੰਗ ਵੀ ਥੋੜਾ ਜ਼ਿਆਦਾ ਸਮਾਂ ਚੱਲੇਗੀ। ਸੋ ਇਹ ਮੇਰਾ ਫਰਜ਼ ਬਣਦਾ ਹੈ ਤੁਹਾਨੂੰ ਦੱਸਣਾ ਕਿ ਲਗਭਗ 4 ਪੜਾਵਾਂ 'ਚ ਪੌੜੀ ਆਪਾਂ ਨੂੰ ਫਿਨਿਸ਼ ਕਰਨੀ ਪਏਗੀ। ਜਿਸ ਤਰ੍ਹਾਂ ਲਿਖੀ ਹੈ ਉਸ ਹਿਸਾਬ ਨਾਲ ਆਪਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਸ਼ੁਰੂ ਕਰਦੇ ਹਾਂ। ਪਹਿਲਾ ਪੜਾਵ ਆਪਣਾ ਹੈਗਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ पंचा का गुर एक ध्यान जे को कहे करे विचार करते कै करना नाहि सुमार। ਆਪਾਂ ਪ੍ਰਵਾਨ ਸ਼ਬਦ ਨੂੰ ਹਾਈਲਾਈਟ ਕੀਤਾ ਰੈੱਡ ਨਾਲ। ਜਿਹੜੀ ਛਾਪੇ ਵਾਲੀ ਬੀਡ ਹੈ ਉੱਥੇ ਇਸ ਜੋ ਸ਼ਬਦ ਹੈ ਪ੍ਰਵਾਨ ਤੇ ਔਂਕੜ ਨਹੀਂ ਲੱਗਿਆ, ਜਦਕਿ ਜੋ ਰੂਲ ਹੈ, ਜੋ ਨੇਮ ਹੈ ਵਿਆਕਰਣ ਦਾ, ਉਸ ਹਿਸਾਬ ਨਾਲ ਇੱਥੇ ਔਂਕੜ ਚਾਹੀਦਾ ਹੈ। ਪਿਛਲੀਆਂ ਪੌੜੀਆਂ 'ਚ ਵੀ ਆਪਾਂ ਦੇਖਦੇ ਆਏ ਹਾਂ ਕਿਤੇ ਜਿਵੇਂ ਦੂਸਰੀ ਪੌੜੀ ਵਿੱਚ ਵੀ ਹੁਕਮ ਤੇ ਔਂਕੜ ਨਹੀਂ ਸੀ, ਚਾਹੀਦਾ ਸੀ। ਇੱਥੇ ਵੀ ਪ੍ਰਵਾਨ ਤੇ ਔਂਕੜ ਨਹੀਂ ਸੀ, ਉਹ ਚਾਹੀਦਾ ਹੈ। ਤੇ ਇਸ ਤੋਂ ਬਾਅਦ ਮੋਖ ਦੁਆਰ ਜੋ ਸ਼ਬਦ ਸੀ, ਮੋਖ ਤੇ ਔਂਕੜ ਨਹੀਂ ਚਾਹੀਦਾ ਤੇ ਦੁਆਰ ਤੇ ਚਾਹੀਦਾ ਹੈ। ਆਪਾਂ ਦੇਖਿਆ ਸੀ ਵੀ ਕਿਤੇ ਮੋਖ ਤੇ ਵੀ ਲੱਗਿਆ ਹੋਇਆ, ਦੁਆਰ ਤੇ ਵੀ ਲੱਗਿਆ ਹੋਇਆ, ਕਿਤੇ ਮੋਖ ਤੇ ਵੀ ਨਹੀਂ ਲੱਗਿਆ ਸੀ, ਦੁਆਰ ਤੇ ਵੀ ਨਹੀਂ ਲੱਗਿਆ ਸੀ। ਉਹ ਅਸਲੀ ਜੋ ਸੀ, ਜੋ ਸਹੀ ਸੀ, ਜੋ ਤੀਵਰ ਆਇਆ ਸੀ, ਉਹ ਮੋਖ ਤੇ ਨਹੀਂ ਸੀ, ਦੁਆਰ ਤੇ ਸੀ। ਇਸ ਤਰ੍ਹਾਂ ਹੀ ਪੰਚ ਸ਼ਬਦ ਤੇ ਕਦੇ ਔਂਕੜ ਨਹੀਂ ਆਏਗਾ ਤੇ ਪ੍ਰਵਾਨ ਤੇ ਹਮੇਸ਼ਾ ਹੀ ਔਂਕੜ ਆਏਗਾ, ਕਿਉਂਕਿ ਪ੍ਰਧਾਨ ਤੇ ਵੀ ਔਂਕੜ ਹੈ। ਹੁਣ ਜੋ ਪੰਚੇ ਹੈਗਾ ਉਹ ਪਲੂਰਲਾਈਜ਼ ਹੋ ਜਾਂਦਾ, ਇੱਕ ਇੱਕ ਪੰਚ ਜੋ ਹੈ ਜਦੋਂ ਉਹ ਬਹੁਗਿਣਤੀ 'ਚ ਹੋ ਜਾਂਦੇ ਉਹ ਪੰਚੇ ਹੋ ਜਾਂਦੇ। ਜਿੰਨੇ ਕਬੀਰ ਜੀ ਪੰਚ ਨੇ, ਸਾਰੇ ਭਗਤ ਪੰਚੇ ਹੋ ਜਾਂਦੇ ਨੇ। ਪੰਚੇ ਪਾਵਹਿ ਦਰਗਹਿ ਮਾਨ, ਕਹਿਣ ਦਾ ਭਾਵ 35 ਭਗਤਾਂ ਨੂੰ ਦਰਗਾਹ ਵਿੱਚ ਮਾਣ ਮਿਲਿਆ ਹੋਇਆ। ਜਦੋਂ ਇਹ ਲਿਖੀ ਗਈ ਹੈ ਰਚਨਾ ਉਸ ਸਮੇਂ ਤਾਂ 15 ਭਗਤੇ ਸੀ, ਇਹ 16ਵੇਂ ਭਗਤ ਗੁਰੂ ਨਾਨਕ ਜੀ ਦੀ ਲਿਖੀ ਹੋਈ ਹੈ। ਪਰ ਉਸ ਤੋਂ ਬਾਅਦ ਵੀ ਕੁੱਲ ਮਿਲਾ ਕੇ 35 ਭਗਤਾਂ ਦੀ ਬਾਣੀ ਦਰਜ ਹੈ। ਉਹ 35 ਦੇ 35 ਨੂੰ ਹੀ ਦਰਗਾਹ 'ਚ ਮਾਣ ਮਿਲਿਆ। ਪੰਚੇ ਸੋਹੇ ਦਰ ਰਾਜਾਨ, ਜਿਹੜੀ ਦਰਗਾਹ ਹੈ ਉੱਥੇ ਸਭ ਰਾਜਾਨ ਨੇ, ਕਹਿਣ ਦਾ ਭਾਵ ਰਾਜੇ ਨੇ, ਪੂਰਨ ਬ੍ਰਹਮ ਨੇ, ਔਰ ਉਹ ਇਕੱਠਵਾਚਕ ਨਾਉਨ ਹੈ। ਪੰਚਾਂ ਕਾ ਗੁਰ, ਜਿੰਨੇ ਪੰਚ ਹੋਏ ਹੈ ਉਹਨਾਂ ਦਾ ਜਿਹੜਾ ਗੁਰ ਹੈ, ਕਹਿਣ ਦਾ ਭਾਵ ਜਿਹੜਾ ਉਹਨਾਂ ਦਾ ਬ੍ਰਹਮ ਹੈ, ਉਹ ਪੂਰਨ ਹੈ। ਏਕ ਧਿਆਨ, ਤੇ ਉਹਦਾ ਸੁਰਤ ਵਿੱਚ, ਸ਼ਬਦ ਵਿੱਚ ਧਿਆਨ ਜੁੜਿਆ ਹੋਇਆ। ਜੇ ਕੋ ਕਹੈ, ਜੇ ਕਿਸੇ ਨੇ ਇਹ ਗੱਲ ਕਹਿਣੀ ਹੋਵੇ, ਕਿਸੇ ਨੂੰ ਦੱਸਣੀ ਹੋਵੇ, ਅੱਗੇ ਸਮਝਾਉਣੀ ਹੋਵੇ, ਕਰੇ ਵਿਚਾਰ, ਇਹਦੀ ਵਿਚਾਰ ਕਰਕੇ ਫੇਰ ਦੱਸਿਓ। ਜਿੰਨੀ ਟੀਕਾਕਾਰੀ ਹੋਈ ਹੈ ਆਪਾਂ ਅੱਜ ਦੇਖਾਂਗੇ, ਵਿਚਾਰ ਨਹੀਂ ਸਹੀ ਹੋਈ, ਅਰਥਾਂ ਦੇ ਅਨਰਥ ਹੋਏ ਨੇ। ਕਰਤੇ ਕੈ ਕਰਨਾ ਨਾਹੀਂ ਸੁਮਾਰ, ਇਹ ਜੋ ਰਾਜਾਨ ਨੇ ਉਹਨਾਂ ਦੀ ਗੱਲ ਹੈ, ਉਹ ਕਰਤੇ ਨੇ। ਉਹਨਾਂ ਦੇ ਜਿੰਨੇ ਕਰਨੇ ਨੇ ਉਹਨਾਂ ਦੀ ਗਿਣਤੀ ਨਹੀਂ, ਸ਼ੁਮਾਰ ਹੁੰਦੀ ਹੈ ਗਿਣਤੀ, 1 ਤੋਂ ਲੈ ਕੇ ਅਸੰਖ ਤੱਕ ਵੀ ਗਿਣਤੀ ਹੈ, ਉਹ ਅਸੰਖ ਤੋਂ ਵੀ ਪਰੇ ਹੀ ਨੇ। ਸ਼ੁਮਾਰ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਗਿਣਤੀ ਦੇ ਹਿਸਾਬ ਨਾਲ। ਸੋ ਕਿੰਨੇ ਉਹਦੇ ਕਰਨੇ ਨੇ ਸ਼ਬਦ, ਅੱਜ ਤੋਂ ਲੈ ਕੇ ਪਹਿਲਾਂ ਵੀ ਸ਼ਬਦ ਸੀ, ਹੁਣ ਵੀ ਹੈ, ਅੱਗੇ ਨੂੰ ਵੀ ਰਹੇਗਾ। ਪਿਛਲੇ ਵੀ ਨਹੀਂ ਆਪਾਂ ਗਿਣ ਸਕਦੇ, ਇਸ ਯੁੱਗ ਦੇ ਵੀ ਨਹੀਂ ਗਿਣ ਸਕਦੇ। ਜਦੋਂ ਇੱਥੋਂ ਸ਼ੁਰੂ ਹੋਈ ਹੈ, ਕੁਛ ਦਾ ਐਸਟੀਮੇਟ ਹੈ ਪਤਾ ਨਹੀਂ 14 ਵਾਰ ਪਰਲੇ ਆ ਕੇ ਇਸ ਤਰ੍ਹਾਂ ਸ਼ੁਰੂ ਹੋਇਆ। ਸੋ ਕਰਤਾ ਜੋ ਹੈ ਸ਼ਬਦ ਗੁਰੂ ਹੈ, ਪਰ ਉਹ ਕਰਤੇ ਰੂਪ ਵਿੱਚ ਹੈ। ਉਹ ਇੱਕ ਬੂੰਦ ਜਿਹੜੀ ਹੈ ਉਹ ਸਮੁੰਦਰ ਰੂਪ 'ਚ ਹੈ, ਉਹ ਸਮੁੰਦਰ ਦੇ ਜੋ ਹੈ ਕਰਨੇ ਨਹੀਂ ਦੱਸੇ ਜਾ ਸਕਦੇ। ਹੁਣ ਆਪਾਂ ਐਸੇ ਪੰਕਤੀ ਨੂੰ ਦੁਹਰਾ ਲੈਂਦੇ ਹਾਂ, ਹੋਰ ਥੋੜ੍ਹਾ ਜਿਹਾ ਗ੍ਰਾਮੈਟਿਕਲੀ ਸਮਝ ਲੈਂਦੇ ਹਾਂ। ਪੰਚੇ ਪਾਵੇਂ ਦਰਗਹਿ ਮਾਨ, ਪੰਚੇ ਜੋ ਹੈਗਾ ਉਹ ਪਲੂਰਲ ਹੈਗਾ, ਕਿ ਬਹੁਤੇ ਪੰਚ। ਇੱਕ ਪੰਚ ਹੁੰਦਾ, ਜਦੋਂ ਜ਼ਿਆਦਾ ਪੰਚ ਹੋ ਜਾਣ ਉਹ ਪੰਚੇ ਹੋ ਜਾਂਦੇ ਆ।
ਦਰਗਾਹ ਮਾਨ, ਪੰਚੇ ਸੋ ਹੈ ਦर्रा ਜਾਨ। ਆਪਾਂ ਨੂੰ ਇਹ ਵੀ ਇਸ਼ਾਰਾ ਮਿਲਦਾ ਮਹੱਲਾ ਪੰਜਵਾਂ ਦਾ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਸੋ ਦਰਗਾਹ ਮਲ ਨਹੀਂ ਹੈ, ਸੇ ਕਹਿਣ ਦਾ ਭਾਵ ਬਹੁ ਗਿਣਤੀ ਹੈ। ਕਿੰਨੀ ਹੈ ਕੋਈ ਨਹੀਂ ਦੱਸ ਸਕਦਾ। ਇਸ ਚੱਕਰ 'ਚ ਆਪਾਂ ਗਿਣਤੀ 'ਚ ਗੁਰਬਾਣੀ ਪੈਂਦੀ ਨਹੀਂ, ਜਿੱਥੇ ਪੈਂਦੀ ਹੈ ਗਿਣਤੀ ਉੱਥੇ ਆਪਾਂ ਗਿਣਤੀ ਵੀ ਡਿਸਕਸ ਕਰ ਲਾਂਗੇ। ਸੋ ਇਹ ਗੁਰ ਜਿਹੜੇ ਨੇ ਇਹਨਾਂ ਕੋਲ ਦੋ ਪਦਾਰਥ ਨੇ, ਦਰ 'ਤੇ ਆ ਜਾਂਦੇ ਨੇ। ਇੱਥੋਂ ਫਿਰ ਇੱਕ ਧਿਆਨ ਰਹਿੰਦਾ। ਜਦੋਂ ਇੱਕ ਧਿਆਨ ਰਹਿੰਦਾ, ਜਦੋਂ ਇਹਨਾਂ ਨੂੰ ਨਾਮ ਪਦਾਰਥ ਔਰ ਜਨ ਪਦਾਰਥ ਮਿਲ ਜਾਂਦਾ ਹੈ, ਕਹਿਣ ਦਾ ਭਾਵ ਚਾਰੇ ਪਦਾਰਥ ਮਿਲ ਜਾਂਦੇ ਨੇ ਇਹ ਘਰ 'ਚ, ਉਸ ਸਮੇਂ ਦਾਖਲ ਹੁੰਦੇ ਨੇ। ਤੇ ਪੰਚੇ ਪਾਵੇਂ ਦਰਗਾਹ ਮਾਨ, ਇੱਥੇ ਇਹਨਾਂ ਦਾ ਮਾਨ ਸਤਿਕਾਰ ਹੈ ਸਾਰਿਆਂ ਦਾ। ਸਾਰੇ ਭਗਤ ਨੇ, ਸਾਰੇ ਹੀ ਦਾਸ ਨੇ, ਕੋਈ ਛੋਟਾ ਨਹੀਂ ਹੈ, ਕੋਈ ਵੱਡਾ ਨਹੀਂ ਹੈ। ਇਸਨੂੰ ਆਪਾਂ ਹੋਰ ਇਲੈਬੋਰੇਟ ਕਰ ਲੈਂਦੇ ਹਾਂ। ਪੰਚਾਂ ਕਾ ਗੁਰ, ਜੋ ਗੁਰ ਹੈਗਾ ਉਹ ਹੈਗਾ ਇਹਨਾਂ ਦਾ ਪੂਰਨ ਬ੍ਰਹਮ। ਕਿੱਥੇ ਧਿਆਨ ਹੈ? ਏਕ ਜਿਹੜੇ ਹੈ ਉਹ ਬਹੁ ਗਿਣਤੀ 'ਚ ਹੈ, ਸੁਖ ਸਾਗਰ 'ਚ ਨੇ, ਉਹਨਾਂ ਵਿੱਚ ਧਿਆਨ ਹੈ। ਕਹਿਣ ਦਾ ਭਾਵ ਇਹ ਹੈ ਵੀ ਉਹ ਸ਼ਬਦ ਹੈ, ਇਹਨਾਂ ਦੀ ਸੁਰਤ ਹੈ, ਉਹਦੇ ਵਿੱਚ ਸਮਾਈ ਹੋਈ ਹੈ। ਇਹਦੇ ਪੜਾਵ ਹੈ, ਪਹਿਲਾਂ ਮਨ ਬੁੱਧੀ ਜਿਹੜੇ ਹੈ ਉਹ ਡੋਮੀਨੇਟ ਕਰਦੇ ਨੇ, ਚਿੱਤ ਜਿਹੜਾ ਉਹ ਪਿੱਛੇ ਹੁੰਦਾ। ਫਿਰ ਚਿੱਤ ਜੋ ਹੈ ਸਤਿਗੁਰ ਉਹ ਪੂਰਨ ਹੋ ਜਾਂਦਾ, ਉਹ ਅੱਗੇ ਆ ਜਾਂਦਾ, ਮਨ ਅੰਦਰ ਹੋ ਜਾਂਦਾ। ਇਹਨੂੰ ਪਰਮ ਗਤੀ ਕਹਿੰਦੇ ਆ। ਪਰਮ ਗਤੀ ਤੋਂ ਬਾਅਦ ਜਿਹੜਾ ਪੰਚਾਂ ਦਾ ਗੁਰ ਹੈਗਾ ਉਹਨਾਂ ਦਾ ਜਿਹੜਾ ਧਿਆਨ ਹੈਗਾ ਉਹ ਆਪਣਾ ਸ਼ਬਦ ਵਿੱਚ ਰਹਿੰਦਾ। ਇਸ ਤਰ੍ਹਾਂ ਥੱਲੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਉਗਵੇ ਸੂਰ ਨਾ ਜਾਪੈ ਚੰਦ, ਜੈ ਗਿਆਨ ਪ੍ਰਗਾਸ ਅਗਿਆਨ ਮਿਟਨ। ਸਾਰੀ ਕਹਾਣੀ ਗਿਆਨ ਦੀ ਹੈ। ਬ੍ਰਹਮ ਦੀ ਅਵਸਥਾ ਵੀ ਗਿਆਨ ਤੇ ਹੀ ਹੈ। ਪੂਰਨ ਬ੍ਰਹਮ ਕੋਲ ਪੂਰਾ ਗਿਆਨ ਹੈ, ਬ੍ਰਹਮ ਕੋਲ ਅਧੂਰਾ ਗਿਆਨ ਹੈ। ਉਹਨੂੰ ਗਿਆਨ ਲੈਣ ਦੀ ਲੋੜ ਹੈ ਗੁਰਬਾਣੀ 'ਚੋਂ। ਇਹ ਗਿਆਨ ਜੜ ਹੁੰਦਾ, ਗਿਆਨ ਨੂੰ ਸਮਝ ਕੇ, ਬੁੱਝ ਕੇ, ਮੰਨ ਕੇ ਉਹ ਗਿਆਨੀ ਹੋ ਜਾਂਦਾ, ਉਹੀ ਪੰਚਾਂ ਕਾ ਗੁਰ ਬਣ ਜਾਂਦਾ ਹੈ। ਹੁਣ ਆਪਾਂ ਪੰਚ ਸ਼ਬਦ ਨੂੰ ਅੱਜ ਬਹੁਤ ਡਿਟੇਲ 'ਚ ਡਿਸਕ੍ਰਾਈਬ ਕਰਾਂਗੇ, ਕਿਉਂਕਿ ਇਸ ਸ਼ਬਦ ਦੇ ਅਰਥ 5 ਹੋਏ ਹੈ। ਇਹ ਸ਼ਬਦ ਦੇ ਅਰਥ 5th ਹੈ। ਇਹ ਗੁਰਬਾਣੀ 'ਚ ਕਾਫੀ ਜਗ੍ਹਾ ਆਪਾਂ ਨੂੰ ਹੋਰ ਸ਼ਬਦ ਵੀ ਆਉਂਦੇ ਹੈ, ਜਿਵੇਂ ਫਰੀਦ ਜੀ ਕਹਿੰਦੇ ਆ ਇਹ ਦੂਈ ਨੈਣਾ, ਅਸੀਂ ਅਰਥ ਕੀਤੇ ਹੋਏ ਆ ਉੱਥੇ, ਕਹਿਣ ਦਾ ਮਤਲਬ ਅਨਰਥ ਕੀਤੇ ਹੋਏ ਹੈ ਟੂ, ਜਦ ਕਿ ਉਹਦਾ ਅਰਥ ਹੈ ਸੈਕਿੰਡ। ਪਹਿਲੀ ਇੱਕ ਬੁੱਧੀ ਸੀ, ਉਸ ਤੋਂ ਬਾਅਦ ਦੂਸਰੀ ਆਈ ਹੈ, ਉਹ ਉੱਥੇ ਸੈਕਿੰਡ ਦੀ ਗੱਲ ਹੋ ਰਹੀ ਹੈ। ਦੂਈ ਨੈਣਾ, ਆਪਾਂ ਉਹਨੂੰ ਦੋਏ ਨੈਣਾ ਕਹੀ ਜਾਂਦੇ ਹਾਂ, 2 ਆਈਜ਼। ਬੁੱਧੀ ਤਾਂ ਇੱਕ ਹੀ ਹੈ ਸਭ ਕੋਲ, ਦੋ ਤਾਂ ਹੁੰਦੀਆਂ ਨਹੀਂ ਬੁੱਧੀਆਂ। ਇਸ ਤਰ੍ਹਾਂ ਹੀ ਕਬੀਰ ਜੀ ਕਹਿੰਦੇ ਆ ਦੂਈ ਦੂਈ ਲੋਚਨ ਪੇਖਾ, ਜਦ ਮੇਰੇ ਕੋਲ ਦੂਸਰੀ ਮੱਤ ਆਈ ਹੈ, ਮੈਂ ਤਿਆਗਤੀ ਕਾਸ਼ੀ ਮੱਤ ਔਰ ਮੈਂ ਦੂਸਰੀ ਮਗਹਰ ਦੀ ਮੱਤ ਤਿਆਗ ਲਈ, ਤਾਂ ਹੁਣ ਜਦੋਂ ਮੈਂ ਪੇਖਾ, ਜਦੋਂ ਮੈਂ ਵਿਚਾਰਦਾ ਹਾਂ ਹਰ ਬਿਨ ਔਰ ਨਾ ਪੇਖਾ, ਹੁਣ ਮੈਨੂੰ ਹਰੀ ਹੋਈ ਦਿਖਦਾ ਹਰੇਕ ਵਿੱਚ, ਪਹਿਲਾਂ ਨਹੀਂ ਸੀ ਦਿਖਦਾ। ਪਹਿਲਾਂ ਤਾਂ ਪੱਥਰ ਪੂਜਾ 'ਚ ਜਾਂ ਵਰਤ ਰੱਖਣੇ ਜਾਂ ਜੋ ਵੀ ਹੈ ਵੀ ਅੱਜ ਜਨਮ ਅਸ਼ਟਮੀ ਇਹ ਮਨਾ ਲਓ, ਇਹ ਸਾਰੇ ਕੁਝ ਛੱਡਤੇ। ਸੋ ਇਹਦਾ ਜੋ ਭਾਵ ਹੈ ਆਪਾਂ ਕੋਸ਼ਿਸ਼ ਕੀਤੀ ਹੈ ਵੀ ਇਹਦਾ ਆਪਾਂ ਨੂੰ ਸਮਝ ਆ ਸਕੇ, ਬਹੁਤ ਡਿਟੇਲ ਕਰਾਂਗੇ ਆਪਾਂ। 5th ਹੈ ਇਹ, ਵਿਸ਼ੇਸ਼ ਕਹਿ ਲਓ, ਖਾਸ, ਉਚੇਚਾ, ਇਹ ਵੀ ਇਹਦਾ ਅਰਥ ਬਣਦਾ। ਅਸ਼ਰੀਰੀ ਹਿੰਦੀ 'ਚ ਬਣਦਾ, ਜੇ ਤੁਸੀਂ ਲੱਭੋ ਇਹਨੂੰ। ਇਹ ਸੈਂਸ਼ੀਐਂਟ ਹੈ, ਇਹ ਕੌਨਸ਼ੀਅਸਨੈਸ ਹੈ। ਪੰਜ ਜੋ ਹੈ, ਨੰਬਰ ਨਹੀਂ ਹੈ ਇਹ। ਨਾਟ ਹੈਵਿੰਗ ਏ ਮਟੀਰੀਅਲ ਬੋਡੀ, ਨਾ ਇਹਦੀ ਕੋਲ ਮਟੀਰੀਅਲ ਬੋਡੀ ਹੈ। ਫੋਰਮਲੈਸ ਹੈ, ਸ਼ੇਪਲੈਸ ਹੈ, ਅਨਐਮਬੋਡੀਡ, ਇਹ ਆਪਣਾ ਹੀ ਅੱਖਰ ਹੈ। ਕੁਛ ਜਿਹੜੇ ਲੋਕ ਹਨ ਨਾ ਪੰਜਾਬ ਦੇ, ਉਹ ਕਹੀ ਜਾਂਦੇ ਵੀ ਪੰਚ ਤਾਂ ਪੰਚਾਇਤਾਂ 'ਚ ਹੁੰਦੇ ਆ, ਇਹ ਉਹ ਪੰਚ ਨਹੀਂ ਹੈ, ਇਹ 5 ਨਹੀਂ ਹੈ, ਇਹ 5th ਹੈ। ਸੋ ਪੰਚਾਇਤ ਸਿਸਟਮ ਤਾਂ ਵੈਸੇ ਵੀ 1959 'ਚ ਆਇਆ ਸੀ। ਆਹ ਸ਼ਬਦ ਤਾਂ ਵੇਦ ਦਾ ਹਜ਼ਾਰਾਂ ਸਾਲ ਪੁਰਾਣਾ ਸ਼ਬਦ ਹੈ, ਉਹਨਾਂ ਨੇ ਇੱਥੋਂ ਕਾਪੀ ਕੀਤਾ ਹੋਊਗਾ। ਇਹ ਨਾ ਸੋਚੋ ਵੀ ਆਹ ਸ਼ਬਦ ਜਿਹੜਾ ਅਸੀਂ ਸਮਝਿਆ ਹੋਇਆ ਵੀ ਜਿਹੜੇ ਪਿੰਡਾਂ ਵਿੱਚ ਪੰਚ ਹੁੰਦੇ ਆ, ਅੱਧੇ ਸ਼ਰਾਬੀ ਹੁੰਦੇ, ਕੋਈ ਝੂਠਾ ਵੀ ਹੁੰਦਾ, ਉਹ ਪੰਚ ਕਿੱਥੋਂ ਹੋ ਜਾਣਗੇ। ਪੰਚ ਤਾਂ ਗੁਰਬਾਣੀ ਵਿੱਚ ਸਭ ਤੋਂ ਉੱਚੀ ਅਵਸਥਾ ਹੈ। ਹਾਂਜੀ, ਇਹ ਜਿਹੜਾ ਅਸਲੀ ਦਾ ਹੈ, ਇਹਨੂੰ ਤਾਂ ਕਹਿਣਾ ਵੀ ਔਖਾ ਹੋਇਆ। ਇੱਥੇ ਲਿਖਿਆ ਕੁਇੰਟੀਸੈਂਸ, ਇਹ ਇਹਦਾ ਪ੍ਰੋਨਾਂਸੀਏਸ਼ਨ ਹੈ। ਡੈਫੀਨੇਸ਼ਨ ਹੈ, the 5th and highest element in ancient and medieval philosophy that permeates all nature। ਇਹਨਾਂ ਨੇ ਵੀ ਚੇਤਨ ਮੰਨਿਆ ਹੋਇਆ, ਸਾਡੇ ਟੀਕਾਕਾਰਾਂ ਨੂੰ ਭਣਕ ਵੀ ਨਹੀਂ ਪਈ ਇਸ ਗੱਲ ਦੀ। and is the substance composing the celestial bodies, the essence of thing in its purest and most concentrated form। ਸੋ ਇਹਨਾਂ ਦੇ ਅਰਥ ਸਾਡੇ ਨਾਲੋਂ ਕਿਤੇ ਅੱਗੇ ਨੇ।
ਤੇ ਆਪਾਂ ਹੁਣ ਇਹਨੂੰ ਹੁਣ ਡਿਸਕ੍ਰਾਈਬ ਕਰੀਏ। ਸਾਡੇ ਕੋਲ ਹੁਣ ਅਗਲਾ ਸ਼ਬਦ ਆਏਗਾ ਪੰਜ ਤੱਤ। ਇਹਨਾਂ ਨੂੰ ਇੰਨਾ ਨਹੀਂ ਪਤਾ ਵੈਸਟਰਨ ਵਾਲਿਆਂ ਨੂੰ ਕਿ ਜਿਹੜਾ ਪੰਜਵਾਂ ਇਹਨਾਂ ਨੂੰ ਪਤਾ ਸੁਪਰੀਮ ਹੈ, ਪਰ ਉਹ ਆਕਾਸ਼ ਜਿਹੜਾ ਹੈਗਾ ਉਹ ਆਕਾਸ਼ 'ਚ ਜੋਤ ਹੁੰਦੀ ਹੈ। ਫਸਟ ਏਅਰ ਮੰਨਦੇ ਆ, ਸੱਚ ਤੇ ਪਵਣਾ ਪਿਆ, ਪਵਨੇ ਤੇ ਜਲ ਹੋਈ, ਜਲ ਤੇ ਤ੍ਰਿਭਵਨ ਸਾਜਿਆ, ਤੀਆ ਭਵਨ ਸਾਜਿਆ। ਉੱਥੇ ਵੀ ਥਰਡ ਨਹੀਂ, ਥਰਡ ਹੈ, 3 ਨਹੀਂ ਹੈ, ਤ੍ਰਿਭਵਨ ਥਰਡ ਨੂੰ ਕਹਿੰਦੇ ਆ। ਇਸ ਤਰ੍ਹਾਂ ਹੀ ਸਾਡਾ ਜਿਹੜਾ ਮਾਈਂਡ ਹੈ ਇਹ ਇਹਦੇ ਚੋਂ ਹੀ ਪੈਦਾ ਹੁੰਦਾ, ਪੰਜ ਤੱਤ ਚੋਂ। ਥਰਡ ਅਰਥ ਹੈ, ਫੋਰਥ ਇਹ ਹੈ, ਇਹ ਬੋਡੀ ਦੇ 4 ਜੜ ਅੰਗ ਨੇ। ਪੰਜਵਾਂ ਜਿਹੜਾ ਹੈਗਾ, ਫਿਫਥ ਹੈਗਾ, ਉਹ ਚੇਤਨ ਹੈ। ਉਹਦੇ ਆਪਾਂ ਹੋਰ ਗੁਰਬਾਣੀ ਚੋਂ ਇਹਦੀ ਡੈਪਥ ਕਰ ਲਾਂਗੇ। ਆ ਇਹਦੇ ਰੂਪ ਹੈ, ਪੰਜ ਸ਼ਬਦ 208 ਵਾਰ ਆਉਂਦਾ। ਇਹ ਅਲੱਗ ਅਲੱਗ ਇਹਦੀਆਂ ਫੋਰਮਸ ਹੈ। ਹਰੇਕ ਜਗ੍ਹਾ ਇਹ ਸੈਂਸ਼ੀਐਂਟ ਫੋਰਮ 'ਚ ਆਉਂਦਾ, ਕਿਤੇ ਵੀ ਇਹ ਗਿਣਤੀ 'ਚ ਨਹੀਂ ਆਉਂਦਾ। ਜਿੱਥੇ ਗਿਣਤੀ 'ਚ ਆਉਂਦਾ ਉਹ ਆਪਾਂ ਡਿਸਕਸ ਕਰ ਲਾਂਗੇ। ਗਿਣਤੀ ਲਈ ਆਉਂਦਾ ਬਹੁਤੀ ਵਾਰ ਪਾਂਚ, ਪਾਂਚੋ, ਪੰਜ ਹੈ। ਬਾਕੀ ਜਿਹੜਾ ਆਪਾਂ ਪੰਜਾਬੀ 'ਚ ਪੜ੍ਹਦੇ ਹਾਂ 1 2 3 4 5, ਉਹ ਪੰਜਾਬੀ ਹੈ। ਪਰ ਜਿੱਥੇ ਥਿੱਤੀਆਂ ਲਿਖੀਆਂ ਉੱਥੇ ਕਿਤੇ ਵੀ 1 2 3 4 5 ਨਹੀਂ ਦਿਖਦਾ। ਉੱਥੇ ਜਿਹੜੀ ਫੋਰਮ ਆਏਗੀ ਉਹ ਆਪਾਂ ਹੁਣ ਡਿਟੇਲ 'ਚ ਅੱਗੇ ਸਟੱਡੀ ਕਰਦੇ ਹਾਂ। ਆਹ ਉਹ ਫੋਰਮ ਹੈ। ਥਿੱਤੀ ਗੌੜੀ ਮਹੱਲਾ ਪੰਜਵਾਂ। 1 ਨੂੰ ਏਕਮ ਲਿਖਦੇ ਹੈ, 2 ਨੂੰ ਦੁਤੀਆ ਲਿਖਿਆ ਹੋਇਆ, 3 ਨੂੰ ਤ੍ਰਿਤੀਆ ਲਿਖਿਆ ਹੋਇਆ, 4 ਨੂੰ ਚਤੁਰਥ ਲਿਖਿਆ ਹੋਇਆ, 5 ਨੂੰ ਪੰਚਮ ਲਿਖਿਆ ਹੋਇਆ। ਸੋ ਇਹ ਗਿਣਤੀ ਹੈ। ਖਸ਼ਟਮ 6 ਨੂੰ ਲਿਖਦੇ ਹੈ, 7 ਨੂੰ ਸਪਤਮ ਲਿਖਦੇ ਹੈ, ਤੇ ਅਸ਼ਟਮੀ 8 ਨੂੰ ਜਿਹੜਾ ਲੈਟਰ ਹੈਗਾ ਉਹਨੂੰ ਅਸ਼ਟਮੀ ਲਿਖਦੇ ਆ। ਇਹ ਸਾਡੀ ਭਾਸ਼ਾ, ਇਹ ਵੇਦ ਭਾਸ਼ਾ, ਇਹ ਰਿਪੀਟ ਹੋਈ ਹੈ। ਥਿੱਤੀ ਗੌੜੀ ਤੋਂ ਪਹਿਲਾਂ ਵੀ ਪੰਚਮ ਪਾਤਸ਼ਾਹ ਤੋਂ ਪਹਿਲਾਂ ਰਚਨਾਵਾਂ ਇਸੇ ਫਾਰਮ 'ਚ ਹੈਗੀਆਂ। ਇਹ ਬਿਲਾਵਲ ਮਹੱਲਾ ਪਹਿਲਾ ਦੀ ਥਿੱਤੀ ਹੈ ਸਮਝੋ। ਉਹਨਾਂ ਨੇ ਗੁਰੂ ਨਾਨਕ ਜੀ ਨੇ ਏਕਮ ਲਿਖਿਆ, ਦੂਜਾ ਲਿਖਿਆ, ਫਿਰ ਤ੍ਰਿਤੀਆ ਲਿਖਿਆ, ਚੌਥ ਲਿਖਿਆ, ਇਹਨਾਂ ਨੇ ਪੰਚਵੀਂ ਲਿਖਿਆ। ਸੋ ਪੰਚਮੀ ਤੋਂ ਕੀ ਉਪਦੇਸ਼ ਹੈ? ਪੰਚਮੀ ਪੰਚ ਭੂਤ ਬੇਤਾਲਾ। ਪੰਚਮੀ ਜਿਹੜਾ ਫਿਫਥ ਜਿਹੜੀ ਡੇਟ ਹੈਗੀ ਹੈ, ਜਿਹੜੀ ਲੂਨਰ ਡੇਟ ਹੈ, ਕਹਿੰਦੇ ਜਿਹੜਾ ਪੰਚ ਭੂਤ ਹੋਇਆ ਨਾ, ਜਿਹੜਾ ਮਨ ਹੈ, ਇਹ ਪੰਚ ਭੂਤ ਹੈ। ਇਹ ਜਿਵੇਂ ਦਿਖਦਾ ਨਹੀਂ ਹੈ ਜੰਮਦਾ ਆਪਣੇ ਮੂਲ ਚੋਂ ਹੀ ਹੈ, ਪਰ ਇਹਦੀ ਤਾਲ ਉਖੜੀ ਹੋਈ ਹੈ। ਕਹਿਣਾ ਮਤਲਬ ਜਿਹੜਾ ਜੀਵ ਹੈ ਬੇਤਾਲਾ ਹੈ, ਆਪ ਅਗੋਚਰ ਪੁਰਖ ਨਿਰਾਲਾ। ਪਰ ਇਹ ਕਿਸੇ ਸਮੇਂ ਅਗੋਚਰ ਸੀ, ਪੁਰਖ ਨਿਰਾਲਾ ਵੀ ਨਹੀਂ ਬਣਨਾ, ਇਹਨੇ ਅਗੋਚਰ ਬਣਨਾ। ਜਿਹਨੂੰ ਆਪਾਂ ਗਿਆਨ ਦੇਵਾਂਗੇ, ਥਿੱਤੀ ਸਾਰੀ ਮੰਨਾਂਗੇ, ਆ ਜੋ ਉਪਦੇਸ਼ ਹਨ ਇਹ ਸਾਰੇ ਜਿਹੜੇ ਆ ਇਹਦੀ ਤਾਲ ਠੀਕ ਕਰਨ ਲਈ ਹੋਈਆਂ। ਖਸ਼ਟੀ ਖਟ ਦਰਸ਼ਨ ਪ੍ਰਭ ਸਾਜੇ, ਇਹ 6 ਵਾਸਤੇ। ਸਪਤਮੀ ਸਤ ਸੰਤੋਖ ਸਰੀਰ। ਜੇ ਆਹ ਉਪਦੇਸ਼ ਇਹ ਮੰਨ ਲੈਂਦਾ ਹੈ ਵੀ ਤਾਲੇ ਤੋਂ ਇਹ ਤਾਲਾ ਹੋ ਜਾਂਦਾ, ਆਪ ਇਹ ਪੂਰਨ ਬ੍ਰਹਮ ਹੋ ਕੇ ਅਗੋਚਰ ਹੋ ਜਾਂਦਾ, ਪੁਰਖ ਨਿਰਾਲਾ ਬਣ ਜਾਂਦਾ। ਇਹ 2 ਅਵਸਥਾਵਾਂ ਬ੍ਰਹਮ ਦੀਆਂ ਹੀ ਹੈ, ਪੂਰਨ ਬ੍ਰਹਮ ਤੇ ਬ੍ਰਹਮ। ਤੇ ਹੁਣ ਆਪਾਂ ਪੰਜ ਤੱਤ ਦਾ ਵਿਸਤਾਰ ਕਰਦੇ ਹਾਂ। ਇਹ ਮਨ ਹੁਣ ਆਪਾਂ ਨੂੰ ਕਲੀਅਰ ਹੋ ਗਿਆ ਵੀ ਪੰਜ ਦਾ ਅਰਥ ਹੈਗਾ ਫਿਫਥ, 5 ਨਹੀਂ ਹੈ। ਜਿਵੇਂ ਸਾਹਿਬ ਸਿੰਘ ਜੀ ਨੇ ਥੱਲੇ ਲਿਖਿਆ ਹੋਇਆ, ਪੰਜ ਤੱਤ ਤੇ ਜਨਮਾ, 5 ਤੱਤਾਂ ਤੋਂ ਜਨਮਿਆ। ਇਹ ਤਾਂ ਇਹਨਾਂ ਵਾਸਤੇ ਤਾਂ ਬਹੁਤ ਵੱਡਾ ਕ੍ਰਾਈਮ ਹੈ, ਕਿਉਂਕਿ ਤੱਤਵ ਸ਼ਬਦ ਤੇ ਔਂਕੜ ਹੈ। ਇਹਨਾਂ ਨੇ ਬਿਲਕੁਲ ਔਂਕੜ ਦਾ ਖਿਆਲ ਨਹੀਂ ਰੱਖਿਆ। ਪੰਜ ਤੱਤ ਬਹੁਤ ਕਲੀਅਰ ਸੀ, ਇਹਦਾ ਅਨਪੜ੍ਹ ਬੰਦਾ ਵੀ ਦੱਸ ਦੂਗਾ ਕਿ ਇਹ ਸਿੰਗੂਲਰ ਵਰਡ ਹੈ। ਇਹਨਾਂ ਨੇ ਇਹਨੂੰ ਪਲੂਰਲ ਪਤਾ ਨਹੀਂ ਕਿਸ ਤਰ੍ਹਾਂ ਕੀਤਾ, ਇਹੀ ਜਾਣਦੇ ਨੇ ਇਹਨਾਂ ਦੇ ਕੀ ਮਾਈਂਡ 'ਚ ਚੱਲ ਰਿਹਾ ਸੀ ਉਸ ਸਮੇਂ। ਅਗਲੇ ਹਰੀ ਆਪੇ ਪੰਜ ਤੱਤ ਵਿਸਥਾਰਾ। ਜਿਹੜਾ ਹਰੀ ਹੈ, ਮੂਲ ਹੈ ਸਾਡਾ, ਉਹ ਆਪੇ ਪੰਜ ਤੱਤ ਹੈ, ਉਹ ਫਿਫਥ ਐਲੀਮੈਂਟ ਹੈ, ਜਿਹਦੇ ਕਰਕੇ ਸਾਰਾ ਮਨ ਤਾਂ ਉਹਦੇ 'ਚੋਂ ਜਨਮਦਾ ਬਾਅਦ 'ਚ। ਮਨ ਤਾਂ ਸਰੀਰ ਜਦੋਂ ਬਣ ਜਾਂਦਾ ਉਸ ਸਮੇਂ ਜੰਮਦਾ। ਹਉਂ ਵਿੱਚ ਆਇਆ ਤਾਂ ਪੰਜ ਤੱਤ ਤੇ ਆਇਆ ਸੀ, ਹਉਂ ਵਿੱਚ ਗਿਆ ਵੀ ਪੰਜ ਤੱਤ ਤੇ ਹੀ ਹੈ। ਹਉਮੈ ਕਰਕੇ ਜੰਤੂ ਪਾਇਆ। ਜਦੋਂ ਜੰਤ ਹੈ ਉਸ ਸਮੇਂ ਪੰਜ ਜਿਹੜਾ ਤੱਤ ਤੇ ਜਨਮਿਆ ਹੋਇਆ ਹੈਗਾ ਵਿੱਚ ਹੀ ਇੱਕ ਮਨ ਵਿੱਚ ਧਾਤੂ, ਇਹ ਉਹ ਮਨ ਹੀ ਹੈ। ਪੰਜ ਆਪ ਪਾਵੇ। ਹਰੀ ਨੇ ਆਪ ਹੀ ਆਪਣਾ ਧਿਆਨ ਬਾਹਰ ਕੱਢਿਆ ਹੋਇਆ, ਜਿਵੇਂ ਕੱਛੂ ਆਪਣੀ ਖੋਪੜੀ ਕੱਢ ਲੈਂਦਾ। ਪੰਜ ਤੱਤ ਜਲ ਅਗਨੀ ਪ੍ਰਿਥਵੀ ਵਾਯੂ ਆਕਾਸ਼। ਹੁਣ ਪੰਜ ਤੱਤ ਸਿੰਗੂਲਰ ਹੋਣਾ ਚਾਹੀਦਾ, ਫਿਰ ਇਹਨਾਂ ਨੇ ਪੰਜੇ ਕੀਤੇ ਹੋਏ। ਸਭ ਸਾਹਿਬ ਸਿੰਘ ਜੀ ਦੇ ਅਰਥ ਹੈ। ਪੰਜ ਤੱਤ ਮਿਲਕਾਇਆ ਕੀਨੀ, ਤਿਸਮੇ ਰਾਮ ਰਤਨ ਲੈ ਚੀਨੀ। ਇਹ ਪੰਜ ਤੱਤ ਜਿਹੜਾ ਹੈਗਾ ਇਹੀ ਤਾਂ ਸੁਪਰੀਮ ਹੈ। ਫਿਫਥ ਐਲੀਮੈਂਟ ਨੇ 4 ਐਲੀਮੈਂਟ ਜੋੜੇ ਹੋਏ ਆ, ਇਹੀ ਤਾਂ ਕਾਇਆ ਬਣੀ ਹੋਈ ਆ। ਤਿਸ ਮਹਿ ਰਾਮ ਰਤਨ ਲੈ ਚੀਨੀ। ਸਾਨੂੰ ਕਿਹਾ ਵੀ ਰਾਮ ਰਤਨ ਨੂੰ ਪਛਾਣ ਲਿਓ। ਆਤਮ ਰਾਮ, ਰਾਮ ਹੈ ਆਤਮ। ਇਹ ਤੋਂ ਕਲੀਅਰ ਡੈਫੀਨੇਸ਼ਨ ਰਾਮ ਦੀ ਹੋ ਨਹੀਂ ਸਕਦੀ। ਹਰ ਪਾਈਏ ਸ਼ਬਦ ਵਿਚਾਰਾ ਹੈ,
ਸ਼ਬਦ ਵਿਚਾਰ। ਆਪਾਂ ਨੂੰ ਆਨੰਦ ਬਾਣੀ ਵਿੱਚ ਦੂਸਰੀ ਪੌੜੀ 'ਚ ਬੜਾ ਸਪਸ਼ਟ ਇਸ਼ਾਰਾ ਹੈ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰੀ ਨਾਲੇ। ਉਹ ਹਰੀ ਹੀ ਆਤਮ ਹੈ, ਉਹੀ ਰਾਮ ਹੈ, ਰਾਮ ਹੈ ਆਤਮ। ਰਿਪੀਟ ਵੀ ਕੀਤਾ ਹੋਇਆ ਇੱਥੇ, ਇਹ ਗੁਰੂ ਨਾਨਕ ਜੀ ਦਾ ਸ਼ਬਦ ਹੈ। ਹਰੀ ਪਾਈਐ, ਕਿਵੇਂ ਪਾਇਆ ਜਾਂਦਾ ਹਰੀ? ਸ਼ਬਦੀ ਵਿਚਾਰਾ ਹੈ, ਸ਼ਬਦ ਵਿਚਾਰ ਨਾਲ। ਨਿਤਨੇਮ ਕਰਕੇ ਹਰੀ ਨਹੀਂ ਪਾਇਆ ਜਾ ਸਕਦਾ, ਜਾਂ ਕੋਈ ਬਾਜੇ ਤਬਲੇ ਤੇ ਗਾ ਲਵੇ, ਇਸ ਤਰ੍ਹਾਂ ਹਰੀ ਨਹੀਂ ਮਿਲਣਾ ਆਪਾਂ ਨੂੰ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਰਾਮ ਹੈ ਆਤਮ ਲਿਖਿਆ ਹੈ, ਅਰਥ ਕਰਨ ਲੱਗੇ ਪ੍ਰੋਫੈਸਰ ਸਾਹਿਬ ਸਿੰਘ ਤਾਂ ਜਿਵੇਂ ਪਰਮਾਤਮਾ ਸ਼ਬਦ ਦੇ ਐਂਬੈਸਡਰ ਬਣੇ ਹੋਏ ਆ। ਪਰ ਆਤਮ ਨੂੰ ਪਰ ਆਤਮ ਲਿਖਦੇ ਆ, ਫਿਰ ਪਰਮਾਤਮ ਲਿਖਦੇ ਆ, ਇੱਥੇ ਤੱਕ ਠੀਕ ਹੈ। ਪਰਮਾਤਮਾ ਲਿਖ ਕੇ ਇਸ ਸ਼ਬਦ ਦੀ ਉਚਾਈ ਤੋਂ ਇਹਨੂੰ ਮਿੱਟੀ 'ਚ ਮਿਲਾਤਾ, ਕਿਉਂਕਿ ਜਿਹੜੀ ਆਤਮਾ ਹੁੰਦੀ ਹੈ ਉਹ ਮੈਲੀ ਹੁੰਦੀ ਹੈ। ਪਰਮ ਆਤਮਾ ਤਾਂ ਮਹਾਮੈਲੀ ਚੀਜ਼ ਹੈ। ਪਾਪਾਤਮਾ, ਪਾਪਾਂ ਦੀ ਭਰੀ ਹੋਈ ਆਤਮਾ ਨੂੰ ਪਰਮਾਤਮਾ ਕਹਾਂਗੇ ਆਪਾਂ ਗੁਰਮਤਿ ਵਿੱਚ, ਤਾਂ ਹੀ ਇਹ ਸ਼ਬਦ ਨਹੀਂ ਵਰਤਿਆ। ਪਰ ਜਿੱਥੇ ਜੀ ਕਰਦਾ, ਬਹੁਤ ਵਾਰ ਤਾਂ ਮੈਨੂੰ ਐਂ ਲੱਗਦਾ ਵੀ ਇਹ ਟੀਕਾ ਲਿਖਿਆ ਹੀ ਪਰਮਾਤਮਾ ਸ਼ਬਦ ਦੀ ਮਸ਼ਹੂਰੀ ਕਰਨ ਨੂੰ ਹੈ। ਹਰੇਕ ਸਿੱਖ ਪੜ੍ਹਿਆ ਹੋਵੇ ਅਨਪੜ੍ਹ ਹੋਵੇ, ਇਹ ਸ਼ਬਦ ਦੀ ਗੁਲਾਮੀ ਕਰਦਾ ਹੈ। ਔਰ ਇੱਕ ਸ਼ਬਦ ਸਿਰਫ ਮੈਨੂੰ ਲੱਗਦਾ ਹੈ 700 AD ਵਿੱਚ ਆਇਆ, ਜਦੋਂ ਦੁਬਾਰੇ ਰਿਵਾਈਜ਼ ਹੋਏ हैं, ਜਦੋਂ वेदांता वगैरह ਦੇ ਦੁਬਾਰਾ ਲਿਖੇ ਗਏ ਹੈ, ਉਸ ਸਮੇਂ ਅੱਖਰ ਘੜਿਆ ਗਿਆ। ਇਹ वेदांता ਦਾ ਅੱਖਰ ਹੈ। ਉਹ ਬ੍ਰਹਮ ਹੀ ਵਰਤਦੇ ਹੈ ਜਾਂ ਪਰਮਾਤਮਾ ਵਰਤਦੇ ਹੈ। ਅਸੀਂ ਪੂਰਨ ਬ੍ਰਹਮ ਵੀ ਵਰਤਦੇ ਹਾਂ, ਪਾਰ ਬ੍ਰਹਮ ਵੀ ਵਰਤਦੇ ਹਾਂ, ਪਰ ਅਸੀਂ ਪਰਮਾਤਮਾ ਨਹੀਂ ਵਰਤਦੇ। ਉਸ ਪੱਖੋਂ ਅਸੀਂ ਬਹੁਤ ਅਜੇ ਪਿੱਛੇ ਹਾਂ। ਜੇ ਕੋ ਕਹੇ ਕਰੇ ਵਿਚਾਰ, ਸਾਡੀ ਅਜੇ ਸ਼ੁਰੂ ਨਹੀਂ ਹੋਈ। ਹੁਣ ਆਪਾਂ ਜਿਹੜੀ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਆਪਾਂ ਕਰਾਂਗੇ ਗਿਣਤੀ ਵਾਲੇ ਅੱਖਰ ਦੀ, ਕਿਉਂਕਿ ਆਪਾਂ ਨੂੰ ਪਤਾ ਹੈ ਪੰਜ ਸ਼ਬਦ ਜੋ ਹੈ ਉਹ ਆਇਆ ਹੈਗਾ ਪੰਜਵੇਂ ਵਾਸਤੇ, 5th ਲਈ। ਹੁਣ ਆਪਾਂ ਪੰਜ ਜੋ 5 ਹੈ, ਜਦੋਂ ਆਲ ਟੂਗੈਦਰ 1 2 3 4 5 ਆਲ ਟੂਗੈਦਰ ਹੈ, ਉਹਨਾਂ ਦੀਆਂ ਹੁਣ ਆਪਾਂ ਕੁਝ ਗੁਰਬਾਣੀ ਚੋਂ ਹੀ ਜੋ ਹੈ ਆਪਾਂ ਪੜ੍ਹਿਆ ਵੀ ਗਿਣਤੀ ਵਿੱਚ ਪੰਚਮ ਆਉਂਦਾ। ਗੌੜੀ ਥਿੱਤੀ ਵਿੱਚ ਪੰਚਮ ਪੰਚ ਪ੍ਰਧਾਨ ਤੇ, ਹੁਣ ਪੰਚਮ ਤਾਂ 5 ਹੈ, ਪੰਜ ਪ੍ਰਧਾਨ ਤੇ ਸਿੰਗੂਲਰ ਹੈ। ਉਹ ਕੱਲੇ ਕੱਲੇ ਭਗਤ ਪ੍ਰਧਾਨ ਹੋਏ ਆ ਜਿਹੜੇ ਪੰਜ ਪ੍ਰਵਾਨ ਪੰਜ ਪ੍ਰਧਾਨ ਤੇ ਲਿਖਤਾ, ਇੱਥੇ ਔਂਕੜ ਨਹੀਂ ਲਾਇਆ, ਨਾਲੇ ਪੱਪੇ ਦੇ ਪੈਰ ਚਰਾਰਾ ਪਾਇਆ ਹੋਇਆ। ਜਿਨ ਜਾਣਿਓ ਪਰਪੰਚ, ਇੱਥੇ ਪਰਪੰਚ ਚੱਲ ਰਿਹਾ ਇੱਕ, ਜਿਹੜਾ ਕਿ ਪਰਪੰਚ ਦਾ ਅਰਥ ਹੁੰਦਾ ਹੈਗਾ ਇੱਕ ਫੇਕ ਡਰਾਮਾ ਚੱਲ ਰਿਹਾ, ਜਿਵੇਂ ਆਪਾਂ ਸਟੇਜਾਂ ਤੇ ਕਰਦੇ ਹਾਂ, ਫਿਲਮਾਂ 'ਚ ਹੁੰਦਾ, ਉਹ ਸਭ ਪਰਪੰਚ ਹੈ। ਉਹੀ ਹੀਰੋ ਉਹਦੇ 'ਚ ਮਰ ਜਾਂਦਾ, ਕੋਈ ਉਹ ਦੂਸਰੀ ਫਿਲਮ 'ਚ ਫਿਰ ਉਹੋ ਜਿਹਾ ਹੀ ਹੁੰਦਾ। ਸੋ ਪਰਪੰਚ ਹੈ ਉਹ। ਇਸ ਤਰ੍ਹਾਂ ਅਸੀਂ ਵੀ ਮਰੀ ਜਾਂਦੇ, ਜੰਮੀ ਜਾਂਦੇ ਹਾਂ, ਪਰਪੰਚ 'ਚ ਆਏ ਹੋਏ ਹਾਂ। ਪਰ ਜਿਨ੍ਹਾਂ ਨੇ ਪਛਾਣ ਲਿਆ ਉਹ ਪੰਚ ਹੋ ਜਾਂਦੇ, ਉਹੀ ਪ੍ਰਧਾਨ ਹੋ ਜਾਂਦੇ। ਪੰਚ ਪ੍ਰਵਾਨ ਪੰਚ ਪ੍ਰਧਾਨ, ਉਹਨਾਂ ਦੀ ਗੱਲ ਹੈ, ਭਗਤਾਂ ਦੀ ਗੱਲ ਹੈ। ਦੁਬਾਰਾ ਪੰਚਮ ਸਿਹਾਰੀ ਨਾਲ ਲਿਖ ਕੇ ਪੰਚਮੀ ਲਿਖਤਾ, ਮਹੱਲਾ ਪਹਿਲਾ ਨੇ। ਇਹ ਅੱਖਰ ਉਹੀ ਹੈ, 5 ਹੀ ਹੈ। ਪੰਚ ਭੂਤ ਦੱਸਿਆ ਆਪਾਂ ਵੀ ਜਿਹੜਾ ਮਨ ਹੈ ਇਹ ਜਦੋਂ ਆਪਣੇ ਆਪ ਨੂੰ, ਇਹਦਾ ਰੂਪ ਤਾਂ ਭੂਤ ਰੂਪ ਹੀ ਹੈ, ਦਿਖਦਾ ਤਾਂ ਹੈ ਨਹੀਂ, ਪਰ ਇਹ ਬਿਤਾਲਾ ਹੋਇਆ ਹੈ ਜਦੋਂ ਜੀਵ ਰੂਪ 'ਚ ਹੈਗਾ, ਇਹ ਠੀਕ ਹੋ ਸਕਦਾ। ਪਰ ਇੱਥੇ ਆਪਾਂ ਪੰਚ ਦੀ ਉਹ ਗੱਲ ਕਰ ਰਹੇ ਕਿ ਇੱਥੇ ਪੰਚਮੀ 5 ਲਈ ਆਇਆ, ਪੰਜ ਭੂਤ ਸਿੰਗੂਲਰ ਲਈ ਆਇਆ। ਇਹ ਪੰਚਨ ਮੇਰੋ ਮਨ ਜੋ ਵਿਗਾਰਿਓ, ਇਹ ਜਿਹੜੇ ਪੰਚਨ ਨੇ ਇਹਨਾਂ ਨੇ ਜਿਹੜੇ 5 ਮੰਨੇ ਹੋਏ ਹੈ, ਕਿਸੇ ਹੋਰ ਮਤ ਨੇ ਸਿਰਫ ਪੰਜੇ ਮੰਨੇ ਹੋਏ ਹੈ। ਅਸੀਂ ਤਾਂ 5 ਤੋਂ ਵੀ ਕਿਤੇ ਜ਼ਿਆਦਾ ਮੰਨੇ ਹੋਏ ਹੈ, 5 25 ਲਿਖਿਆ ਹੋਇਆ ਕਬੀਰ ਸਾਹਿਬ ਨੇ ਤਾਂ। ਸੋ ਅਸੀਂ ਤਾਂ ਜ਼ਿਆਦਾ ਮੰਨੇ ਹੋਏ ਹਾਂ। ਇਹ ਪੰਚਨ ਮੇਰੋ ਮਨ ਜੋ, ਇਹ ਮਨ ਪਰ ਅਸਰ ਕਰਦੇ ਆ। ਇਹ ਵਿਕਾਰ ਜਿਹੜੇ ਨੇ ਇਹ ਮਨ ਨੂੰ ਵਿਗਾੜ ਦਿੰਦੇ ਨੇ, ਇਹ ਹਰੀ ਦੇ ਨਾਲ ਨਹੀਂ ਜੁੜਨ ਦਿੰਦੇ। ਆਪੇ ਲਿਖਿਆ ਰਵਿਦਾਸ ਜੀ ਨੇ, ਪਲ ਪਲ ਹਰੀ ਜੀ ਕੇ ਅੰਤਰ ਪਾਰਿਓ, ਵੀ ਹਰੀ ਦੇ ਨਾਲ ਮੇਰਾ ਅੰਤਰ ਪਾਈ ਰੱਖਦੇ ਆ, ਇਹ ਹਰੀ ਨਾਲ ਮੈਨੂੰ ਇੱਕ ਨਹੀਂ ਹੋਣ ਦਿੰਦੇ। ਇਹੀ ਸਿਧਾਂਤ ਹੈ ਕਿ ਅਸੀਂ ਸ਼ਬਦ ਵਿਚਾਰ ਕਰਦੇ ਰਹੀਏ ਤਾਂ ਹਰੀ ਦੇ ਨਾਲ ਇੱਕ ਹੋ ਜਾਵਾਂਗੇ। ਇਹ ਪਲ ਪਲ ਦੀ ਗੱਲ ਹੈ। ਇਹ ਆਪਾਂ ਜਿਵੇਂ ਸੋਚਦੇ ਹਾਂ ਕਿ ਸਵੇਰੇ 5 ਵਜੇ, ਜਿਹੜੇ ਬਹੁਤੇ ਛੇਤੀ ਉੱਠਦੇ 5 ਵਜੇ ਨਿਤਨੇਮ ਮੁੱਕ ਗਿਆ, ਉਸ ਤੋਂ ਬਾਅਦ ਰਹਿਰਾਸ ਤੱਕ ਵਿੱਚ ਵਿਚਾਲੇ ਦਾ ਕੁਝ ਵੀ ਨਹੀਂ ਹੈ। ਸੋ ਇਸ ਤਰ੍ਹਾਂ ਦੀ ਕੋਈ ਗੁਰਮਤ ਸਾਨੂੰ ਨਹੀਂ ਸੀ ਦਰਸਾਈ। ਪੰਚਾਹਰੋ ਪੰਚਾਹਰ ਨਿੰਦ ਲਿਓ, ਕਹਿੰਦੇ ਮੈਂ ਉਹਨਾਂ ਦੀ ਨਿੰਦਿਆ ਕਰਨੀ ਸਿੱਖ ਲਈ, ਹੁਣ ਮੈਂ ਉਹਨਾਂ ਨੂੰ ਨਿੰਦ ਦਿੰਦਾ ਜਿਹੜੇ ਵਿਕਾਰ। ਪੰਚਮ ਪਾਤਸ਼ਾਹ ਦੇ ਬਾਰੇ ਭੱਟ ਜੀ ਦੱਸ ਰਹੇ ਨੇ, ਉਹਨਾਂ ਨੇ ਆਪ ਨਹੀਂ ਲਿਖੀ ਇਹ ਗੱਲ,
ਸਵਈਏ ਮਹੱਲੇ ਪੰਜਵੇਂ ਕੇ ਕਲ ਭੱਟ ਜੀ ਕਹਿੰਦੇ ਆ ਵੀ ਪੰਚਮ ਪਾਤਸ਼ਾਹ ਦੀ ਸਿਫਤ ਕੀ ਹੈ। ਉਹਨਾਂ ਨੇ ਇਸ ਜਾਮੇ 'ਚ ਆ ਕੇ ਆਪਣੇ ਜਿਹੜੇ ਪੰਚ ਸੀਗੇ, ਜਿਹੜੇ ਉਹਨਾਂ ਨੂੰ ਪੰਜ ਵਿਕਾਰ ਮੰਨੇ ਜਾਂਦੇ ਆ ਬਾਕੀ ਮਤਾਂ 'ਚ, ਉਹਨਾਂ ਦੀ ਨਿੰਦਿਆ ਉਹਨਾਂ ਨੇ ਕੀਤੀ। ਉਸ ਤੋਂ ਬਾਅਦ ਕੀ ਹੁੰਦਾ, ਜਦੋਂ ਅਸੀਂ ਪੰਜ ਦੇ ਵਸ 'ਚ ਨਹੀਂ ਹੈ, ਇੱਥੇ ਪੰਜ ਖਾਸ ਕਰਕੇ ਲਿਖਿਆ ਪਰ ਹਰੇਕ ਜਗ੍ਹਾ ਇਹਦਾ ਅਰਥ 5 ਨਹੀਂ ਹੁੰਦਾ, ਪੰਜ ਦਾ ਸ਼ਬਦ 5th ਹੁੰਦਾ। ਸੁਨ ਸਹਿਜ ਨਿਜ ਕਰ ਸਹਾਰਿਓ, ਸੁੰਨ ਹੋ ਕੇ ਫਿਰ ਸਹਿਜ ਹੁੰਨੇ। ਯੋਗੀ ਇੱਕੇ ਗੱਲ ਕਹੀ ਜਾਂਦੇ ਵੀ ਅਸੀਂ ਸੁੰਨ ਸਮਾਧ ਹੁੰਨੇ ਆ, ਇੱਥੇ ਸੁੰਨ ਨਾਲ ਸਹਿਜ ਲੱਗਿਆ ਹੋਇਆ। ਜਿਹੜਾ ਸੁੰਨ ਹੋਊਗਾ, ਜਿਹਦਾ ਮਨ ਸੁੰਨ ਹੋਊਗਾ, ਜਿਹੜਾ ਮਨ ਵਿਗੜਿਆ ਸੀ ਜਿਹੜਾ ਸੁਧਰ ਜਾਂਦਾ, ਉਹ ਸੁੰਨ ਹੋ ਜਾਂਦਾ, ਚੁੱਪ ਹੋ ਜਾਂਦਾ, ਨਾਲ ਇਹ ਪੂਰਨ ਬ੍ਰਹਮ ਹੋ ਜਾਂਦਾ। ਫਿਰ ਸਹਿਜ ਕਹਿਣ ਦਾ ਭਾਵ ਗਿਆਨ ਪਦਾਰਥ ਲੈ ਕੇ ਜਿਹੜੇ ਮੁਕਤ ਪਦਾਰਥ ਮਿਲ ਜਾਂਦਾ, ਸਹਿਜ ਅਵਸਥਾ ਉਹ ਹੈ। ਨਿਜ ਘਰੀ, ਆਪਣੇ ਘਰ ਵਿੱਚ ਮੈਨੂੰ ਹੁਣ ਸਹਾਰਾ ਮਿਲ ਗਿਆ। ਹੁਣ ਮੈਨੂੰ ਨਾਨਕ ਬੱਧਾ ਘਰ ਤਾਂ ਜਿੱਥੇ ਮਿਰਤ ਨਾ ਜਨਮ ਜਰਾ, ਉੱਥੇ ਮੈਨੂੰ ਸਹਾਰਾ ਮਿਲ ਗਿਆ। ਪੰਚੇ ਭਾਵੇਂ ਦਰਗਹਿ ਮਾਨ ਹੋ ਗਈ ਅਵਸਥਾ, ਇਹਦਾ ਇਸ਼ਾਰਾ ਇੱਥੇ ਮਿਲ ਰਿਹਾ। ਹੁਣ ਆਪਾਂ ਇਹ 5 ਦੀ ਸੈਂਸ 'ਚ ਆਉਂਦਾ, ਪੰਚ ਹੈ, ਪੰਚ ਦਾ ਤਾਂ ਆਪਾਂ ਕੀਤਾ। ਇਹ ਜਿਹੜਾ ਸ਼ਲੋਕ ਹੈ ਕਬੀਰ ਜੀ ਦਾ ਅਗਲਾ, ਪਾਂਚੋ ਲੜਕਾ ਜਾ ਰੱਖਿਆ। ਹੁਣ ਇਹ ਨਹੀਂ ਪਤਾ ਲੱਗਦਾ ਵੀ ਇੱਥੇ ਗਲਤੀ ਹੋਈ ਹੈ ਲਿਖਣ 'ਚ, ਕਿਉਂਕਿ ਇਹੀ ਸ਼ਲੋਕ ਆਪਾਂ ਅਖੀਰ 'ਚ ਪੜਾਂਗੇ, ਉੱਥੇ ਲੜਕੇ ਲਿਖਿਆ, ਇਹਨਾਂ ਨੂੰ ਮੇਲ ਦੱਸਿਆ ਹੋਇਆ। ਕਹਿਣ ਦਾ ਭਾਵ ਇਹ ਹੈ, ਰਹੇ ਰਾਮ ਲਿਵ ਲਾਗ, ਜਦੋਂ ਤੱਕ ਮਨ 'ਚੋਂ ਇਹ ਵਿਕਾਰ ਨਹੀਂ ਹਟਦੇ। ਪੰਚੋ ਜਿਹੜੇ ਮੰਨੇ ਹੋਏ ਆ ਬਾਕੀ ਮੱਤਾਂ ਦੇ, ਅਸੀਂ ਤਾਂ ਉਹਨਾਂ ਤੋਂ ਵੀ ਵੱਧ ਮੰਨੇ ਹੋਏ ਆ। ਜੇ ਉਹਨਾਂ ਨੂੰ ਵੀ ਉਪਦੇਸ਼ ਦਈਏ, ਉਹ ਕਹਿੰਦੇ ਅਸੀਂ ਪੰਜ ਮੰਨਦੇ ਆ, ਕਹਿੰਦੇ ਉਸ ਤੋਂ ਪਹਿਲਾਂ ਅੱਲਾ ਨਾਲ ਜਾਂ ਰਾਮ ਨਾਲ ਲਿਵੇ ਨਹੀਂ ਲੱਗਦੀ। ਇਹ ਰਾਮ ਸ਼ਬਦ ਕੋਈ ਕਾਮਨ ਹੈ, ਅੱਲਾ ਨਾਲ ਵੀ ਰਾਮ ਅੱਲਾ ਸਾਡੇ ਵਾਸਤੇ ਸੇਮ ਹੈ, ਅੱਲਾ ਰਾਮ ਕੇ ਪਿੰਡ ਪ੍ਰਾਣ, ਉਹਦੇ ਨਾਲ ਲਿਵੇ ਨਹੀਂ ਲੱਗ ਸਕਦੀ। ਉਹ ਜਿਹੜੀਆਂ ਸੋਚਣਾ ਹੋਵੇਗੀਆਂ ਉਹ ਇੱਥੇ ਹੀ ਫੇਲ ਹੁੰਦੀਆਂ ਮੱਤਾਂ, ਉਹ ਸੋਚੀਆਂ ਹੋਈਆਂ। ਮਨ ਜਿਹੜਾ ਹੈਗਾ ਉਹਦੇ ਲੜਕੇ ਜਾਲ ਕੇ ਉਹ ਆਪਣੇ ਜਿਹੜੇ ਪੰਜ ਵਿਕਾਰ ਹੈ ਜਾਲਣੇ ਆ, ਉਹ ਬਿਲਕੁਲ ਉਹ ਬ੍ਰਹਮਗਨ 'ਚ ਜਲਦੇ ਨੇ। ਜੇ ਮੁੱਖ ਪੰਚੋ ਅੰਮ੍ਰਿਤ ਖਾਏ, ਇਹ ਹੈਗਾ ਵੀ 5 ਤਰ੍ਹਾਂ ਦੇ ਅੰਮ੍ਰਿਤ, ਦੁੱਧ ਹੈ, ਕੁਛ ਹੋਰ ਮੰਨੇ ਹੋਏ ਆ ਮੱਤਾਂ ਨੇ। ਉਹ ਕਹਿੰਦੇ ਤਿਤ ਮੁਖ ਦੇਖਤ ਲੂਕਟ ਲਾਏ। ਕਬੀਰ ਜੀ ਕਹਿੰਦੇ ਵੀ ਮੈਂ ਦੇਖਿਆ ਵੀ ਉਹ ਜਿਉਂਦੇ ਜੀ ਤਾਂ ਅੰਮ੍ਰਿਤ ਉਹਨੂੰ ਕਹਿੰਦਾ ਸੀ ਖਾਂਦਾ, ਅਸੀਂ ਵੀ ਜਿਹੜੀ ਪੌਲ ਨੂੰ ਅੰਮ੍ਰਿਤ ਕਹੀ ਜਾਂਦੇ। ਅੰਮ੍ਰਿਤ ਜੋ ਹੈ ਬਾਹਰਲੇ ਸਰੀਰ ਨੇ ਜੋ ਖਾਣਾ, ਉਹਦੇ ਕੁਛ ਅੰਮ੍ਰਿਤ ਹੈ ਪਰ ਉਹਨਾਂ ਦੀ ਵਿਸ਼ਟਾ ਬਣਦੀ ਹੈ। ਪੰਚੋ ਅੰਮ੍ਰਿਤ ਖਾਏ ਤਿਤ ਮੁਖ ਦੇਖਤ, ਮੈਂ ਆਪ ਦੇਖਿਆ ਕਹਿੰਦੇ ਵੀ ਉਹਨਾਂ ਦੇ ਲੂਕਟ ਲਾਏ। ਕਹਿਣ ਦਾ ਮਤਲਬ ਕਿਸੇ ਉਸ ਮੱਤ ਦੀ ਗੱਲ ਹੈ ਜਿਨ੍ਹਾਂ ਦੇ ਮੁਰਦੇ ਸਾੜੇ ਜਾਂਦੇ ਨੇ। ਕਹਿੰਦੇ ਮੈਂ ਉਹਨਾਂ ਨੂੰ ਸੜਦੇ ਦੇਖੇ, ਫਾਇਦਾ ਕੀ ਹੋਇਆ, ਤੁਸੀਂ ਮੁਕਤ ਨਹੀਂ ਹੋਏ, ਇਹ ਕਹਿਣਾ ਚਾਹੁੰਦੇ। ਦੁਬਾਰਾ ਤੁਸੀਂ ਫੇਰ ਜਨਮ ਮਰਨ ਦੇ ਚੱਕਰ 'ਚ ਆਓਗੇ। ਇੱਥੇ ਦੁਬਾਰਾ ਉਹ ਕਹਿੰਦੇ ਆ 83 ਸ਼ਲੋਕ 'ਚ, ਪੰਚੋ ਲੜਕੇ ਮਾਰ ਕੇ, ਇਹ ਲੜਦੇ ਆ ਮੇਰੇ ਨਾਲ, ਇਹਨਾਂ ਨੂੰ, ਇਹ ਲੜਾਕਿਆਂ ਨੂੰ ਮਾਰ ਕੇ, ਜਿਹੜੇ ਮਨ ਨਾਲ ਮੈਨੂੰ ਤੰਗ ਕਰਦੇ ਸੀ, ਮਨ ਮੇਰੇ ਨਾਲ ਲੜਦਾ ਸੀ, ਇਹਨਾਂ ਕਰਕੇ ਇਹਨਾਂ ਨੂੰ ਮਾਰਿਆ। ਰਹੇ ਰਾਮ ਲਿਵ ਲਾਏ, ਇਸ ਤਰ੍ਹਾਂ ਰਾਮ ਨਾਲ ਲਿਵ ਲੱਗਦੀ ਹੈ, ਚਾਹੇ ਅੱਲਾ ਨਾਲ ਕਹਿ ਲਓ, ਚਾਹੇ ਗੋਬਿੰਦ ਨਾਲ ਕਹਿ ਲਓ, ਪਰ ਵਾਹਿਗੁਰੂ ਸ਼ਬਦ ਜਿਹੜਾ ਉਹ ਰਾਮ ਦਾ ਲਿਖਾਇਕ ਨਹੀਂ ਹੈ। ਜੇ ਕਿਸੇ ਨੂੰ ਭੁਲੇਖਾ ਹੋਵੇ, ਉਹ ਅਗਲੀ ਅਵਸਥਾ ਹੈ। ਸਾਡਾ ਪਹਿਲਾ ਵਾਸਤਾ ਹੀ ਰਾਮ ਨਾਲ ਹੈ। ਜਦੋਂ ਖਾਲਸਾ ਦਸਮ ਪਾਤਸ਼ਾਹ ਨੇ ਵਾਹਿਗੁਰੂ ਜੀ ਕਾ ਖਾਲਸਾ ਤਾਂ ਕਿਹਾ ਕਿਉਂਕਿ ਉਹ ਇਸ ਰਾਮ ਅਵਸਥਾ ਤੋਂ ਉੱਪਰ ਹੈ, ਉਹਨੇ ਤਾਂ ਰਾਮ ਅਵਤਾਰ ਲਿਖਿਆ, ਜੋ ਰਾਮ ਦੀ ਅਸਲੀਅਤ ਹੈ ਸਾਰੀ ਸਾਨੂੰ ਨਿਰਾਕਾਰੀ ਰਾਮ ਦੀ ਵੀ ਦੱਸੀ ਹੈ, ਜੋ ਰਾਮ ਚੰਦਰ ਹੈ ਉਹਨਾਂ ਦੀ ਵੀ ਦੱਸੀ ਹੈ। ਹੁਣ ਇਹ 5 ਲਈ ਇਹ ਤਾਂ ਆਪਣਾ ਹੀ ਅੱਖਰ ਹੈ, ਪਰ ਇਹ ਹੋਰ ਕਿਤੇ ਨਹੀਂ ਮਿਲਦਾ ਇਸ ਫਾਰਮ 'ਚ। 5 ਸਿਆਰੀ ਨਾਲ ਲਿਖਣਾ ਪਏਗਾ। ਨਿਵਾਜਾਂ, ਕਿਉਂਕਿ ਮੁਸਲਮਾਨਾਂ ਦੀਆਂ 5 ਨਿਵਾਜਾਂ ਗਿਣੀਆਂ ਹੋਈਆਂ 1 2 3 4 5 ਹੈ ਇਹ। ਵਕਤ 5 ਉਹਨਾਂ ਦੇ 5 ਡਿਫਰੈਂਟ ਟਾਈਮਸ ਹੈ, ਪੰਜਾਂ ਪੰਜੇ 9, 5 ਡਿਫਰੈਂਟ ਉਹਨਾਂ ਦੇ 9 ਵੀ ਲਿਖੇ ਹੋਏ ਆ। ਪੰਜਵੇਂ ਪੰਜੇ ਇਕਤ ਮੁਕਾਮ ਹੈ। ਇੱਕ ਆਪਾਂ ਕਹਾਣੀ ਬਣਾਈ ਹੋਈ ਹੈ, ਇਹਦਾ ਮੈਂ ਵਿਸਤਾਰ ਵੀ ਕਰਾਂਗਾ ਅੱਗੇ। ਜਿਹੜੀ ਵੀ ਗੁਰੂ ਨਾਨਕ ਸਾਹਿਬ ਪੜ੍ਹਦੇ ਨਹੀਂ ਸੀ ਨਮਾਜ਼, ਕਹੇ ਸੀ ਕਿਤੇ, ਕਹਿੰਦੇ ਸੁਲਤਾਨਪੁਰ ਲੋਧੀ, ਉਹ ਕਹਿੰਦੇ ਵੀ ਆਹ ਤਰੀਕਾ ਹੈ, 5ਵੀਂ ਨਮਾਜ਼ ਜਿਹੜੀ ਹੈ ਉਹਦੇ ਪੰਜੇ ਇਕਤ ਮੁਕਾਮ ਹੈ। ਅੱਜ ਇਹਨੂੰ ਤੁਸੀਂ ਕਾਮ ਕਰੋ ਲੋ, 5 ਗਿਆਨ ਇੰਦਰੀ ਆ ਜਿਹੜੇ, ਇਹ ਇਹਨਾਂ ਕਰਕੇ ਕਾਮ ਕਰੋ ਲੋ ਮੋਹ ਹੰਕਾਰ, ਇਹਨਾਂ ਨੂੰ ਹਿਰਦੇ 'ਚ ਲਿਆ, ਆਪਣੇ ਮਨ ਨੂੰ। ਜਿਹੜੀਆਂ ਸੁਰਤ ਹੈ ਉਹ 5 ਨਾਲ ਜੁੜੀ ਹੋਈ ਹੈ, ਉਹ ਸੁਰਤ ਹਿਰਦੇ 'ਚ ਆਵੇ, ਇਕਤ ਮੁਕਾਮੇ ਆ ਜਾਵੇ। ਇਹ 5 ਵਕਤ ਤੇਰੇ ਅਪਰੰਪਰਾ, ਫੇਰ ਤੇਰੇ ਪੰਜੇ ਵਕਤ ਜਿਹੜੇ ਆ ਤੂੰ 5 ਨਮਾਜ਼ਾਂ ਪੜ੍ਹੀਆਂ, ਉਹ ਸਮੇਂ ਤੈਨੂੰ ਇੰਨਾ ਕੁ ਹੈਗਾ ਕਿ
ਉਸ ਸਮੇਂ ਤੋਂ ਜੁੜਿਆ ਹੋਇਆ ਸੀ। ਪਰ ਇਹ ਲਗਾਤਾਰ ਜੁੜਨਾ ਜਿਹੜਾ ਹੈਗਾ ਉਹ ਗੁਰਮਤਿ 'ਚ ਹੀ ਹੈ। ਉਹਨਾਂ ਨੂੰ ਇਹ ਦੱਸਿਆ ਵੀ ਜੇ ਸੁਰਤ ਇੱਕ ਵਾਰ ਅੰਦਰ ਆ ਜਾਂਦੀ ਫਿਰ ਬਾਹਰ ਨਹੀਂ ਜਾਂਦੀ ਹੁੰਦੀ, ਫਿਰ ਨਮਾਜ਼ ਹੀ ਰਹਿੰਦੀ ਹੈ। ਉਹ ਸੋਚਦੇ ਆ ਵੀ 5 ਵਕਤ ਕਰ ਲਏ ਤਾਂ ਕੰਮ ਸਰ ਗਿਆ, ਜਿਵੇਂ ਅਸੀਂ ਉਹਨਾਂ ਦੇ ਟਿਊਨ ਤੇ ਅਸੀਂ ਆਪਣਾ ਨਿਤਨੇਮ ਬਣਾ ਲਿਆ। ਇਹ ਗੱਲ ਨਹੀਂ ਹੈ ਭਾਈ। ਰਾਜ ਮਾਲ ਰੂਪ ਜੋ ਜਾਤ ਜੋਬਨ ਪੰਜੇ ਠੱਗ, ਇਹ 5 ਹੈ, ਦੇਖੋ ਗਿਣ ਲਓ, ਇਹ 5th ਨਹੀਂ ਹੈ, 5 ਹੈ। ਰਾਜ ਇੱਕ ਹੈ, ਮਾਲ 2 ਹੈ, ਰੂਪ ਹੈ, ਜਾਤ ਹੈ, ਜੋਬਨ। ਸੋ ਇਹ 5 ਔਰ 5 ਦਾ ਫਰਕ ਹੈ। ਇੱਥੇ ਮੈਨੂੰ ਜੋ ਖੋਜੀ ਮੈਨੂੰ ਸਮਝ ਹੈ ਕਿ ਇੱਥੇ ਜਿਹੜਾ ਸ਼ਬਦ ਅਸੀਂ ਪੜ੍ਹਦੇ ਹਾਂ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਇਹਦੀ ਜਗ੍ਹਾ ਪੰਚੇ ਚਾਹੀਦਾ, ਕਿਉਂਕਿ ਜੱਜਾ ਜੋ ਹੈ ਉਹ ਚੱਚੇ ਦੀ ਸ਼ੇਪ 'ਚ ਫਰਕ ਨਹੀਂ ਹੈ ਬਹੁਤਾ, ਇਹਨਾਂ ਜੁੜਿਆ ਨਹੀਂ ਕਿਸੇ ਤੋਂ, ਉਹ ਜਾਂ ਕਿਸੇ ਨੂੰ ਪੜ੍ਹਨ 'ਚ ਗਲਤੀ ਹੋ ਗਈ, ਉਹ ਪੰਚੇ ਲਿਖਣਾ ਚਾਹੀਦਾ, ਉੱਥੇ ਪੰਜੇ ਲਿਖਤਾ, ਕਿਉਂਕਿ 5 ਗਿਣਤੀ ਹੈ। ਪੰਚੇ ਬੱਧੇ ਜਿਹੜੇ ਹੈ ਉਹ ਸਾਰੇ ਵਿਕਾਰ ਹੈ, ਉਹ ਹੈ ਮਹਾਬਲੀ। ਥੱਲੇ ਵੀ ਸੋਈ ਸਤਿਗੁਰ ਪੁਰਖ ਹੈ ਜਿਨ ਪੰਚੇ ਚਾਹੀਦਾ ਦੂਤ, ਕਿਉਂਕਿ 5 ਦੂਤ ਨਹੀਂ ਹੈ, ਗੁਰਮਤਿ ਨੇ ਬਹੁਤੇ ਮੰਨੇ ਹੋਏ ਹੈ, ਉਹ ਪੰਚੇ ਹੈ। ਉਹ ਕੀਤੇ ਵਸ ਛਿੱਕੇ, ਇਸ ਗੱਲ ਦੀ ਵਿਚਾਰ ਹੋਣੀ ਚਾਹੀਦੀ ਹੈ ਕਿ 5 ਹੋਣਾ ਚਾਹੀਦਾ ਕਿ 5 ਹੋਣਾ ਚਾਹੀਦਾ। ਹੁਣ ਆਪਾਂ ਸ਼ਬਦ ਆ ਕੀਤਾ ਸੀ ਹੁਣੇ, ਪੰਜਵੇਂ ਪੰਜੇ ਇਕਤ ਮੁਕਾਮੇ, ਜਿਹੜੇ ਗਿਆਨ ਇੰਦਰ ਹੈ ਉਹ ਸੁਰਤ ਹਿਰਦੇ 'ਚ ਚਾਹੀਦੀ ਹੈ। ਇਹ 5 ਵਕਤ, ਇਹ ਜਿਹੜੇ 5 ਵਕਤ ਨੂੰ ਮੰਨੇ ਆ, ਜੇ ਹਰੇਕ ਨਿਵਾਜ 'ਚ ਤੇਰਾ ਆਹ ਹੋਵੇ, ਪਰ ਇਹ 5ਵੀਂ ਤੋਂ ਉਪਦੇਸ਼ ਦਿੰਨੇ ਆ ਕਿਉਂਕਿ ਅਖੀਰੀ ਹੈ ਤੇਰੇ ਅਪਰ ਪਰਾ, ਇਹਦੇ ਨਾਲ ਤੂੰ ਅਪਰ ਪਰਾ ਨਾਲ ਜੁੜ ਸਕਦਾ, ਇਹਦੇ ਨਾਲ ਤੇਰੀ ਅਵਸਥਾ ਮਾਇਆ ਤੋਂ ਉੱਪਰ ਹੋ ਸਕਦੀ ਹੈ। ਇਸ ਤਰ੍ਹਾਂ ਹੀ ਲਿਖਿਆ ਹੋਇਆ ਹੈਗਾ ਗੁਰੂ ਨਾਨਕ ਜੀ ਨੇ। 5ਵੇਂ ਕਹਿਣ ਦਾ ਮਤਲਬ 5th, ਖਾਣ ਪੀਣ ਕੀ ਸੁੱਧ, ਐਵੇਂ ਉਹ 1 2 3 4 5 ਗਿਣਿਆ ਹੋਇਆ, ਉੱਪਰ ਵੀ 5ਵੇਂ ਦਾ ਮਤਲਬ 5 ਹੈ, 5th ਨਹੀਂ ਹੈ। ਇਸ ਤਰ੍ਹਾਂ ਆਪਾਂ ਨੂੰ ਸਮਝਾਇਆ ਹੋਇਆ, ਜਿਵੇਂ ਆਪਾਂ ਗਿਣਤੀ ਚੱਲਦੀ ਹੈ, ਜਦੋਂ 5 ਆਏਗਾ ਉਹ 5th ਲਈ ਹੈ, ਜਦ 5ਵੇਂ ਆਏਗਾ ਤਾਂ 5 ਲਈ ਆਏਗਾ। ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਿਆ ਕਰਨੇ ਨਾਹੀ ਸੁਮਾਰ, ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ ਹੈ ਕਿ ਜੋ ਪਿੱਛੇ ਲਿਖਿਆ ਹੈ ਉਹ ਕੀ ਸੀ, ਤੇ ਕਰਤੇ ਦੇ ਜਿਹੜੇ ਸ਼ੁਮਾਰ ਹੈ ਉਹਨਾਂ ਦਾ ਆਪਣੇ ਕੋਲ ਅਖੀਰ ਨਹੀਂ ਹੈ। ਹੁਣ ਆਪਾਂ ਦੂਆ ਪੜਾਵ ਜਿਹੜਾ ਹੈਗਾ ਇਸ ਪੌੜੀ ਦਾ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁਝੈ ਹੋਵੇ ਸਚਿਆਰ। ਇਹ ਬੁਝਾਰਤ ਹੈ, ਇਹਨੂੰ ਬੁੱਝਣਾ ਹੈ ਵੀ ਧੌਲ ਧਰਮ ਹੈ ਕੀ। ਜਿਨ੍ਹਾਂ ਨੇ ਨਹੀਂ ਬੁੱਝਿਆ ਉਹਨਾਂ ਨੇ ਧੌਲ ਧਰਮ ਨੂੰ ਧਵਲਾ ਮੰਨ ਲਿਆ, ਕੁਛ ਧਵਲੇ ਉੱਪਰ ਕੀਤਾ ਭਾਰ। ਇਹ ਪੁਰਾਣਾ ਚੋਂ ਗੱਲ ਆਈ ਹੋਈ ਹੈ, ਇਹ ਵੇਦ ਦੀ ਗੱਲ ਨਹੀਂ ਹੈ। ਵੇਦ ਤਾਂ ਸਚਿਆਰ ਤੱਕ ਆਪਣਾ ਕਮੈਂਟ ਦੇ ਚੁੱਕਿਆ, ਇਹ ਹੁਣ ਪੁਰਾਣਾ ਦੀ ਗੱਲ ਹੋ ਰਹੀ ਹੈ। ਧਰਤੀ ਹੋਰ ਪਰੈ ਹੋਰ, ਇਹ ਸਵਾਲ ਪੁੱਛ ਲਿਆ ਵੀ ਕੁਛ ਪੁਰਾਣਾ 'ਚ ਲਿਖਿਆ ਹੋਇਆ, ਕਿਉਂਕਿ ਪੁਰਾਣ ਜਿਹੜੇ ਆ ਉਹ ਧਰਤੀ ਦੀ ਰਚਨਾ ਬਾਰੇ ਦੱਸਦੇ ਆ, ਆਪਾਂ ਡਿਸਕਸ ਕਰ ਲਾਂਗੇ ਇਹ ਵੀ। ਤੇ ਇਸ ਤੇ ਭਾਰਤ ਲੈ ਕਮਜ਼ੋਰ ਵੀ ਉਹ ਦੱਸਣ ਵੀ ਜੇ ਉਹਨਾਂ ਨੇ ਮੰਨਿਆ ਹੋਇਆ, ਕੀ ਮੰਨਿਆ ਹੋਇਆ ਹੈਗਾ। ਸੁਣੀਏ ਧਰਤ ਧਵਲ ਆਕਾਸ਼, ਇਹ ਤਾਂ ਗੁਰਮਤਿ ਹੈ ਕਿ ਇੱਕ ਧਵਲ ਆਕਾਸ਼ ਹੁੰਦਾ, ਧਵਲ ਆਕਾਸ਼ ਚੋਂ ਧੌਲ ਧਰਮ ਪੈਦਾ ਹੁੰਦਾ। ਪਰ ਪਦ ਅਰਥ ਕਰਨ ਵੇਲੇ ਧਵਲ ਦੇ ਅਰਥ ਬੁਲਦ ਕੀਤੇ ਹੋਏ ਨੇ ਸਾਹਿਬ ਸਿੰਘ ਜੀ ਨੇ, ਧਰਤੀ ਦਾ ਆਸਰਾ। ਬਲਦ ਪਤਾ ਨਹੀਂ ਕਿਵੇਂ ਹੋਣਗੇ, ਧਵਲ ਦੇ ਹਮੇਸ਼ਾ ਅਰਥ ਸਫੇਦ ਹੁੰਦੇ, ਧੌਲ ਧਰਮ ਦੇ ਅਰਥ ਵੀ ਸਫੇਦ, ਜਾਂ ਜਿਹੜਾ ਚਿੜਾਕਾਸ਼ ਚੋਂ ਸ਼ਬਦ ਆਉਂਦਾ ਉਹਨੂੰ ਕਹਿੰਦੇ ਆ। ਪਰ ਇਹਨਾਂ ਨੇ ਪਤਾ ਨਹੀਂ ਕਿਵੇਂ ਬਲਦ ਕੀਤੇ ਨੇ। ਧਰਮ ਦਇਆ ਚੋਂ ਪੈਦਾ ਹੁੰਦਾ ਹੈ, ਪਰ ਅੱਗੇ ਇਹਨਾਂ ਨੂੰ ਪਤਾ ਹੈ। ਪਦਾਰਥਿਕ ਸ਼ਲੋਕ ਹੈ ਫਰੀਦ ਜੀ ਦਾ, ਕਾਲੀ ਜੀ ਨੇ ਰਾਵਿਆ, ਉੱਥੇ ਕਹਿੰਦੇ ਜਦੋਂ ਕੇਸ ਕਾਲੇ ਸਨ, ਕਾਲੇ ਕੇਸਾਂ ਦੇ ਹੁੰਦੇ ਆ ਤੇ ਮਾਣਿਆ ਧੌਲੀ ਨੂੰ ਸਮਝਦੇ ਆ। ਇਹ ਨਹੀਂ ਵੀ ਅੱਖਰ ਨਹੀਂ ਇਹਨਾਂ ਨੂੰ ਪਤਾ। ਇੱਥੇ ਧਵਲ ਦੇ ਅਰਥ ਬਲਦ ਕਿਉਂ ਕਰਦੇ ਆ, ਕਿਉਂਕਿ ਧਵਲ ਨਾਲ ਆਕਾਸ਼ ਜੁੜਿਆ ਹੋਇਆ, ਧਵਲ ਨਾਲ ਧੌਲ ਨਾਲ, ਜਾਂ ਧਵਲ ਕਹਿ ਲਓ ਧੌਲ ਕਹਿ ਲਓ, ਉਹਦੇ ਨਾਲ ਧਰਮ ਜੁੜਿਆ ਹੋਇਆ, ਦੋਹਾਂ ਤੇ ਔਂਕੜ ਹੈ। ਸੋ ਇਹ ਤਾਂ ਆਪਸ 'ਚ ਇੱਕ ਦੂਏ ਦੇ ਐਡਜੈਕਟਿਵ ਹੈ। ਫਿਰ ਇੱਥੇ ਅਰਥ ਕਰਨ 'ਚ ਉਕਾਈ ਕਿਉਂ ਹੈ? ਇਹ ਉਕਾਈ ਲਈ ਆਪਾਂ ਪਹਿਲਾਂ ਤਾਂ ਧੌਲ ਸ਼ਬਦ ਦੇਖਦੇ ਹਾਂ। ਇਹ ਹਮੇਸ਼ਾ ਚਿੱਟਾ, ਔਰ ਆ ਇਹਦੀਆਂ ਫਾਰਮਸ ਹੈ, ਧੌਲ ਜਾਂ ਧਵਲ, ਹਮੇਸ਼ਾ ਹੀ ਇਹ ਚਿੱਟੇ ਦੀ ਸੈਂਸ 'ਚ ਆਏਗਾ, ਸਫੇਦ ਦੀ ਸੈਂਸ 'ਚ ਆਏਗਾ। ਉਹਨੂੰ ਸੁਪੇਦ ਲਿਖਿਆ ਹੋਇਆ ਗੁਰਬਾਣੀ 'ਚ, ਤੇ ਕਾਂਸੀ ਨਾਭਾ ਜੀ ਨੇ ਲਿਖਿਆ ਹੋਇਆ ਚਿੱਟਾ ਸਫੇਦ ਸੰਗਿਆ, ਚਿੱਟਾ ਬੈਲ ਪੁਰਾਣਾ ਅਨੁਸਾਰ ਬੈਲ।
ਇਹਦਾ ਮਤਲਬ ਸਾਹਿਬ ਸਿੰਘ ਜੀ ਨੂੰ ਅਜੇ ਪੁਰਾਣਾ ਦਾ ਹੀ ਔਰ ਵੇਦ ਮਤ ਦਾ ਫਰਕ ਨਹੀਂ ਪਤਾ, ਜਿਸਨੇ ਪ੍ਰਥਮੀ ਚੁੱਕੀ ਹੋਈ ਹੈ। ਇਹਨਾਂ ਦੀ ਉਹ ਡਿਟੇਲ ਪੜਾਂਗੇ ਆਪਾਂ ਆਪਣਾ ਕਾਹਨ ਸਿੰਘ ਨਾਭਾ ਜੀ ਦੀ ਤੋਂ ਬਾਅਦ। ਧੌਲ ਧਰਮ ਦਇਆ ਕਾ ਪੂਤ। ਹੁਣ ਦਇਆ ਕਰਨ ਵਾਲੀ ਹਸਤੀ ਕੌਣ ਹੈ? ਧੌਲਾ ਧਰਮ ਜਿਹਨੂੰ ਅਸੀਂ ਮੰਨਿਆ ਹੋਇਆ ਹੈ, ਉਸ ਦੇ ਬਾਰੇ ਥੋੜਾ ਵਿਸਤਾਰ ਕਰ ਲਈਏ। ਨਿਰਭਉ ਸਦਾ ਦਇਆਲ ਹੈ। ਨਿਰਭਉ ਕੌਣ ਹੈ? ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ। ਉਹ ਜਿਹੜੇ ਪੰਚੇ ਨੇ ਉਹ ਨਿਰਭਉ ਨੇ। ਕੱਲਾ ਕੱਲਾ ਨਿਰਭਉ ਹੈ, ਪੰਚੇ ਦੀ ਸੈਂਸ ਵੀ ਉਹ ਨਿਰਭਉ ਹੈ। ਪੰਚੇ ਭਾਵੇਂ ਦਰਗਾਹ ਮਨ, ਇਸ ਦਾ ਭਾਵ ਇਹ ਹੈ ਕਿ ਜਿਹੜੇ ਨਿਰਭਉ ਹਨ ਉਹ ਦਰਗਾਹ ਵਾਲੇ ਸਾਡੇ ਤੇ ਦਇਆ ਕਰ ਰਹੇ ਨੇ। ਉਹਨਾਂ ਨੇ ਧਰਮ ਪੈਦਾ ਕੀਤਾ ਜੋ ਵੇਦ ਧਰਮ ਹੈ। ਉਹ ਸਦਾ ਦਿਆਲ ਰਹਿੰਦੇ ਨੇ। ਦੇਖੋ, ਕੋਈ ਸਦਾ ਦਿਆਲ ਨਹੀਂ ਰਹਿ ਸਕਦਾ, ਉਹ ਤਾਂ ਸੌਂਦੇ ਹੀ ਨਹੀਂ ਕਦੇ। ਹਮੇਸ਼ਾ ਹੀ ਉਹ ਜੀਵਾਂ ਦੀ ਕਿੰਨੇ ਵਰਪੰਡਾਂ ਦੀ ਰਚਨਾ ਹੋਈ ਹੈ, ਕਿਸੇ ਨੂੰ ਪਤਾ? ਸਾਰਿਆਂ ਦੀ ਉਹ ਸਾਰ ਕਰਦੇ, ਸਭਨਾ ਕਰਦਾ ਸਾਰ। ਇਹ ਪਾਰ ਬ੍ਰਹਮ ਹੈ। ਇਹ ਇੱਥੋਂ ਬਹੁਤ ਕਲੀਅਰ ਹੁੰਦਾ ਹੈ ਵੀ ਇਹ ਜਿਹੜੀ ਮੱਤ ਹੈ, ਇਹ ਵੇਦ ਮੱਤ ਹੈ, ਇਹ ਸਿੱਧੀ ਸੱਚਖੰਡ ਦੀ ਮੱਤ ਹੈ। ਉਹੀ ਦਇਆ ਕਾ ਪੂਤ, ਉਹਨਾਂ ਨੇ ਧਰਮ ਪੈਦਾ ਕੀਤਾ ਜਿਹੜਾ ਦਇਆ ਚੋਂ ਪੈਦਾ ਹੁੰਦਾ। ਜਿਹੜਾ ਧੌਲ ਧਰਮ ਹੁੰਦਾ ਹੈ ਉਹ ਇੱਕੇ ਧਰਮ ਹੈ ਸ੍ਰਿਸ਼ਟੀ 'ਚ, ਬਾਕੀ ਦਾ ਮੱਤਾਂ। ਉਹਦੀ ਗੱਲ ਹੋ ਰਹੀ ਹੈ। ਹੋਂ ਗੁਰ ਸਰਨਾਈ ਢਹਿ ਪਵਾਂ, ਕਰੀ ਦਇਆ ਮੇਲੇ ਪ੍ਰਭ ਸੋਏ। ਪਹਿਲਾਂ ਮੈਂ ਇਹ ਗੱਲ ਸਮਝਣੀ ਹੈ ਕਿ ਮੈਨੂੰ ਕੋਈ ਗਿਆਨ ਦੇਣ ਵਾਲਾ ਮਿਲ ਜਾਵੇ, ਉਸ ਤੋਂ ਬਾਅਦ ਮੈਂ ਉਹ ਗਿਆਨ ਲੈ ਕੇ ਆਪਣੇ ਮੂਲ ਦੀ ਸ਼ਰਨ ਢਹਿ ਪਵਾਂ। ਮਨ ਦੀ ਗੱਲ ਹੈ। ਜਦੋਂ ਮਨ ਢਹਿ ਜਾਂਦਾ ਹੈ ਫਿਰ ਪਹਿਲਾਂ ਤਾਂ ਮੂਲ ਜਿਹੜਾ ਉਹ ਦਇਆ ਕਰ ਰਿਹਾ ਮੇਰੇ ਤੇ, ਕਿਉਂਕਿ ਉਹ ਤਾਂ ਪਿੱਛੇ ਜੁੜਿਆ ਹੋਇਆ ਨਿਰਭਉ ਨਾਲ। ਮੇਰਾ ਮੂਲ ਜੁੜਿਆ ਹੋਇਆ, ਮਨ ਨਹੀਂ ਉਹਦੇ ਨਾਲ ਜੁੜਿਆ ਹੋਇਆ। ਜਦੋਂ ਮਨ ਮੂਲ ਨਾਲ ਜੁੜ ਗਿਆ, ਉਹ ਵੀ ਦਇਆ ਨਾਲ ਕਰੀ ਦਇਆ ਮੇਲੇ ਪ੍ਰਭ ਸੋਏ, ਮੇਰੇ ਤੇ ਦਇਆ ਕਰੀ ਹੈ। ਅਸੀਂ ਬਹੁਤ ਵਾਰੀ ਸ਼ਬਦ ਨੂੰ ਕਰ ਦਇਆ ਸਮਝਦੇ ਹਾਂ ਵੀ ਮੈਂ ਕਰੂੰਗਾ ਕਿਸੇ ਤੇ ਦਇਆ। ਮੇਰੇ ਤੇ ਤਾਂ ਦਇਆ ਹੋਈ ਹੈ। ਕਰੀ ਦਇਆ ਕਿਹਨੇ ਕੀਤੀ ਹੈ? ਮੇਰੇ ਮੂਲ ਨੇ। ਮੇਲੇ ਪ੍ਰਭ ਸੋਏ, ਪ੍ਰਭ ਨਾਲ ਮੇਲੇ ਹੋ ਗਏ। ਜਿਹਨੇ ਮੇਲੇ ਹੋ ਗਏ ਉਹ ਫਿਰ ਅੱਗੇ ਪੰਚ ਪ੍ਰਵਾਨ ਹੋ ਗਿਆ, ਪੰਚ ਪ੍ਰਧਾਨ ਹੋ ਜਾਂਦਾ। ਸੂਖ ਸਹਿਜ ਦਇਆ ਕਾ ਪੋਤਾ। ਹੁਣ ਆਪਾਂ ਪੋਤਾ ਸਮਝਣ ਦੀ ਲੋੜ ਹੈ। ਇੱਕ ਤਾਂ ਆਪਣਾ ਰਿਸ਼ਤਾ ਹੁੰਦਾ, ਉਹਨੂੰ ਪੋਤਰਾ ਕਹਿੰਦੇ ਆ ਵੈਸੇ। ਇੱਥੇ ਪੋਤਾ ਹੁੰਦਾ ਜਿਹੜਾ ਕਿ ਆਪਾਂ ਕਿਸੇ ਚੀਜ਼ ਤੇ ਪੋਤਾ ਲਾਈਦਾ, ਵਾਈਟ ਵਾਸ਼ ਕਰੀਦੀ ਹੈ ਜਾਂ ਕੋਈ ਲੇਅਰ ਚਾੜੀ ਦੀ ਹੈ। ਉਹ ਕਹਿੰਦੇ ਜਿਹੜੇ ਸਹਿਜ ਅਵਸਥਾ 'ਚ ਹੋਏ ਆ, ਸੁਖ ਸਾਗਰ 'ਚ ਹੈ, ਉਹਨਾਂ ਦੇ ਉੱਪਰ ਦਇਆ ਦਾ ਪੋਤਾ ਚੜਿਆ ਹੋਇਆ। ਕਹਿਣ ਦਾ ਭਾਵ ਜਿੰਨੇ ਭਗਤ ਹੈ, ਜਿੰਨੇ ਭਗਤ ਆਏ ਹੈ ਇੱਥੇ, ਉਹਨਾਂ ਪਰ ਇੱਕ ਦਇਆ ਦਾ ਪੋਤਾ ਧੌਲ ਧਰਮ ਦਇਆ ਕੇ ਪੂਤ ਤੋਂ ਚੜਿਆ ਹੋਇਆ। ਉਹਦਾ ਲਿਖਣ ਦਾ ਇਹ ਭਾਵ ਹੈ ਵੀ ਉਹ ਕਿਸੇ ਪਰ ਅਸਰ ਵੀ ਕਰ ਰਿਹਾ, ਭਗਤਾਂ ਤੇ ਕੀਤਾ। ਤਾਂ ਹੀ ਅਗਲੀ ਪੰਕਤੀ ਕਹਿੰਦੇ ਹਰੀ ਭਗਤਾਂ ਹਵਾਲੇ ਹੋਤਾ। ਕਿਹਨਾਂ ਪਰ ਉਹ ਪੋਤਾ ਚੜ੍ਹਦਾ ਇੱਥੇ? ਜਿਹੜੇ ਪੰਜ ਪ੍ਰਵਾਨ ਹੋ ਗਏ, ਪੰਜ ਪ੍ਰਧਾਨ ਹੋ ਗਏ, ਜਿਹੜੇ ਦਰਗਾਹ ਤੱਕ ਚਲੇ ਗਏ, ਉਹਨਾਂ ਤੇ ਇਹ ਦਇਆ ਕਾ ਪੋਤਾ, ਦਇਆ ਦੀ ਲੇਅਰ ਚੜ੍ਹ ਜਾਂਦੀ ਹੈ ਫਿਰ ਉੱਪਰ। ਇਹ ਭਗਤਾਂ ਦੀ ਵਡਿਆਈ ਹੈ। ਕਿਸੇ ਗੁਰੂ ਦੇ ਨਹੀਂ ਇਹ ਕੰਮ ਹੁੰਦਾ। ਭਵ ਸਾਗਰ ਦੀ ਗੱਲ ਹੋ ਰਹੀ ਹੈ। ਭਵ ਸਾਗਰ 'ਚ ਗੁਰੂ ਤਾਂ ਸਭ ਤੋਂ ਛੋਟੀ ਹਸਤੀ ਹੁੰਦੀ ਹੈ, ਕਿਉਂਕਿ ਉਹ ਆਪਣੇ ਆਪ ਨੂੰ ਕਰਤਾ ਮੰਨੀ ਬੈਠਾ। ਉਹ ਤੋਂ ਵੱਡਾ ਹਉਮੈ ਖੋਰ ਤਾਂ ਕੋਈ ਨਹੀਂ ਹੈ। ਸਭ ਤੋਂ ਉੱਚੀ ਅਵਸਥਾ ਭਗਤਾਂ ਦੀ ਹੈ। ਪਰ ਇਹ ਬੜੇ ਅਫਸੋਸ ਦੀ ਗੱਲ ਹੈ ਵੀ ਭਗਤ ਰਵਿਦਾਸ ਜੀ ਲਿਖਿਆ ਸੀ। ਅੱਜ ਕੱਲ੍ਹ ਉਹ ਸੰਸਥਾ ਵਾਲੇ ਰੌਲਾ ਪਾਉਂਦੇ ਆ ਵੀ ਉਹਨਾਂ ਨੂੰ ਗੁਰੂ ਰਵਿਦਾਸ ਕਹੋ। ਉਹਨਾਂ ਨੂੰ ਨਹੀਂ ਪਤਾ ਕਿ ਗੁਰੂ ਸ਼ਬਦ ਛੋਟਾ ਹੈ। ਅਸੀਂ ਵੀ ਅਣਜਾਣਪਣੇ ਵਿੱਚ ਗੁਰੂ ਕਹੀ ਜਾਂਦੇ ਹਾਂ। ਪੰਚਮ ਪਾਤਸ਼ਾਹ ਨੂੰ ਭਗਤਾਂ ਦੀ ਵਡਿਆਈ ਕਰਨ ਦੀ ਕੀ ਲੋੜ ਹੈ ਜੇ ਗੁਰੂਆਂ ਕੋਲ ਇਹ ਹੁੰਦਾ? ਉਹ ਕਹਿੰਦੇ ਕਿਸੇ ਗੁਰੂ ਕਿਸੇ ਸੰਤ ਸਾਧ ਕੋਲ ਨਹੀਂ ਹੈ, ਹਰੀ ਦੇ ਭਗਤ ਕੋਲ ਹੈ। ਸਿਰਫ ਦੋ ਤਰ੍ਹਾਂ ਦੇ ਭਗਤ ਹੈ, ਇੱਕ ਹਰ ਕੇ ਸੰਤ ਹੈ, ਇੱਕ ਬਾਨਾਰਸ ਕੇ ਠੱਗ ਹੁੰਦੇ ਆ। ਬਾਨਾਰਸ ਕੇ ਠੱਗਾਂ ਕੋਲ ਨਹੀਂ ਗਿਆ, ਉਹ ਸਿਰਫ ਹਰੀ ਕੇ ਭਗਤਾਂ ਦੇ ਕੋਲ ਉਹ ਉਹਨਾਂ ਦੇ ਹਵਾਲੇ ਹੋਇਆ ਉਹ ਗਿਆਨ। ਉਹ ਗਿਆਨ ਨਹੀਂ ਹੈ। ਹੋਰ ਧੌਲ ਧਰਮ ਦਇਆ ਕਾ ਪੂਤ ਹੈ ਕੀ? ਹੁਣ ਹੁਕਮ ਦੀ ਗੱਲ ਕਰੀਏ। ਸੰਤੋਖ ਥਾਪ ਰੱਖਿਆ ਜਿਨ ਸੂਤ, ਹੁਕਮ ਸਾਜ ਹੀ ਹੁਕਮਾਂ ਵਿੱਚ ਰੱਖਿਆ। ਇਹ ਨਿਰਭਉ ਹੈ ਸਾਰੇ, ਜਿਹੜੇ ਪਾਰ ਬ੍ਰਹਮ ਹੈ। ਨਾਨਕ ਸੱਚਾ ਆਪ, ਜਿਹਨੇ ਸਾਜਿਆ ਉਹ ਤਾਂ ਆਪ ਸੱਚਾ, ਉਹਨੇ ਹੀ ਗਾਹਾਂ ਫਿਰ ਹੁਕਮ ਸਾਜਿਆ ਔਰ ਉਹ ਸਾਰਿਆਂ ਨੂੰ ਹੁਕਮ 'ਚ ਰੱਖ ਰਿਹਾ। ਉਹ ਹੈਗਾ ਜਿਹੜਾ ਧੌਲ ਧਰਮ। ਜਿਹੜਾ ਧੌਲ ਧਰਮ ਆਪਾਂ ਕਹਿੰਦੇ ਹਾਂ, ਜਿਹੜਾ ਪਾਰ ਬ੍ਰਹਮ ਦੀ ਅਵਸਥਾ ਹੈਗੀ ਹੈ, ਜਿਹੜੇ ਬਿਨਾਂ ਕਿਸੇ ਭਰਮ ਤੋਂ ਹੈ, ਪੂਰਨ ਬ੍ਰਹਮ ਹੈ। ਉਹਨਾਂ ਨੇ ਜੋ ਗਿਆਨ ਭੇਜਿਆ, ਉਹੀ ਗਿਆਨ ਨੇ ਸਾਰੀ ਸ੍ਰਿਸ਼ਟੀ ਸਾਜੀ ਸੀ। ਉਹੀ ਗਿਆਨ ਹੁਣ ਸ੍ਰਿਸ਼ਟੀ ਨੂੰ ਚਲਾ ਰਿਹਾ।
ਆਵਣ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ਼ੂ ਢੋਰ। ਬੜੀ ਸਪਸ਼ਟ ਗੱਲ ਹੈ, ਜਿਹੜੇ ਸ੍ਰਿਸ਼ਟੀ 'ਚ ਆ ਕੇ ਜੀਵ ਹੁਕਮ ਨਹੀਂ ਬੁੱਝਦੇ ਉਹਨਾਂ ਨੂੰ ਪਸ਼ੂ ਢੋਰ ਕਿਹਾ ਹੋਇਆ। ਕਹਿਣ ਦਾ ਭਾਵ ਇੱਕ ਤਾਂ ਸੰਗਲ ਨਾਲ ਬੰਨਿਆ ਹੁੰਦਾ ਪਸ਼ੂ, ਇੱਕ ਖੁੱਲ੍ਹਾ ਛੱਡਿਆ ਹੁੰਦਾ ਅਵਾਰਾ। ਅਵਾਰਾ ਪਸ਼ੂ ਦੀ ਉਹਨਾਂ ਨੂੰ ਡਿਗਰੀ ਦਿੱਤੀ ਹੋਈ ਹੈ ਗੁਰਬਾਣੀ ਨੇ। ਜਿਹੜੇ ਜੀਵ ਸਿੱਖਾਂ ਪਰ ਤਾਂ ਬਹੁਤ ਇਹ ਗੱਲ ਜ਼ਿਆਦਾ ਪ੍ਰੈਸ਼ਰ ਪਾਉਣੀ ਚਾਹੀਦੀ ਹੈ, ਕਿਉਂਕਿ ਅਸੀਂ ਤਾਂ ਇਹ ਗੱਲ ਪੜ੍ਹੀ ਹੋਈ ਹੈ, ਬਾਕੀਆਂ ਨੂੰ ਤਾਂ ਦੱਸਿਆ ਹੀ ਨਹੀਂ। ਜਿੰਨੇ ਸ੍ਰਿਸ਼ਟੀ 'ਚ ਆਏ ਹੈ ਜੀਵ ਬਿਨ ਬੂਝੇ ਤੁਹਾਡਾ ਕਰਤੂਤ ਪਸ਼ੂ ਕੀ ਮਾਨਸ ਜਾਤ। ਉਹ ਪਸ਼ੂਆਂ ਵਾਲੇ ਆਪਾਂ ਨੂੰ ਗਾਹਾਂ ਜਿਹੇ ਜਿਹੇ ਪਸ਼ੂ ਵਾਲੇ ਗੁਣ ਆਪਾਂ ਹੁਣ ਧਾਰਾਂਗੇ। ਪਸ਼ੂ ਦਾ ਮਤਲਬ ਹੁੰਦਾ ਪੇਟ ਭਰਿਓ ਪਸ਼ੂਆ ਜੂ ਸੋਇਓ, ਸਿਰਫ ਰੋਟੀ ਖਾਧੀ ਹੈ। ਕਹਿਣ ਦਾ ਮਤਲਬ ਚੌਣੇ ਵਾਂਗੂ ਚਰਿਆ ਹੈ ਤੇ ਹੋਰ ਕੁਝ ਨਹੀਂ ਕੀਤਾ। ਉਹਨਾਂ ਨੂੰ ਪਸ਼ੂ ਢੋਰ ਕਿਹਾ ਗੁਰਬਾਣੀ ਨੇ। ਉਹ ਪਸ਼ੂ ਵੀ ਐਵੇਂ ਚਰਦੇ, ਉਹ ਵੀ ਐਵੇਂ ਚਰਦੇ ਆ। ਜਿਨ੍ਹਾਂ ਨੇ ਆਤਮ ਗਿਆਨ ਨਹੀਂ ਲਿਆ ਉਹ ਸਭ ਪਸ਼ੂ ਢੋਰ ਹੈ। ਮਨ ਕੀ ਮਤ ਤਿਆਗੋ ਹਰੀਜਨ। ਹਰੀਜਨਾਂ ਨੂੰ ਕਿਹਾ ਮਨ ਦੀ ਮਤ ਹੁੰਦੀ ਹੈ ਇੱਕ, ਇਹ ਤਿਆਗੋ। ਹੁਕਮ ਬੂਝ ਸੁਖ ਪਾਈ ਰੇ, ਉਸ ਤੋਂ ਬਾਅਦ ਹੁਕਮ ਬੁੱਝਿਆ ਜਾਂਦਾ। ਜੇ ਕਿਸੇ ਨੇ ਮਨ ਦੀ ਮਤ ਤਿਆਗੀ ਹੁੰਦੀ ਤਾਂ ਉਹਨਾਂ ਕੋਲੇ ਹੁਕਮ ਦੀ ਗੱਲ ਹੁੰਦੀ। ਆਪਣੇ ਤਾਂ ਪਹਿਲੀ ਪੌੜੀ ਚੋਂ ਸ਼ੁਰੂ ਹੋ ਜਾਂਦਾ ਸੋਚਿਆ ਸੋਚ ਨਾ ਹੋਵੇ। ਜਿਨ੍ਹਾਂ ਨੇ ਸੋਚੀਆਂ ਹੋਈਆਂ ਮੱਤਾਂ ਬਣਾ ਕੇ ਗਾਹਾਂ ਚਲਾਈਆਂ ਉਹ ਮਨ ਕੀ ਮਤ ਤਿਆਗ ਹੀ ਨਹੀਂ ਸਕਦੇ। ਉਹਨਾਂ ਕੋਲ ਬੇਦ ਮਤ ਵਾਲਾ ਸ਼ਬਦ ਹੈ ਹੀ ਨਹੀਂ। ਜਿਨ੍ਹਾਂ ਨੇ ਹੁਕਮ ਬੁੱਝ ਲਿਆ ਸੁਖ ਪਾਈ ਰੇ, ਉਹੀ ਸੁਖ ਸਾਗਰ 'ਚ ਹੈ, ਉਹਨਾਂ ਕੋਲੇ ਸ਼ਬਦ ਹੈ। ਹੁਕਮ ਬੂਝ ਪਰਮ ਪਦ ਪਾਈ। ਇਹ ਪਰਮ ਪਦ ਕੀ ਹੈ? ਪਰਮ ਪਦ ਹੈਗਾ ਚਾਰ ਪਦਾਰਥ ਸਭੇ ਥੋਕ ਪ੍ਰਾਪਤੀ। ਹੁਕਮੇ ਹੋਇਆ ਹੁਕਮ ਬੂਝ ਸਮਾਈ। ਜੀਵ ਨੂੰ ਦੱਸਿਆ ਭਗਤ ਕਬੀਰ ਜੀ ਨੇ ਵੀ ਤੂੰ ਹੁਕਮ 'ਚ ਪੈਦਾ ਹੋਇਆ ਸੀ, ਹੁਕਮ ਨੂੰ ਬੁੱਝ ਲਾ। ਜਦੋਂ ਅਸੁਰ ਹੋ ਗਿਆ ਸੀ ਤਾਂ ਇੱਥੇ ਆ ਗਿਆ ਭਵਸਾਗਰ 'ਚ, ਹੁਣ ਸੁਰ 'ਚ ਆ ਜਾ ਤਾਂ ਹੁਕਮ ਨੂੰ ਬੁੱਝ ਲਾ, ਹੁਕਮ 'ਚ ਸਮਾ ਜਾਏਗਾ। ਦੋਏ ਸਾਡੇ ਕੋਲ ਅਵਸਥਾਵਾਂ, ਜਾਂ ਭਵਸਾਗਰ ਹੈ ਸੁਖ ਸਾਗਰ ਹੈ। ਸੁਖ ਸਾਗਰ ਵਿੱਚ ਇੱਕ ਯੁੱਗ ਹੈ, ਭਵਸਾਗਰ ਵਿੱਚ 3 ਯੁੱਗ ਚੱਲਦੇ ਨੇ, ਤ੍ਰੇਤਾ, ਦੁਆਪਰ ਤੇ ਉਸ ਤੋਂ ਬਾਅਦ ਕਲਯੁੱਗ। ਕਲਯੁੱਗ ਵਿੱਚ ਹੁਕਮ ਬੁੱਝਣਾ, ਤ੍ਰੇਤੇ ਆਪਾਂ ਦੁਬਾਰਾ ਚਲੇ ਜਾਵਾਂਗੇ ਜੇ ਨਹੀਂ ਹੁਕਮ ਬੁੱਝਾਂਗੇ। ਜਿਹਨੇ ਹੁਕਮ ਬੁੱਝ ਲਿਆ ਉਹ ਸਿੱਧਾ ਸੁਖ ਸਾਗਰ ਜਾਏਗਾ ਜਾਂ ਸਤਯੁਗ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ। ਹੁਣ ਇਹ ਆਪਾਂ ਗੱਲਾਂ ਕਰ ਰਹੇ ਸੀ ਕਿ ਜਿਹੜੀਆਂ ਕਹਾਣੀਆਂ ਵੀ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੇ ਹੋਵੇ ਸਚਿਆਰ। ਹੁਣ ਉਹਨਾਂ ਦੀ ਗੱਲ ਵੀ ਜਿਹੜੇ ਬੁੱਝੇ ਨਹੀਂ ਸਕੇ ਉਹ ਸੁਚਿਆਰ ਆ, ਉਹਨਾਂ ਨੇ ਕੀ ਖੇਡ ਖੇਡੀ ਹੋਈ ਹੈ। ਈਵਨ ਇਹ ਗੱਲਾਂ ਤਾਂ ਇਸਲਾਮਿਕ ਵਰਲਡ 'ਚ ਮੰਨੀਆਂ ਹੋਈਆਂ। ਕਯੂਥਾ is a cosmic bull in medieval Islamic cosmography. It is said to carry on its back an angel. ਉਹਨਾਂ ਨੇ ਇੱਕ ਐਂਜਲ ਵੀ ਪਾਇਆ ਹੋਇਆ ਵਿੱਚ, who shoulders the earth. ਉਹ ਕਹਿੰਦੇ ਵੀ ਜਿਵੇਂ ਉਹ ਮੈਨੂੰ ਲੱਗਦਾ ਹਰਕੁਲੀਜ਼ ਦੇ ਗਲੋਬ ਉੱਪਰ ਪਿਆ, ਲਗਭਗ ਉਹੀ ਜੀ ਗੱਲ ਹੈ। ਐਂਡ ਰੌਕ ਪਲੇਟਫਾਰਮ upon which the angel stands, the bull is said to be standing on the giant fish. ਕੱਲੀ ਬੁੱਲ ਤੇ ਨਹੀਂ ਹੈ, ਥੱਲੇ ਜਾਇੰਟ ਫਿਸ਼ ਤੇ ਕਹਾਣੀ ਹੈ। ਉਹ ਜਿਹੜਾ ਜਾਇੰਟ ਫਿਸ਼ ਹੈ ਉਹ ਵਿਸ਼ਨੂੰ ਕਹਿੰਦਾ ਮੈਂ ਆ। ਬੁੱਲ ਤਾਂ ਸ਼ਿਵ ਜੀ ਦਾ ਮੰਨਿਆ ਹੋਇਆ। ਉਹ ਕਹਿੰਦੇ ਜਿਹੜੇ ਵਿਸ਼ਨੂੰ ਪੁਰਾਣ ਲਿਖਦੇ ਉਹ ਕਹਿੰਦੇ ਸ਼ਿਵ ਜੀ ਕੋਲ ਥੋੜ੍ਹਾ ਇੰਨੀ ਸ਼ਕਤੀ ਹੈ, ਸਾਡੇ ਕੋਲ ਸ਼ਕਤੀ ਹੈ। ਅਸੀਂ ਜੇ ਥੱਲੇ ਕੱਛੂ ਨਾ ਹੋਵੇ ਤੇ ਇਹ ਗੱਲ ਘੁੰਮ ਫਿਰ ਕੇ ਸਾਰਿਆਂ ਕੋਲੇ ਪਹੁੰਚੀ ਹੋਈ ਹੈ, ਪਤਾ ਨਹੀਂ ਕਿਉਂ। ਜਿਹੜੀ ਆਪਣਾ ਗਿਆਨ ਹੈ ਉਹ ਸਾਨੂੰ ਹੀ ਨਹੀਂ ਪਤਾ, ਅਸੀਂ ਹੋਰਾਂ ਨੂੰ ਕੀ ਦੱਸਾਂਗੇ। ਆ ਪੁਰਾਣ ਦੀ ਹਿਸਟਰੀ ਦੱਸੀ ਹੋਈ ਹੈ ਆਪਾਂ ਨੂੰ। ਜਿਹੜਾ ਪੁਰਾਣ ਦੀਆਂ ਗੱਲਾਂ ਹੋ ਰਹੀਆਂ ਨਾ, ਧਵਲੇ ਉੱਪਰ ਕੀਤਾ ਭਾਰ, ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਉਹ ਧੌਲ ਧਰਮ ਤਾਂ ਹੈਗਾ ਕਿ ਕੋਈ ਹੋਰ ਕੋਲੋਂ ਹੀ ਧਵਲ ਬਣਾ ਲਿਆ। ਇਹ ਹੈਗਾ ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ। ਪੁਰਾਣ ਦਾ ਜਿਹੜਾ ਵਿਸ਼ਾ ਵਸਤੂ ਹੈਗਾ ਉਹ ਹੁੰਦਾ ਪ੍ਰਾਚੀਨ ਪ੍ਰਸੰਗ ਹੈ, ਇਤਿਹਾਸਿਕ ਇਹ ਹੁੰਦਾ। ਉਹ ਬੰਦਾ ਉੱਥੇ ਪ੍ਰੈਜ਼ੈਂਟ ਨਹੀਂ ਸੀ, ਉਹ ਬੰਦਾ ਕਿਤੇ ਹੋਰ ਸੀਗਾ। ਸੋ ਉਹ ਜਿਹੜੀ ਗੱਲ ਹੈ ਇਹਦਾ ਆਪਾਂ ਵਿਸਤਾਰ ਹੋਰ ਵੀ ਕਰਾਂਗੇ। ਕਹਿੰਦੇ ਵੀ ਹੁੰਦਾ ਕੀ ਹੈ ਵੀ ਇੱਕ ਰਿਸ਼ੀ ਵਿਆਸ ਇਹਨਾਂ ਨੇ ਐਸਕੇਪ ਕੋਡ ਬਣਾਇਆ ਹੋਇਆ। ਜਿਹੜੀ ਰਚਨਾ ਦਾ ਕੋਈ ਰਚੈਤਾ ਨਹੀਂ ਲੱਭਦਾ। ਜਿੰਨੇ ਤਾਂ ਹੈਗੇ ਨੌਨ ਸਿੱਖ ਮਤਲਬ ਜਿਹੜੇ ਸਨਾਤਨ ਧਰਮ ਵਾਲੇ ਆ ਉਹ ਵੇਦ ਵਿਆਸ ਨੂੰ, ਜਾਂ ਸਿੱਖਾਂ ਨੂੰ ਕੋਈ ਰਾਈਟਰ ਨਾ ਲੱਭੇ ਉਹ ਕਹਿੰਦੇ ਨੇ ਭਾਈ ਗੁਰਦਾਸ ਜੀ। ਸਾਡੇ ਕੋਲ 5-6 ਭਾਈ ਗੁਰਦਾਸ ਹੋਲੇ, ਕਿਸੇ ਨੇ ਕੋਈ ਰਚਨਾ ਨਹੀਂ ਲਿਖੀ। ਅਸੀਂ ਉਹ ਨਾਂ ਵਰਤ ਰਹੇ ਹਾਂ, ਸਿਰਫ ਉਹਨਾਂ ਦਾ ਨਾਂ ਮਿਸਯੂਜ਼ ਕਰਕੇ ਜਾਂ ਕਹਿ ਦਿੰਦੇ ਆ ਭਾਈ ਮਨੀ ਸਿੰਘ ਜੀ ਦਾ ਟੀਕਾ। ਉਹਨਾਂ ਨੇ ਕੋਈ ਟੀਕਾ ਨਹੀਂ ਲਿਖਿਆ, ਬਸ ਇਹ ਬਾਅਦ ਤੋਂ ਬਾਅਦ ਬਲੈਕਮੇਲ ਕਰਨ ਲਈ ਹੈ। ਉਹ ਕਹਿੰਦੇ ਵੀ ਹੋਰ ਵਿਦਵਾਨ ਰਿਸ਼ੀ ਵਿਆਸ ਅਥਵਾ ਉਸ ਦੇ ਨਾਂ ਤੋਂ ਹੋਰ ਵਿਦਵਾਨ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮ ਗ੍ਰੰਥ, ਇਹਨਾਂ ਨੂੰ ਕਿਹਾ ਗੁਰੂ ਨਾਨਕ ਜੀ ਨੇ। ਅਗਲੀ ਪੌੜੀ 'ਚ ਆ ਜਾਣਾ ਆਪਾਂ ਨੂੰ। ਅਸੰਖ ਗ੍ਰੰਥ
ਉਹ ਕਹਿੰਦੇ ਅਸੰਖ ਗ੍ਰੰਥ ਕਿਵੇਂ ਬਣ ਗਏ? ਵੇਦ ਨੇ ਤਾਂ ਧੌਲ ਧਰਮ ਦੀ ਗੱਲ ਕੀਤੀ ਸੀ, ਇਹ ਇੰਨੀਆਂ ਕਹਾਣੀਆਂ ਕਹਾਂ ਕਿੱਥੋਂ ਬਣ ਗਈਆਂ? ਅਸੀਂ ਵੀ ਜੇ ਗ੍ਰੰਥ ਦੱਸਾਂਗੇ ਆਪਣੀ ਰਚਨਾ ਨੂੰ, ਤਾਂ ਸਾਡਾ ਵੀ ਗ੍ਰੰਥ 1 ਲੱਖ ਜੇ ਅਸੰਖ ਕਿਹਾ, ਇੱਕ ਅਸੰਖ ਇੱਕ ਹੋ ਜਾਊਗਾ। ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਜਿਹੜੇ ਗ੍ਰੰਥ ਦੱਸਦੇ ਆ। ਪੋਥੀ ਪਰਮੇਸ਼ਰ ਕਾ ਥਾਨ ਇਸ ਦਾ ਰਚਨਾ ਦਾ ਨਾਮ ਆ। ਜੇ ਕੋਈ ਬਦਲੇਗਾ ਉਹ ਜਵਾਬਦੇਹ ਹੋਏਗਾ। ਜਿਨ੍ਹਾਂ ਦੀ ਗਿਣਤੀ 18 ਹੈ ਅਤੇ ਸ਼ਲੋਕਾਂ ਦੀ ਗਿਣਤੀ 4 ਲੱਖ ਹੈ, ਇਹ ਉਹਨਾਂ ਨੇ ਦੱਸਿਆ ਹੋਇਆ। ਪਰ ਇਹ ਗੱਲ ਜਿਹੜੀ ਹੈਗੀ ਹੈ, ਇਹਦੇ ਵਿੱਚ ਉਹਨਾਂ ਨੇ 5 ਚੀਜ਼ਾਂ ਦੱਸਦੇ ਆ ਪੁਰਾਣਾ ਵਾਲੇ, ਚਾਹੇ 18 ਪੁਰਾਣਾ, ਇੱਕ ਉਹਦਾ ਸਟੈਂਡਰਡ ਹੈ। ਇੱਥੋਂ ਪਤਾ ਲੱਗਦਾ ਵੀ ਇਹ ਜੋ ਭਾਈ ਕਾਹਨ ਸਿੰਘ ਨੇ ਨਾਭਾ ਨੇ ਇਨਫੋਰਮੇਸ਼ਨ ਲਈ ਹੈ, ਇਹ ਇਨਫੋਰਮੇਸ਼ਨ ਇੰਟਰਨੈਟ 'ਤੇ ਅਵੇਲੇਬਲ ਹੈ। ਇਹਦਾ ਮਤਲਬ ਉਹਨਾਂ ਨੇ ਇੱਥੋਂ ਕੋਈ ਸੋਰਸ ਲੱਭਿਆ, ਉਹਨਾਂ ਦੀ ਆਪਣੀ ਖੋਜ ਨਹੀਂ ਲੱਗਦੀ, ਕਿਉਂਕਿ ਆਹੀ ਗੱਲਾਂ ਉਹਨਾਂ ਨੇ ਲਿਖੀਆਂ। ਦ ਕ੍ਰੀਏਸ਼ਨ ਆਫ ਯੂਨੀਵਰਸ, ਦ ਫੋਲੋਇੰਗ 5 ਕਰੈਕਟਰ, ਜਿਹੜੇ ਪੁਰਾਣ ਹੈ ਉਹਨਾਂ ਦੇ 5 ਗੁਣ ਦੱਸੇ ਹੋਏ ਹੈ, ਔਰ ਇਹ ਲਿਖੇ ਹੋਏ ਆ ਮਤਸਿਆ ਮਹਾਪੁਰਾਣ ਦੇ ਚੈਪਟਰ 53 'ਚ। ਕ੍ਰੀਏਸ਼ਨ ਆਫ ਯੂਨੀਵਰਸ ਬਾਰੇ ਦੱਸਣਾ ਚਾਹੀਦਾ ਕਹਿੰਦੇ ਪੁਰਾਣ ਨੂੰ, ਤਾਂ ਹੀ ਤਾਂ ਦੱਸਿਆ ਵੀ ਉਹ ਚੱਕ ਕੇ ਜੀ ਸਿੰਘ ਪਰ ਚੱਕੀ ਹੋਈ ਧਰਤੀ। ਇਟਸ ਜੈਨੋਲੋਜੀ ਐਂਡ ਡਿਸੋਲੂਸ਼ਨ, ਡਾਇਨੈਸਟੀਜ਼ ਬਾਰੇ ਦੱਸੇ ਵੀ ਜੀ ਰਾਮ ਤੋਂ ਕੀ ਹੋਇਆ, ਰਾਮ ਦੀ ਡਾਇਨੈਸਟੀ ਕੀ ਹੈ, ਕ੍ਰਿਸ਼ਨ ਦੀ ਕੀ ਹੈ। ਫਿਰ ਮਾਨਵ ਦੇ ਅਵਤਾਰ ਦੱਸੇ, ਤੇ ਇਹ ਸਾਰਾ ਕੁਝ ਮਿਲਾ ਕੇ ਪੁਰਾਣ ਹੈ। ਔਰ ਇਹਦੀ ਸਭ ਤੋਂ ਜਿਹੜੀ ਕਮੀ ਹੈ, ਦ 4 ਏਮ ਆਫ ਪੁਰਾਣ ਸਰ ਧਰਮ ਅਰਥ ਕਾਮ ਮੋਖ, ਕਹਿਣ ਦਾ ਭਾਵ ਵੇਦ ਤੋਂ ਤਾਂ ਕਿਤੇ ਥੱਲੇ ਰਚਨਾਵਾਂ ਇਹ, ਤਾਂ ਹੀ 4.5 ਪਦਾਰਥ ਇਹਨਾਂ ਨਾਲ ਨਹੀਂ ਮਿਲਦੇ। 4.5 ਪਦਾਰਥ ਇਹ ਨਹੀਂ ਹੈ, ਇਹਨਾਂ 'ਚ 2 ਹੀ ਹੈ ਜੋ ਗੁਰਮਤਿ ਨੇ ਮੰਨੇ ਹੋਏ। ਸੋ ਪੁਰਾਣ ਜੋ ਹਨ ਉਹਨਾਂ 'ਚੋਂ ਹੀ ਸਾਡੇ ਅਰਥ ਹੋਏ ਹੋਏ ਆ, ਚਾਹੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਕੀਤੇ ਹੋਣ, ਚਾਹੇ ਕਿਸੇ ਹੋਰ ਵਿਦਵਾਨ ਨੇ। ਹੁਣ ਆ ਪੁਰਾਣਾਂ ਦਾ ਜ਼ਿਕਰ ਕੀਤਾ ਹੋਇਆ ਹੈਗਾ ਭਗਤ ਨਾਮਦੇਵ ਜੀ ਨੇ, 3 ਕਥਾਵਾਂ ਉਹਨਾਂ ਨੇ ਪਾਈਆਂ। ਔਰ ਇਹਦੇ 'ਚ ਇੱਕ ਬੜੀ ਸਮਝਣ ਵਾਲੀ ਗੱਲ ਹੈ, ਪਾਂਡੇ ਤੁਮਰੀ ਗਾਇਤਰੀ, ਕਹਿੰਦੇ ਭਗਤਾਂ ਦੀ ਗਾਇਤਰੀ ਨਹੀਂ ਹੈ, ਤੁਹਾਡੀ ਹੈ ਭਾਈ। ਲੋਧੇ ਕਾ ਖੇਤ ਖਾਤੀ ਥੀ, ਉਹ ਹੁਣ ਹੈ ਨਹੀਂ। ਇਹ ਪੜ੍ਹ ਲਿਓ ਜਿਹਨੇ ਪੜ੍ਹਨਾ। ਇਹ ਪ੍ਰੋਫੈਸਰ ਸਾਹਿਬ ਸਿੰਘ ਨੇ ਵੀ ਕਾਫੀ ਡਿਟੇਲ ਲਿਖੀ ਹੋਈ ਹੈ। ਆਪਣੇ ਧੌਲ ਧਰਮ ਦਾ ਤਾਂ ਨਹੀਂ ਪਤਾ, ਪਰ ਇਹ ਕਹਾਣੀਆਂ ਦਾ ਇਹਨਾਂ ਨੂੰ ਬਹੁਤ ਡਿਟੇਲ 'ਚ ਪਤਾ। ਮਸਾਂ ਹੀ ਪੇਜ 'ਚ ਫਿੱਟ ਆਉਂਦੀਆਂ ਇਹ ਗੱਲਾਂ। ਦੂਸਰਾ ਐਗਜ਼ਾਮਪਲ ਉਹਨਾਂ ਨੇ ਕੀ ਦਿੱਤਾ ਹੈ, ਪਾਂਡੇ ਤੁਮਰਾ ਮਹਾਦੇਵ, ਧੌਲੇ ਬਲਦ, ਸਾਫ਼ ਲਿਖਿਆ ਧੌਲੇ ਬਲਦ ਤੇ, ਉੱਥੇ ਧੌਲ ਧਰਮ ਲਿਖਿਆ ਹੋਇਆ, ਇੱਥੇ ਧੌਲੇ ਬਲਦ ਤੇ ਲਿਖਿਆ ਹੋਇਆ। ਇਹਨਾਂ ਦੋਹਾਂ ਚੀਜ਼ਾਂ 'ਚ ਤਾਂ ਬਹੁਤ ਫਰਕ ਹੈ। ਚੜ੍ਹਿਆ ਆਵਤ ਦੇਖਿਆ ਥਾ, ਨਾਲੇ ਉਹ ਕਹਿੰਦੇ ਸੀਗਾ, ਹੁਣ ਨਹੀਂ ਹੈ ਉਹ। ਜਿਹੜੇ ਤੁਹਾਡੇ ਰਾਮਚੰਦਰ ਦੀ ਕਹਾਣੀ ਹੈ ਉਹ ਤਾਂ ਪਾਸਟ ਟੈਂਸ 'ਚ ਹੈ। ਜਿਹੜਾ ਗੁਰਮਤਿ ਦਾ ਰਾਮ ਹੈ, ਰੋਵੇ ਰਾਮ ਨਿਕਾਲਾ ਭਇਆ, ਉਹ ਤਾਂ ਰੋਵੇ, ਉਹ ਤਾਂ ਹੁਣ ਵੀ ਹੈਗਾ ਪ੍ਰੈਜ਼ੈਂਟ। ਉਹ ਸਾਰਾ ਸ਼ਬਦ ਪ੍ਰੈਜ਼ੈਂਟ ਕੰਟੀਨਿਊਸ 'ਚ ਹੈ। ਹੁਣ ਪਦ ਅਰਥ ਮਹਾਦੇਵ ਦੇ ਸ਼ਿਵ ਕੀਤੇ ਹੋਏ, ਯਾਰ ਕਿ ਮਹਾਦੇਵ ਤਾਂ ਕੋਈ ਮੇਰੇ ਵਰਗਾ ਵੀ ਕਹਿ ਸਕਦਾ ਮੈਂ ਮਹਾਦੇਵ ਹਾਂ, ਜਿਹਨੂੰ ਥੋੜ੍ਹਾ ਜਿਹਾ ਜ਼ਿਆਦਾ ਗਿਆਨ ਹੋ ਜਾਵੇ ਬਾਕੀਆਂ ਨਾਲੋਂ। ਸ਼ਿਵ ਤਾਂ ਨਿਰਾਕਾਰੀ ਹੈ। ਸ਼ਿਵ ਇਹ ਫਾਰਮ 'ਚ ਨਹੀਂ ਦਿਖਦਾ ਸਾਨੂੰ ਵੀ ਉਹਦਾ ਸਰੀਰ ਹੈ, ਉਹਨੇ ਹੱਥ 'ਚ ਕੁਝ ਚੱਕਿਆ ਹੋਇਆ। ਦੂਸਰੀ ਜਗ੍ਹਾ ਇਹਨਾਂ ਦਾ ਇੱਕ ਪਾਠੰਤਰ ਇਹਨਾਂ ਦਾ ਵੀ ਲਿਖਣ 'ਚ ਹੈ, ਧੌਲੇ ਦੀ ਜਗ੍ਹਾ ਮੌਲੇ ਲਿਖਿਆ ਹੋਇਆ, ਮੈਂ ਚੈੱਕ ਕਰ ਲਿਆ। ਧੌਲੇ ਚਾਹੀਦਾ ਚਿੱਟੇ, ਇਹਨਾਂ ਨੂੰ ਪਤਾ ਹੈ ਵੀ ਧੌਲਾ ਚਿੱਟਾ ਹੁੰਦਾ, ਪਰ ਜਾਣ ਕੇ ਧੌਲੇ ਦੇ ਜਦੋਂ ਧੌਲੇ ਉੱਪਰ ਆਉਂਦਾ, ਉੱਥੇ ਜਾਣ ਕੇ ਇਹਦੇ ਅਰਥ ਗਲਤ ਕਰਦੇ। ਇਹ ਕੰਸੈਪਟ ਇਹ ਹੋਰ ਹੈ। ਇੱਕ ਹੋਰ ਕੰਸੈਪਟ ਭਗਤ ਜੀ ਨੇ ਦੱਸਿਆ ਹੋਇਆ, ਪਾਂਡੇ ਤੁਮਰਾ ਰਾਮਚੰਦ, ਮਹਾਦੇਵ ਵੀ ਤੁਹਾਡਾ, ਗਾਇਤਰੀ ਵੀ ਤੁਹਾਡੀ, ਰਾਮਚੰਦ ਵੀ ਤੁਹਾਡਾ। ਭਗਤਾਂ ਨੇ ਇਹਨਾਂ 'ਚੋਂ ਇੱਕ ਨਹੀਂ ਮੰਨਿਆ, ਨਾ ਅਸੀਂ ਮੰਨਦੇ ਹਾਂ, ਕਿਉਂਕਿ ਅਸੀਂ ਉਹਨਾਂ ਦੀ ਮੱਤ 'ਤੇ ਹੀ ਚੱਲਾਂਗੇ। ਸੋ ਵੀ ਆਵਤ ਦੇਖਿਆ ਥਾ, ਜਿਹੜਾ ਸਾਡਾ ਰਾਮਚੰਦ ਜਿਹਨੂੰ ਗੁਰਬਾਣੀ ਨੇ ਸਭੈ ਘਟ ਰਾਮ ਬੋਲਿਆ, ਉਹ ਇਹ ਨਹੀਂ ਹੈ, ਉਹ ਅਲੱਗ ਹੈ। ਉਹ ਕਹਿੰਦੇ ਆ, ਕਾਹਨ ਸਿੰਘ ਮਤਲਬ ਸਾਹਿਬ ਸਿੰਘ ਜੀ ਦਾ ਨੋਟ ਹੈ, ਰਾਮਾਇਣ ਅਤੇ ਉੱਤਰ ਰਾਮ ਚਰਿੱਤਰ ਆਦਿ ਪੁਸਤਕਾਂ ਵਿੱਚ ਕਈ ਦੁਸ਼ਮਣਾਂ ਵੀ ਸ਼੍ਰੀ ਰਾਮਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ ਭਾਵ ਵਿੱਚ ਗਲੇਫੇ ਹੋਏ ਸਨ। ਬਾਲੀ ਨੂੰ ਛਿਪ ਕੇ ਮਾਰਨਾ, ਇੱਕ ਰਾਖਸ਼ਸਨੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢਣਾ ਇਤਿਆਦਿਕ, ਇਹ ਦੂਸ਼ਣ ਲਾ ਕੇ ਉਹਨਾਂ ਵਿੱਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ, ਇਹ ਇਹਨਾਂ ਦਾ ਸ਼ਬਦ ਹੈ। ਇਹ ਤੋਂ ਅਗਲੀ ਪੰਕਤੀ ਇਹ ਉਹਨਾਂ ਨੇ ਕਮੈਂਟ ਨੋਟ ਲਿਖਿਆ ਹੋਇਆ। ਸੋ ਇਹ ਤੋਂ ਅੱਗੇ ਹੁਣ ਆਪਾਂ ਪੁਰਾਣਾਂ ਦੀ ਜ਼ਿਕਰ ਕਰਦੇ ਹਾਂ। ਇਹ 10ਵੇਂ ਪਾਤਸ਼ਾਹ ਆਪਾਂ ਨੂੰ ਕੀ ਦੱਸਦੇ ਆ, ਉਹਨਾਂ ਨੇ ਲਿਖਿਆ ਹੋਏ ਹੈ 24 ਅਵਤਾਰ। 24 ਅਵਤਾਰਾਂ 'ਚੋਂ 21ਵਾਂ ਅਵਤਾਰ ਕ੍ਰਿਸ਼ਨ ਅਵਤਾਰ ਹੈ, 20ਵਾਂ ਰਾਮ ਅਵਤਾਰ ਹੈ। ਚੌਪਈ ਜੋ ਕ੍ਰਿਸ਼ਨ ਚਰਿੱਤਰ ਦਿਖਾਏ, 10ਮ ਬੀਚ, ਇਹ ਸਮਝ ਕੇ ਪੜ੍ਹਨਾ ਵਾਲਾ ਸ਼ਬਦ ਹੈ। ਸਭ ਭਾਗ ਸੁਣਾਏ, 11 ਸਹਿਸ 92 ਛੰਦਾ
ਕਹੇ ਦਸਮਪੁਰ ਬੈਠ ਆਨੰਦਾ। ਇਹਦਾ ਅਰਥ ਬਣਦਾ ਜਿਹੜੇ ਜਿਹੜੇ ਕੌਤਕ ਕ੍ਰਿਸ਼ਨ ਜੀ, ਜਿਹੜੇ ਸਾਡਾ ਕ੍ਰਿਸ਼ਨ ਨਹੀਂ ਉਹਨਾਂ ਦਾ ਕ੍ਰਿਸ਼ਨ, ਉਹ ਸਾਰੇ ਭਾਗਵਤ ਪੁਰਾਣ ਦੇ 10ਵੇਂ ਸਕੰਦ ਵਿੱਚ ਕਹੇ ਹੋਏ ਹਨ। ਉਸ ਨਾਲ ਸੰਬੰਧਿਤ 1192 ਛੰਦ ਆਨੰਦਪੁਰ ਸਾਹਿਬ ਵਿੱਚ ਬੈਠ ਕੇ ਕਹੇ ਹਨ, ਬਾਕੀ ਪੌਂਟਾ ਵਿੱਚ ਕਹਿ ਕੇ। ਇਹ ਸਾਡੇ ਫਾਇਦੇ ਲਈ, ਕਿਉਂਕਿ ਇਹ ਜਾਪ ਬਾਣੀ ਹੈ, ਤਾਂ ਕਿ ਅਸੀਂ ਕੱਲ ਨੂੰ ਕਿਸੇ ਨਾਲ ਡਿਸਕਸ਼ਨ ਕਰਨੀ ਹੋਵੇ ਸਾਨੂੰ ਗਿਆਨ ਹੋਵੇ ਕਿ ਕੀ ਹੈ 24 ਅਵਤਾਰ, ਜਿਨ੍ਹਾਂ ਦੇ ਬੇਸ ਤੇ ਕੋਈ ਧਰਮ ਖੜਾ ਹੈ। ਸਾਨੂੰ ਉਹ ਨੌਲੇਜ ਲੈਣ ਲਈ ਉਹਨਾਂ ਨੇ ਬੜਾ ਕਲੀਅਰਲੀ ਲਿਖਿਆ ਕਿ ਮੈਂ 1192 ਛੰਦ ਤਾਂ ਹੂ ਬਹੂ ਉਸ ਤਰ੍ਹਾਂ ਹੀ ਲਿਖੇ ਹੈ। ਬਾਕੀ ਕਿੰਨੇ ਛੰਦ ਹੈ ਉਹ ਆਪਾਂ ਇਹ ਤੋਂ ਬਾਅਦ ਦੇਖ ਲੈਂਦੇ ਹਾਂ। ਐਨੀ ਟ੍ਰਾਂਸਪੀਰੇਸੀ ਕਿਸੇ ਵੀ ਗ੍ਰੰਥ 'ਚ ਨਹੀਂ ਹੈ। ਦਸਮ ਨੂੰ ਗ੍ਰੰਥ ਲਿਖਿਆ ਦਸਮ ਪਾਤਸ਼ਾਹ ਨੇ, ਕਿਉਂਕਿ ਉਹ ਇੱਕ ਬ੍ਰਹਮ ਗਿਆਨੀ ਦੀ ਰਚਨਾ ਹੈ। ਜੇ ਇੱਕ ਨਾਲੋਂ ਵੱਧ ਦੀ ਰਚਨਾ ਹੋਵੇ ਉਹ ਗ੍ਰੰਥ ਨਹੀਂ ਰਹਿੰਦਾ, ਹੋ ਵੀ ਨਹੀਂ ਸਕਦੀ, ਕਿਉਂਕਿ ਕਿਸੇ ਵੀ ਜਿੰਨੇ ਅਵਤਾਰ ਮੰਨੇ ਹੋਏ ਹੈ ਉਹ ਇੱਕ ਦੂਸਰੇ ਨਾਲ ਖਹਿ ਕੇ ਚੱਲਦੇ ਸੀ। 35 ਭਗਤ ਜਿਹੜੇ ਹੈ ਉਹਨਾਂ ਦਾ ਚਾਹੇ ਪਹਿਰਾਵਾ ਅਲੱਗ-ਅਲੱਗ ਹੋ ਸਕਦਾ, ਖਾਣ ਪੀਣ ਵੀ ਅਲੱਗ-ਅਲੱਗ ਹੋ ਸਕਦਾ, ਪਰ ਬਾਣੀ 'ਚ ਇੱਕ ਸਾਰਤਾ ਹੈ, ਕਿਉਂਕਿ ਬਾਣੀ ਬੁਲਾਉਣ ਵਾਲਾ ਸ਼ਬਦ ਗੁਰੂ ਹੈ, ਉਹ ਤਾਂ ਸਿਰਫ ਵਿੱਚ ਇੱਕ ਬੋਲਣ ਵਾਲੇ ਹੈ। ਉਹ ਇੰਨੀ ਟ੍ਰਾਂਸਪੇਰੈਂਸੀ ਤੋਂ ਬਾਵਜੂਦ ਮੈਨੂੰ ਨਹੀਂ ਸਮਝਦਾ ਵੀ ਕਿਸੇ ਨੇ ਅੱਜ ਤੱਕ ਬਾਣੀ ਦਾ ਕੋਈ ਆਦਿ ਦਾ ਵੀ ਪੰਨਾ ਪੜ੍ਹਿਆ ਕਿ ਨਹੀਂ। ਆ ਪੁਰਾਣਾਂ ਦੀਆਂ ਕਥਾਵਾਂ ਦੇ ਸਿਰ ਤੇ ਸਾਡਾ ਧਰਮ ਕਿਵੇਂ ਚੱਲੇਗਾ? ਇਹਨਾਂ ਨੂੰ ਸਾਨੂੰ ਬਹੁਤ ਜ਼ਿਆਦਾ ਗਹਿਰੀ ਵਿਚਾਰ ਕਰਨੀ ਪਏਗੀ। ਜਿੰਨੇ ਹੋਰ ਕਨਸੈਪਟ ਹੈਗੇ ਆਪਾਂ ਉਹ ਦੇਖਦੇ ਹਾਂ। ਇੰਨੀ ਡੇਟ ਤੱਕ ਦਿੱਤੀ ਹੋਈ ਹੈ ਦਸਮ ਪਾਤਸ਼ਾਹ ਨੇ, ਜਿੱਥੇ ਚੌਪਈ ਰਚਨਾ ਉਹਨਾਂ ਨੇ ਫਿਨਿਸ਼ ਕੀਤੀ ਹੈ। ਕਹਿੰਦੇ ਸੰਮਤ 17 ਸਹਿਸ ਭਣੀਜੈ, 1700 ਸੰਮਤ ਕਹੋ, ਅਰਧ ਸਹਿਸ ਫੁਨ 3 ਕਹੀਜੈ, ਅਤੇ ਫਿਰ ਉਸ ਵਿੱਚ ਅੱਧਾ 150 ਅਤੇ 3 ਕਹੋ, ਅਰਥਾਤ 1753 ਬਿਕਰਮੀ। ਉਹਨਾਂ ਨੇ ਬਿਕਰਮੀ ਕੈਲੰਡਰ ਨੂੰ ਸਟੈਂਡਰਡ ਮੰਨਿਆ ਹੋਇਆ। ਭਾਦਰਵ ਸੁਦੀ ਅਸ਼ਟਮੀ ਰਵਾਰਾ, ਭਾਦੋ ਮਹੀਨੇ ਦੀ ਸੁਦੀ ਅਸ਼ਟਮੀ ਐਤਵਾਰ ਨੂੰ, ਨਾਲੇ ਤਾਂ ਮਹੀਨਾ ਦਾ ਨਾਮ ਦੇਤਾ, ਲੂਨਰ ਸੋਲਰ ਦੋਨੋਂ ਕਵਰ ਕਰਤੇ। ਤੀਰ ਸਤਰਦਵ ਗ੍ਰੰਥ ਸੁਧਾਰਾ, ਸਤਲੁਜ ਨਦੀ ਦੇ ਕੰਢੇ ਬੈਠ ਕੇ ਇਹ ਗ੍ਰੰਥ ਸੰਪੂਰਨ ਕੀਤਾ। ਆਪੇ ਕਹਿੰਦੇ ਉਹ ਗ੍ਰੰਥ, ਦਸਮ ਨੂੰ ਗ੍ਰੰਥ ਕਹਿੰਦੇ ਹੈ। ਜਦ ਆਪਾਂ ਕਹਿੰਦੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਪਹਿਲਾਂ ਤਾਂ ਦਸਮ ਪਾਤਸ਼ਾਹ ਦੀ ਇਹ ਪੰਕਤੀ ਨਹੀਂ ਹੈ। ਜੇ ਕੋਈ 1 in trillion ਚਾਂਸ ਮੰਨੂਗਾ ਫਿਰ ਉਹ ਦਸਮ ਗ੍ਰੰਥ ਵਾਸਤੇ ਕਿਹਾ, ਕਿਉਂਕਿ ਇਹਨੂੰ ਗ੍ਰੰਥ ਮੰਨਿਆ ਉਹਨਾਂ ਨੇ। ਦੂਸਰਾ ਤਾਂ ਪੋਥੀ ਪਰਮੇਸ਼ਰ ਕਥਾਨ ਜਾਣਦੇ ਹਾਂ। ਸੋ ਅਸੀਂ ਜੋ ਕੋਲੋਂ ਹੀ ਰਚਨਾਵਾਂ, ਅਸੀਂ ਤਾਂ ਪੁਰਾਣਾ ਤੋਂ ਵੀ ਥੱਲੇ ਵਾਲੀਆਂ ਰਚਨਾਵਾਂ ਲਿਖ ਕੇ ਕਿਸੇ ਹੋਰ ਦਾ ਨਾਂ ਵਰਤ ਕੇ ਕਦੇ ਦਸਮ ਪਾਤਸ਼ਾਹ ਕਹਿ ਦਿੰਦੇ ਆ, ਕਦੇ ਕਹਿੰਦੇ ਭਾਈ ਗੁਰਦਾਸ ਜੀ ਦੀ ਰਚਨਾ, ਉਹ ਪੂਰੀ ਰਚਨਾ 'ਚ ਕਿਸੇ ਦਾ ਨਾਂ ਨਹੀਂ ਹੈ। ਇਸ ਤਰ੍ਹਾਂ ਦੀਆਂ ਰਚਨਾ ਤਾਂ ਗੋਰਿਆਂ ਦੀਆਂ ਹੁੰਦੀਆਂ। ਤੁਸੀਂ ਉਹਨਾਂ ਦੀ ਪੋਇਟਰੀ ਪੜ੍ਹੋ, ਸ਼ੁਰੂ 'ਚ ਪੋਇਟ ਦਾ ਨਾਂ ਹੈ, ਸਾਰੀ ਪੋਇਟਰੀ 'ਚ ਨਾਂ ਨਹੀਂ ਹੁੰਦਾ। ਇਹ ਉਸ ਸਟਾਈਲ ਦੀਆਂ ਰਚਨਾਵਾਂ ਸਾਡੇ 'ਚ ਕਿਵੇਂ ਆ ਗਈਆਂ, ਇਹਦੇ ਬਾਰੇ ਸਾਨੂੰ ਵਿਚਾਰਨਾ ਪਊਗਾ। ਆਹ ਉਹ 10ਵਾਂ ਅਧਿਆਏ ਆ ਜਿਹਦੇ ਹੀ ਉਹ ਗੱਲ ਕਰਦੇ ਆ ਵੀ ਸਕੰਦ ਪੁਰਾਣ ਦਾ। ਇਹ ਤਾਂ ਆਪਾਂ ਤੁਸੀਂ ਪੜ੍ਹ ਲਿਓ। ਉਹ ਦੱਸਣਾ ਚਾਹੁੰਦੇ ਆ ਇਹ ਤਾਂ ਇੰਟਰਨੈਟ ਤੋਂ ਵੀ, ਟ੍ਰਾਂਸੈਂਡੈਂਟ ਜਿਹੜਾ ਕ੍ਰਿਸ਼ਨ ਅਵਤਾਰ ਹੈ, ਜਿਹੜਾ ਟ੍ਰਾਂਸੈਂਡੈਂਟ ਹੈ ਉਹ ਤਾਂ ਆਉਂਦਾ ਹੀ ਨਹੀਂ ਹੁੰਦਾ ਧਰਤੀ ਤੇ ਹੈ ਇੱਕ ਸਾਰੀ ਕ੍ਰਿਸ਼ਨ ਦੀ ਉਹ ਗੱਲ ਹੈ। ਜੋ ਵੀ 10ਵਾਂ ਅਧਿਆਏ ਹੈਗਾ ਇਹ ਕ੍ਰਿਸ਼ਨ ਬਾਰੇ ਹੀ ਹੈ। ਦਸਮ ਪਾਤਸ਼ਾਹ ਤਾਂ ਹੀ ਤਾਂ ਕਹਿ ਰਹੇ ਹਾਂ ਵੀ ਮੈਂ ਉੱਥੋਂ 1192 ਲਏ ਨੇ ਜਿਹੜੇ ਸ਼ਲੋਕ ਨੇ, ਜਾਂ ਜੋ ਵੀ ਉਹਨਾਂ ਦੀ ਰਚਨਾ ਦਾ ਜੋ ਸਟਾਈਲ ਸੀ, ਛੰਦ ਸੀ, ਉਹ ਮੈਂ ਲਏ ਹੈ। ਆਹ ਦੇਖੋ, ਇਹ ਕ੍ਰਿਸ਼ਨ ਅਵਤਾਰ ਹੈਵਿੰਗ 2492, ਕਹਿਣ ਦਾ ਭਾਵ 1300 ਛੰਦ ਆਪ ਲਿਖਿਆ ਦਸਮ ਪਾਤਸ਼ਾਹ ਨੇ, 1192 ਹੂ ਬਹੂ ਲਿਖਤਾ। ਸੋ ਜਿਹੜੇ ਮੰਨਦੇ ਹੈ ਜਾਂ ਨਹੀਂ ਮੰਨਦੇ, ਦੋਹਾਂ ਦੀ ਹਾਲਤ ਇੱਕ ਜਿਹੀ ਹੋਈ ਹੈ। ਡਿਟੇਲ ਕਿਸੇ ਨੂੰ ਨਹੀਂ ਪਤਾ ਵੀ ਕ੍ਰਿਸ਼ਨ ਕੌਣ ਹੁੰਦਾ, ਰਾਮ ਕੌਣ ਹੁੰਦਾ। ਰਾਮ ਅਵਤਾਰ ਜੋ ਲਿਖਿਆ ਉਹਦੇ 864 ਹੈ, ਕਲਕੀ ਅਵਤਾਰ ਦੇ 586 ਹੈ। ਇਹ ਇਨਫੋਰਮੇਸ਼ਨ ਆਪ ਮਿਲ ਜਾਂਦੀ ਹੈ। ਪ੍ਰੋਡੋਮੀਨੈਂਟ ਪਾਰਟ ਆਫ ਟੈਕਸਟ ਇਨ ਬ੍ਰਜ ਭਾਸ਼ਾ, ਕਿਉਂਕਿ ਜਿੱਥੇ ਰਾਮ ਜੀ ਕ੍ਰਿਸ਼ਨ ਜੀ ਪੈਦਾ ਹੋਏ ਉੱਥੇ ਬ੍ਰਜੇ ਬੋਲੀ ਜਾਂਦੀ ਹੈ। ਉਸ ਭਾਸ਼ਾ 'ਚ ਅੱਜ ਤੱਕ ਨਹੀਂ ਗਿਆਨ ਕਰਵਾਇਆ ਕਿਸੇ ਨੇ, ਇਹ ਗਿਆਨ ਦਸਮ ਪਾਤਸ਼ਾਹ ਨੇ ਕਰਾਇਆ। ਸਾਡੇ ਤਾਂ ਵੈਸੇ ਹੀ ਜਿਹੜੇ ਰੌਲਾ ਵੀ ਪਾਉਂਦੇ ਆ, ਇਹਨੂੰ ਪੜ੍ਹਨ ਨੂੰ ਸਮਝਣ ਨੂੰ ਹੀ ਘੱਟੋ ਘੱਟ ਪੜ੍ਹਨ ਨੂੰ, ਜਿੰਨੇ ਉਹਦੇ 'ਚ ਲਿਖੇ ਹੋਏ ਆ ਔਖੇ 37,000 ਡਿਫਰੈਂਟ ਅੱਖਰ ਹੈ ਉਹਦੇ 'ਚ, ਇਹ ਪੜ੍ਹਨ ਨੂੰ ਹੀ ਜੇ ਆਮ ਬੰਦਾ ਕਹੇ ਜਿਹੜੇ ਬੋਲਦੇ ਆ ਉਹਨਾਂ ਤੋਂ ਤਾਂ ਅਧਿਆਇ ਨਹੀਂ ਪੜ੍ਹ ਹੋਣਾ ਉਹ। ਔਰ ਉਹ ਇੱਥੇ ਲੈਕਚਰ ਸਟੇਜਾਂ 'ਤੇ ਬੇਲ ਕੇ ਉਹ ਜੀ ਦਸਮ ਗ੍ਰੰਥ ਦਸਮ ਪਾਤਸ਼ਾਹ ਦੀ ਬਾਣੀ ਨਹੀਂ ਹੈ, ਕਿਉਂਕਿ ਉਹਨਾਂ ਨੇ ਤਾਂ ਜੇ ਜਪ ਦੇ ਅਰਥ ਨਹੀਂ ਲੱਭੇ।
ਜਿਹੜਾ ਔਂਕੜ ਹੈਗਾ ਜਪ ਲੱਗਿਆ ਹੋਇਆ ਉਹਨਾਂ ਨੂੰ ਇਹ ਨਹੀਂ ਪਤਾ ਵੀ ਔਂਕੜ ਕਿਉਂ ਲੱਗਿਆ। ਤੇ ਐਡੀ ਵੱਡੀ ਰਚਨਾ ਪਰ ਤੁਸੀਂ ਕਮੈਂਟ ਕਿਵੇਂ ਮਾਰ ਦੋਗੇ। ਇਹ ਇੱਕ ਹੋਰ ਭੇਦ ਦੀ ਗੱਲ ਹੈ ਜਿਹੜੀ ਮੈਂ ਨਹੀਂ ਸਮਝਦਾ ਕਿਸੇ ਨੂੰ ਅਜੇ ਤਾਈਂ ਭਣਕ ਵੀ ਹੈ ਇਹਨਾਂ ਗੱਲਾਂ ਦੀ। ਆ ਇੱਕ ਸ਼ਬਦ ਗੁਰੂ ਨਾਨਕ, ਇਹ ਪੰਚਮ ਪਾਤਸ਼ਾਹ ਦਾ ਸ਼ਬਦ ਹੈ, 5 ਬਰਖ ਕੋ ਅਨਾਥ ਤਰੂ ਬਾਰਕ। ਇਹ ਗੱਲ ਗੁਰਮਤ ਦੇ ਦਾਇਰੇ 'ਚ ਨਹੀਂ ਆਉਂਦੀ, ਕਿਉਂਕਿ ਅਨਾਥ ਨਹੀਂ ਮੰਨਦੀ ਗੁਰਮਤ ਕਿਸੇ ਨੂੰ, ਨਾ ਗੁਰਮਤ ਮੰਨਦੀ ਹੈ ਕੋਈ ਸਤੀ ਹੋ ਸਕਦੀ ਹੈ, ਕਿਉਂਕਿ ਜਦ ਮੂਲ ਜਿਹੜਾ ਹੈਗਾ ਉਹੀ ਤੇਰੇ ਨਾਲ ਹੈ। ਜੋ ਸਤਿਗੁਰ ਪਿਆਰਾ ਮੈਂ ਤੂੰ ਸਤੀ ਕਿਵੇਂ ਹੋਏਗੀ? ਉਹ ਜਿਹੜਾ ਅਸਲੀ ਖਸਮ ਹੈ ਉਹ ਤਾਂ ਨਾਲ ਹੈ, ਉਹੀ ਹਮੇਸ਼ਾ ਨਾਲ ਹੈ, ਤਾਂ ਅਨਾਥ ਕਿਵੇਂ ਹੋ ਜਾਊਗਾ ਕੋਈ। ਪਰ ਇਹ ਗੱਲ ਪੁਰਾਣਾ ਦੀ ਹੈ। ਪਰ ਉਹ ਕਹਿੰਦੇ ਆ ਵੀ ਧਰੂ ਬਾਰਕ ਦੀ ਇਹ ਕਹਾਣੀ ਪੁਰਾਣਾ ਚੋਂ ਮੈਂ ਪੜ੍ਹ ਕੇ ਤੁਹਾਨੂੰ ਹਵਾਲਾ ਦੇ ਰਿਹਾ। ਹਰੀ ਸਿਮਰਤ ਅਮਰ ਅਟਾਰੇ, ਉਹਨੇ ਹਰੀ ਨੂੰ ਸਿਮਰਿਆ ਸੀ। ਅਸੀਂ ਫੇਰ ਨਹੀਂ ਹਟਦੇ, ਸਾਨੂੰ ਹਰੀ ਦਾ ਨਹੀਂ ਪਤਾ। ਅਸੀਂ ਇੱਕ ਅੱਖਰ ਫੜਿਆ ਹੋਇਆ, 3-4 ਅੱਖਰਾਂ ਦਾ ਇੰਨਾ ਮਿਸਯੂਜ਼ ਹੈ ਗੁਰਬਾਣੀ ਦੇ ਦਾ। ਅਸੀਂ ਇੱਕ ਵਾਹਿਗੁਰੂ ਸ਼ਬਦ ਦਾ, ਦੂਸਰਾ ਲੰਗਰ ਦਾ, ਅੰਮ੍ਰਿਤ ਦਾ। ਇਹ ਅਸੀਂ ਸ਼ਬਦ ਜਿਹੜੇ ਹੈ ਇਹ 1-2 ਵਾਰ ਆਏ ਆ। ਗ੍ਰੰਥ ਇਹ 2 ਜਾਂ 3 ਵਾਰ ਤੋਂ ਵੱਧ ਨਹੀਂ ਮਿਲਣਗੇ ਕਿਤੇ ਵੀ ਆਏ ਹੋਏ ਸ਼ਬਦ ਜਿਹੜੇ ਹੈ। ਖਾਸ ਕਰ ਗ੍ਰੰਥ ਤਾਂ 1 ਵਾਰ ਆਉਂਦਾ, ਉਸ ਤੋਂ ਬਾਅਦ ਲੰਗਰ ਵੀ 2 ਵਾਰ ਆਉਂਦਾ, ਤੇ ਵਾਹਿਗੁਰੂ ਸ਼ਬਦ ਸਿਰਫ ਇੱਕ ਭੱਟ ਜੀ ਦਾ ਵਰਤਿਆ ਹੋਇਆ, 34 ਭਗਤਾਂ ਨੇ ਨਹੀਂ ਵਰਤਿਆ। ਇਹ ਜ਼ਰੂਰਤ ਨਾਲੋਂ ਜ਼ਿਆਦਾ ਪੋਪੂਲਰ ਹੋ ਗਏ ਸਾਡੇ ਵਿੱਚ। ਕਿਉਂ ਹੋਏ ਆ? ਇਹ ਹੋਏ ਆ ਕਿਉਂਕਿ ਇੱਕ ਰਚਨਾ ਸਾਡੇ ਕੋਲ ਜਿਹੜੀ ਅਸੀਂ ਮੰਨਦੇ ਹਾਂ ਵੀ ਲਿਖੀ ਹੋਈ ਹੈ ਗੁਰਬਾਣੀ ਦੀ ਕੁੰਜੀ, ਪਰ ਉਹ ਗੁਰਬਾਣੀ ਦੀ ਕੁੰਜੀ ਸਾਨੂੰ ਤਾਂ ਲੱਭਦੀ ਨਹੀਂ ਉਹਦੇ 'ਚੋਂ। ਉਹਦੇ 'ਚ ਤਾਂ 12,000 ਅੱਖਰ ਹੈ। ਕੋਈ ਦੱਸੇ ਵੀ ਉਹ ਇਹ ਜਿਹੜੀ ਉਹਦੇ 'ਚ ਰਚਨਾ ਹੈਗੀ, ਪਹਿਲਾਂ ਤਾਂ ਉਹਦੇ 'ਚ ਨਾਂ ਹੀ ਨਹੀਂ ਹੈ ਕਿਸੇ ਦਾ। ਜੇ ਨਾਂ ਨਹੀਂ ਹੈ ਤਾਂ ਅਸੀਂ ਉਹਨੂੰ ਮੰਨ ਨਹੀਂ ਸਕਦੇ। ਗੁਰਬਾਣੀ ਵਿੱਚ ਹਰੇਕ ਜਗ੍ਹਾ ਨਾਂ ਹੈ ਭਗਤ ਦਾ। ਹੁਣ ਇੱਥੇ ਦੇਖੋ, ਆਹ ਬਹੁਤ ਇੱਕ ਸਪੈਸ਼ਲ ਨਾਮ ਹੈ, 1 ਵਾਰ ਆਇਆ, ਆਇਓ ਸ਼ਾਮ ਨਾਨਕ ਓਟ ਹਰੀ। ਇਸ ਸ਼ਬਦ ਦੇ ਹਵਾਲਾ ਤਾਂ ਦੇਤਾ ਪੰਚਮ ਪਾਤਸ਼ਾਹ ਨੇ, ਆਪਣੇ ਆਪ ਨੂੰ ਸ਼ਾਮ ਕਿਹਾ ਨਾਨਕ। ਇਹ ਹੁਣ ਜਿਹੜਿਆਂ ਨੇ ਦਸਮ ਗ੍ਰੰਥ ਭਣਕ ਸੁਣੀ ਹੋਈ ਹੈ, ਉਹ ਕਹਿੰਦੇ ਆਇਓ ਸ਼ਾਮ ਨਾਨਕ ਓਟ ਹਰੀ ਲੀਜੈ ਪੂਜਾ ਪਸਾਰੇ। ਬੇਨਤੀ ਕਰਦੇ ਆ ਵੀ ਮੈਂ ਆਇਆ ਤੇ ਮੈਨੂੰ ਸ਼ਾਮ ਨਾਨਕ ਹੈ, ਮੈਂ ਸ਼ਾਮ ਦੇ ਵੱਲੋਂ ਗੱਲ ਕਹਿ ਰਿਹਾ, ਐਸੇ ਸ਼ਾਮ ਨਾਨਕ ਕਹਿ ਰਿਹਾ। ਦਸਮ ਪਾਤਸ਼ਾਹ ਵੀ ਇਹੀ ਗੱਲ ਕਹਿੰਦੇ ਆ। ਸੋ ਕਵੀ ਸ਼ਾਮ ਇਹ ਵਿਦ ਕਹਿਓ ਰਘੁਬਰ ਜੁੱਧ ਪ੍ਰਸੰਗ। ਜਿਹੜਾ ਉਹ ਪੌਰਾਣਿਕ ਕਥਾ ਦਾ ਕਦੋਂ ਵੀ ਹਵਾਲਾ ਲਿਖਿਆ ਜਾਊਗਾ, ਉਹ ਸ਼ਾਮ ਕਵੀ ਉਹ ਲਿਖੇਗਾ। ਨਾਨਕ ਨੇ ਵੀ ਸ਼ਾਮ ਆਪਣੇ ਆਪ ਨੂੰ ਪੰਚਮ ਪਾਤਸ਼ਾਹ ਨੇ ਦੱਸਿਆ, ਦਸਮ ਪਾਤਸ਼ਾਹ ਨੇ ਦੱਸਿਆ। ਜਿਹੜੇ ਹੁਣ ਕਹਿੰਦੇ ਸ਼ਾਮ ਕਵੀ ਦਾ ਨਾਂ ਕੀ ਆਇਆ, ਉਹ ਫਿਰ ਯਾਦ ਆ ਗੁਰਬਾਣੀ ਨੂੰ ਰਿਜੈਕਟ ਕਰ ਦੇਣਗੇ ਵੀ ਇੱਥੇ ਕਿਉਂ ਆਇਆ ਸ਼ਾਮ ਨਾਨਕ ਨਾਂ। ਉਹਨਾਂ ਨੇ ਕੱਖ ਨਹੀਂ ਪੜ੍ਹਿਆ, ਕੱਖ ਨਹੀਂ ਵਿਚਾਰਿਆ, ਇੱਧਰੋਂ ਉੱਧਰੋਂ ਸੁਣ ਕੇ ਉਹਦੇ 'ਚ ਆਏ ਜੀ, ਉਹਦੇ 'ਚ ਆਏ। ਤੁਹਾਡੇ ਵਾਸਤੇ ਤਾਂ ਉਹ ਹੈ ਹੀ ਨਹੀਂ, ਉਹ ਤਾਂ ਗੁਰਮੁਖਾਂ ਲਈ ਸੀ। ਕਹਿੰਦੇ ਜੀ ਇਹ ਪਰਿਵਾਰ 'ਚ ਨਹੀਂ ਪੜ੍ਹ ਸਕਦੇ। ਗੁਰੂ ਨਾਨਕ ਨੇ ਆਪਣੇ ਪਰਿਵਾਰ 'ਚ ਸਿਰਫ ਲਹਿਣਾ ਜੀ ਨੂੰ ਮੰਨਿਆ। ਉਹਨਾਂ ਦੇ ਜਿੱਥੇ ਉਹ ਪੈਦਾ ਹੋਏ ਹਨ ਕਿਸੇ ਨੂੰ ਪਰਿਵਾਰਕ ਮੈਂਬਰ ਨਹੀਂ ਬਣਿਆ, ਕਿਸੇ ਨੂੰ ਗੁਰਬਾਣੀ ਪੜ੍ਹਾਉਣ ਦੀ ਉਹਨਾਂ ਨੇ ਲੋੜ ਨਹੀਂ ਸਮਝੀ, ਸਿਰਫ ਗੁਰੂ ਅੰਗਦ ਜੀ ਨੂੰ ਦੱਸੀ ਹੈ। ਇੱਥੇ ਅਸੀਂ ਆ ਜਿਹੜਾ ਸੰਸਾਰੀ ਜਨਨ ਪਿਤਾ ਲੋਕ ਸੁਧ ਬਣਦਾ, ਇਹਨੂੰ ਪਰਿਵਾਰ ਮੰਨੀ ਜਾਂਦੇ ਹਾਂ। ਇਹ ਗੁਰਮੁਖਾਂ ਦਾ ਵਿਸ਼ਾ, ਗੁਰਮੁਖ ਪੜ੍ਹਨਗੇ। ਫਿਜ਼ੀਕਲ ਬੋਡੀਜ਼ ਨੂੰ ਪਰਿਵਾਰ ਨਹੀਂ, ਇਹਨੂੰ ਲਿਖਿਆ ਮਾਸੋਂ ਸਭੇ ਸਾਕ। ਇਹ ਪਰਿਵਾਰ ਨਹੀਂ ਹੈ ਤੁਹਾਡਾ, ਇਹ ਪਰਿਵਾਰ ਭਗਤਾਂ ਨੇ ਨਹੀਂ ਮੰਨਿਆ ਹੋਇਆ ਇਹਨੂੰ। ਕਿਉਂਕਿ ਜਦੋਂ ਜਾਣਾ ਹੈਗਾ ਫਿਰ ਕੌਣ ਸਾਥ ਜਾਂਦਾ? ਫਿਰ ਤਾਂ ਜਿਹੜਾ ਗੁਰ ਮੇਰੇ ਸੰਗ ਸਦਾ ਹੈ ਨਾਲੇ ਹੈ, ਇੱਕ ਸਰ ਕੇ ਨਾਮ ਵੀ ਅੱਗੇ ਲਈ ਖੋ, ਇਹੀ ਦੱਸਿਆ। ਹੋਰ ਤਾਂ ਕਿਸੇ ਨੇ ਜਾਣਾ ਨਹੀਂ। ਤੇ ਇਹਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਉਹ ਤਾਂ ਇੰਨੀ ਕੁ ਕਿਰਪਾ ਕਰ ਦੇਣਗੇ ਵੀ ਬੰਨ ਦੇਣਗੇ ਜਾਂ ਦੱਬ ਦੇਣਗੇ ਜਾਂ ਇਹਨੂੰ ਜਲਾਏ ਆਉਣਗੇ। ਉਹਨਾਂ ਨੂੰ ਪਰਿਵਾਰ ਕਾਹਦਾ ਕਹਿੰਦੇ ਹੋ? ਜਿਹਨਾਂ ਨੇ ਸਾਂਭਣਾ ਉਹ ਤੋਂ ਬਾਅਦ ਉਹ ਕੌਣ ਹੈ? ਉਹ ਤਾਂ ਸਾਰਾ ਸੱਚਖੰਡ ਨੇ ਸਾਂਭਣਾ ਸਾਨੂੰ, ਜਿੱਥੇ ਵੀ ਜਾਵਾਂਗੇ ਉਹਨਾਂ ਦੇ ਹੁਕਮ 'ਚ ਅਸੀਂ ਰਹਿਣਾ। ਸੋ ਇਹਨਾਂ ਗੱਲਾਂ ਦਾ ਬਹੁਤ ਜ਼ਿਆਦਾ ਸਾਨੂੰ ਵਿਸਤਾਰ ਔਰ ਖਿਆਲ ਦੀ ਲੋੜ ਹੈ। ਹੁਣ ਅੱਗੇ ਲਿਖਿਆ ਜੀ ਜਾਤੀ ਰੰਗਾਂ ਕੇ ਨਾਮ। ਜਿੰਨੀਆਂ ਜਾਤੀਆਂ ਹਨ, ਜੀ ਜਾਤੀਆਂ 'ਚ ਆਉਂਦਾ ਹਮੇਸ਼ਾ। ਜਾਤੀ ਹੁੰਦਾ ਫਿਜ਼ੀਕਲ ਸਰੀਰ, ਰੰਗਾਂ ਕੇ ਨਾਂ, ਜਿਹਾ ਜਿਹਾ ਉਹਨੂੰ ਗਿਆਨ ਹੈ ਉਹੋ ਜਿਹਾ ਉਹਦਾ ਨਾਂ ਪੈ ਜਾਂਦਾ। ਕੋਈ ਗਧਾ ਹੈ, ਕੋਈ ਹਾਥੀ ਹੈ। ਜਿੰਨੀਆਂ ਜਾਤੀਆਂ ਉਹਨਾਂ ਦੀ ਨਾ ਪੈਰ ਦੀ ਉਹ ਇੱਕ ਹੁੰਦੀ ਹੈ, ਜਿਹੜਾ ਉਹਨਾਂ ਦਾ ਹੂਫ ਹੈ ਜਾਂ ਉਹਨਾਂ ਦਾ ਫੀਟ ਇੱਕ ਜਿਹਾ ਹੁੰਦਾ। ਤਾਂ ਹੀ ਜਿੰਨੇ ਪੰਡਤ ਨੇ ਮੰਨੇ ਹੋਏ ਆ ਵਰਨ, ਗੁਰਬਾਣੀ ਨਹੀਂ ਮੰਨਦੀ, ਕਿਉਂਕਿ ਸਭ ਦੇ ਪੈਰ ਇੱਕ ਜਿਹੇ ਹੀ ਆ। ਸੋ ਜਦੋਂ ਤੱਕ ਪੈਰ ਇੱਕ ਜਿਹੇ ਨੇ, ਜਦੋਂ ਤੱਕ ਜਾਤ ਇੱਕ ਹੈ। ਸੋ ਗੁਰਬਾਣੀ ਜਾਤ ਨੂੰ ਨਹੀਂ ਮੰਨਦੀ। ਸਭ ਮਾਨੁਖ ਕੀ ਜਾਤ ਸਭ ਇੱਕ ਹੈ ਪਹਿਚਾਣਵੋ, ਕਿਉਂਕਿ ਸਭ ਦਾ ਪੈਰ ਇੱਕ ਜਿਹਾ। ਹਾਥੀਆਂ ਦਾ ਪੈਰ ਇੱਕ ਜਿਹਾ, ਉਹ ਇੱਕ ਜਾਤ ਦੇ ਨੇ।
ਬਾਕੀ ਹੋਰ ਜਾਨਵਰ ਇੱਕ ਜਾਤ ਨੇ। ਸਭ ਨਾਲ ਲਿਖਿਆ ਬੁੜੀ ਕਲਾਮ, ਸਭ ਦੇ ਅੰਦਰ ਇੱਕ ਹੁਕਮ ਲਿਖਿਆ ਹੋਇਆ ਜਿਹਦੇ ਨਾਲ ਉਹ ਕੰਮ ਕਰ ਰਹੇ ਹੈ। ਜੋ ਵੀ ਕੰਮ ਹੋ ਰਿਹਾ ਹੈ ਆਪਣੇ ਤੋਂ ਕਰਵਾਇਆ ਜਾ ਰਿਹਾ ਹੈ, ਆਪਾਂ ਹੀ ਬ੍ਰਹਮਾ ਹੈ, ਆਪਾਂ ਹੀ ਵਿਸ਼ਨੂੰ ਹੈ, ਆਪਾਂ ਹੀ ਮਹੇਸ਼ ਹੈ। ਉਹ ਬੁੜੀ ਕਲਾਮ ਕੌਣ ਹੈ? ਉਹ ਹੈ ਕਰਤੇ ਕੇ ਕਰਨੇ ਨਹੀਂ ਸੁਮਾਰ। ਉਹ ਕਰਤਾ ਹੀ ਕਰਵਾ ਰਿਹਾ ਸਾਤੋਂ, ਸਭ ਦੇ ਅੰਦਰ ਚੱਲ ਰਿਹਾ। ਉਹ ਕਹਿੰਦੇ ਵੀ ਉਹਦੇ ਬਾਰੇ ਕੋਈ ਦੱਸ ਨਹੀਂ ਸਕਦਾ। ਇਹ ਲੇਖਾ ਲਿਖ ਜਾਣੇ ਕੋਈ, ਇਹ ਲੇਖਾ ਲਿਖਣਾ ਕੌਣ ਜਾਣਦਾ? ਜੇ ਆਪਾਂ ਕਹਿੰਦੇ ਆ ਨਾ ਵੀ ਇੰਨੇ ਸਾਲ ਬਾਅਦ ਉਹ ਪੈਦਾ ਹੋਊਗਾ, ਜਿਹੜੀਆਂ ਪ੍ਰੋਫੈਸੀਜ਼ ਕੀਤੀਆਂ ਹੋਈਆਂ ਉਹਨਾਂ ਨੂੰ ਰਿਜੈਕਟ ਕੀਤਾ ਹੋਇਆ, ਉਹ ਲੇਖੇ ਬਾਰੇ ਕੋਈ ਨਹੀਂ ਦੱਸ ਸਕਦਾ। ਸੈਕਿੰਡ ਕਮਿੰਗ ਕਿਸੇ ਦੀ ਕਦੋਂ ਹੈ, ਉਹ ਜੇ ਦੱਸਿਆ ਹੋਇਆ ਝੂਠ ਬੋਲਿਆ ਹੋਇਆ, ਕੋਈ ਨਹੀਂ ਦੱਸ ਸਕਦਾ। ਕਹਿੰਦੇ ਲੇਖਾ ਲਿਖਿਆ ਜੇ ਕੋਈ ਲਿਖਣ ਦੀ ਕੋਸ਼ਿਸ਼ ਕਰੇ, ਇੱਕ ਜੀਵ ਦਾ ਹੀ ਲੇਖਾ ਨਹੀਂ ਮੁਕਾਇਆ ਜਾ ਸਕਦਾ। ਕਿੰਨਾ ਕੁ ਉਹਦੇ ਅੰਦਰ ਹੁਕਮ ਚੱਲ ਰਿਹਾ, 1 ਸੈਕਿੰਡ 'ਚ 10 ਹੁਕਮ ਆ ਰਹੇ ਹੋਣਗੇ ਉਹਨੂੰ, ਆਪਾਂ ਨੂੰ ਕੀ ਪਤਾ? ਉਹਦਾ ਭੇਜਣ ਵਾਲਾ ਹੀ ਜਾਣਦਾ ਨਾ। ਕੇਤਾ ਤਾਣ ਸਵਾਲਿਓ ਰੂਪ, ਕਿਹਾ ਜਾ ਉਹਦਾ ਸੁੰਦਰ ਰੂਪ ਹੈ, ਕਿੰਨਾ ਕੁ ਉਹਦਾ ਬਲ ਹੈ, ਇਹ ਆਪਾਂ ਨਹੀਂ ਦੱਸ ਸਕਦਾ। ਜੀਵ ਤਾਂ ਸੁਪਨਾ ਵੀ ਨਹੀਂ ਲੈ ਸਕਦਾ। ਕੇਤੀ ਦਾਤ, ਕਿੰਨਿਆਂ ਜੀਵਾਂ ਨੂੰ ਦਾਤਾਂ ਦੇ ਰਿਹਾ ਪਰਮੇਸ਼ਰ। ਜਾਣੇ ਕੌਣ ਕੂਤ, ਕੂਤ ਅਸਲ 'ਚ ਪਟਵਾਰੀ ਨੂੰ ਕਹਿੰਦੇ ਆ, ਕੂਹਤ ਹੁੰਦਾ, ਜਾਂ ਜਿਹੜਾ ਐਨਾਲਾਈਜ਼ ਕਰਦਾ ਕਿਸੇ ਦੀ ਕੋਸਟ, ਜਾਂ ਜਿਵੇਂ ਹੁੰਦੇ ਆ ਵੀ ਆਪਾਂ ਘਰ ਦੀ ਕੋਸਟ, ਉਹ ਆ ਕੇ ਇੱਕ ਫਾਈਨੈਂਸ਼ੀਅਲ ਜਿਹੜਾ ਐਡਵਾਈਜ਼ਰ ਹੁੰਦਾ ਉਹ ਐਸਟੀਮੇਟ ਲਾ ਜਾਂਦਾ, ਐਸਟੀਮੇਟਰ ਨੂੰ ਕਹਿੰਦੇ ਆ। ਜ਼ਮੀਨ ਦਾ ਐਸਟੀਮੇਟ ਪਟਵਾਰੀ ਕੋਲ ਹੁੰਦਾ। ਸੋ ਕੋਈ ਇਹੋ ਜਿਹਾ ਪਟਵਾਰੀ ਨਹੀਂ ਹੈ ਇੱਥੇ, ਕੋਈ ਇਹੋ ਜਿਹਾ ਐਸਟੀਮੇਟਰ ਨਹੀਂ ਹੈ ਜੋ ਪਰਮੇਸ਼ਰ ਦੀਆਂ ਦਾਤਾਂ ਗਿਣ ਕੇ ਕਿਸੇ ਨੂੰ ਦੱਸ ਦੇਵੇ। ਅਸੰਖ ਕਹੇ ਸਿਰ ਭਾਰ ਹੋਏ ਹੈ। ਆਹ ਸਵਾਲਿਓ ਦੇ ਆਪਾਂ ਨੂੰ ਵਿਸਤਾਰ ਦੱਸਿਆ। ਤੇਰੀ ਸਿਫਤ ਸਵਾਲਿਓ ਸਰੂਪ ਹੈ ਕਿ ਉਹ ਇੰਨੀ ਉੱਚੀ ਔਰ ਸੁੱਚੀ ਹੈ, ਜਿਨ ਕੀਤੀ ਤਿਸ ਪਾਰ ਲੰਘਾਈ। ਜਿਹਨੇ ਵੀ ਕੀਤੀ ਭਗਤਾਂ ਨੇ ਕੀਤੀ ਹੈ, ਉਹ ਪਾਰ ਲੰਘ ਗਏ। ਪਾਰ ਕਿੱਥੇ ਹੈ? ਪਾਰ ਭਵ ਸਾਗਰ ਤੋਂ ਪਾਰ ਹੈ। ਮੇਰਾ ਪ੍ਰਭ ਸਾਚਾ ਅਤ ਸਵਾਲਿਓ, ਆਪਣਾ ਜਿਹੜਾ ਮੂਲ ਹੈ ਉਹ ਵੀ ਅਤ ਸੁੰਦਰ ਹੈ, ਗੁਣਾ ਵਾਲਾ, ਗੁਣਵਾਨ ਹੈ। ਗੁਰ ਸੇਵਿਆਂ ਚਿਤ ਲਾਗਾ, ਉਹ ਕੋਈ ਗਿਆਨਵਾਨ ਜੇ ਸਾਨੂੰ ਦੱਸ ਦੇਗਾ ਕਿਵੇਂ ਸੇਵਾ ਕਰਨੀ ਹੈ, ਜੇ ਅਸੀਂ ਆਪਣੇ ਗਿਆਨ ਨਾਲ ਆਪਣੇ ਗੁਰ ਦੀ ਸੇਵਾ ਕਰ ਲਾਂਗੇ, ਉਹਦੇ ਨਾਲ ਸਾਡਾ ਚਿੱਤ ਲੱਗ ਜਾਂਦਾ। ਨਾਨਕ ਸਾ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਉਹ ਸਵਾਲਿਓ ਸੁਲੱਖਣੀ ਹੈ ਜਿਹੜੀ ਸਿਰਜਣਹਾਰ ਦੇ ਵਿੱਚ ਰਮ ਗਈ। ਸਿਰਜਣਹਾਰ ਪਾਰ ਬ੍ਰਹਮ ਹੁੰਦਾ। ਕੀਤਾ ਪਸਾਓ ਏਕੋਕ ਵਾਓ, ਇਹਨੂੰ ਅਸੀਂ ਗਲਤ ਪੜ੍ਹਦੇ ਹਾਂ, ਇਹਦੀ ਵੀ ਆਪਾਂ ਡਿਸਕਸ਼ਨ ਕਰ ਲੈਂਦੇ ਹਾਂ। ਤਿਸ ਤੇ ਹੋਏ ਲੱਖ ਦਰਿਆਓ। ਹੁਣ ਅਸੀਂ ਏਕੋਕ ਵਾਓ ਕਿਉਂ ਪੜ੍ਹਨਾ? ਕਿਉਂਕਿ ਗੁਰਬਾਣੀ ਵਿੱਚ ਆ ਪ੍ਰਮਾਣ ਹੈ, ਮੈਂ ਪਹਿਲਾਂ ਵੀ ਸ਼ੇਅਰ ਕੀਤਾ ਪਸਾਓ ਏਕੋਕ ਵਾਓ। ਇਸ ਤਰ੍ਹਾਂ ਹੀ ਤੂੰ ਜਾਣੋਈ ਸਭ ਸਹਿ ਦੇ ਲੈਸੈ ਜਿੰਦ ਕਵਾਓ। ਵਾਓ ਸ਼ਬਦ ਇੰਡੀਪੈਂਡੈਂਟ ਹੈ। ਏਕਕ ਵਾਵੇ ਤੇ ਸਭ ਹੋਆ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਈ। ਪਵਨੈ ਲਿਖਿਆ, ਉੱਥੇ ਲਿਖਿਆ ਏਕਕ ਵਾਵੈ। ਸੋ ਪਵਨਾ ਔਰ ਪਵਨੈ, ਏਕੋਕ ਵਾਓ, ਏਕਕ ਵਾਵਾ ਕੁਛ ਨਹੀਂ ਹੈਗਾ। ਜਿਹਨਾਂ ਨੂੰ ਨੌਲੇਜ ਹੈਗੀ, ਉਹਨਾਂ ਨੂੰ ਪਤਾ ਹਾਈਡਰੋਜਨ ਗੈਸ ਹੈ। ਹਾਈਡਰੋਜਨ ਤੋਂ ਹੀਲੀਅਮ ਬਣਦੀ ਹੈ। ਫਿਊਜ਼ਨਸ ਇਨ ਸਟਾਰਸ ਐਂਡ ਫਰੈਗਮੈਂਟੇਸ਼ਨ ਬਾय cosmic rays form the elements in our body and all around us. Hydrogen fuses into helium and then fuses helium into carbon, nitrogen and oxygen. These last three elements make up the air we breathe and more than 85% of our body weight. ਉਹ ਇੱਕ ਵਾਵੇ ਦੀ ਗੱਲ ਹੈ। ਹੁਕਮ ਤੋਂ ਵਾਓ ਪੈਦਾ ਹੋਈ ਹੈ, ਉਹ ਹਾਈਡਰੋਜਨ ਸੀ। ਹਾਈਡਰੋਜਨ ਨੇ ਆਪਸ 'ਚ ਫਿਊਜ਼ ਹੋ ਕੇ ਦੁਨੀਆ ਦੇ ਜਿਹੜੇ 92 ਨੈਚੁਰਲੀ ਐਗਜ਼ਿਸਟਿੰਗ ਐਲੀਮੈਂਟ ਉਹ ਬਣਾਤੇ ਆ। ਹੋਏ ਸਾਰੇ ਹੁਕਮ 'ਚ ਹੀ ਹੈ। ਪਰ ਕਵਾ ਉਹ ਸ਼ਬਦ ਬਿਲਕੁਲ ਗਲਤ ਹੈ। ਇਹਦਾ ਇੱਕ ਹੋਰ ਸ਼ਬਦ ਮਿਲਦਾ ਆਪਾਂ ਨੂੰ, ਕੁਆਓ। ਕੁਆਓ ਸ਼ਬਦ ਦਾ ਮਤਲਬ ਹੁੰਦਾ ਹੈਗਾ ਪੁਕਾਰ। ਇਹ ਅੱਖਰ ਜੇ ਕਿਸੇ ਕੋਲ ਹੋਵੇ ਸੌਫਟਵੇਅਰ, ਉਹਦੀ ਡਿਕਸ਼ਨਰੀ ਬੜੀ ਅੱਛੀ ਹੈ, ਉਹਦੇ 'ਚ ਪਦ ਅਰਥ ਅੱਖਰ ਇੰਪੈਰੇਟਿਵ ਫਾਰਮ ਆਫ ਕੁਆਉਣਾ, ਕੌਲ, ਬੋਲਣ ਨੂੰ ਕੁਆਓ ਕਹਿੰਦੇ ਐੜੇ ਨਾਲ ਪਹਿਲਾ ਜਿਹੜਾ। ਕਵਾਓ ਕੋਈ ਸ਼ਬਦ ਨਹੀਂ ਹੈ ਸਾਡਾ। ਕੁਆਓ ਕੱਕਾ ਗਲਤ ਲੱਗਿਆ ਹੋਇਆ, ਵਾਓ ਹੈ। ਇਹ ਗੁਰਬਾਣੀ ਵਿੱਚ ਆਪਾਂ ਨੂੰ ਬੜੇ ਵਰਡ ਮਿਲਦੇ ਆ। ਪਰ ਸਾਹਿਬ ਸਿੰਘ ਜੀ ਨੇ ਪਦ ਅਰਥ ਕੁਆਓ ਦੇ ਕਿੱਥੇ ਕੀਤੇ ਹੋਏ ਹੈ। ਬਾਕੀ ਸਾਹਿਬ ਜਿਹੜੇ ਕਾਂਸੀ ਨਾਭਾ ਉਹ ਕਹਿੰਦੇ ਆ ਇਹਦਾ ਮਤਲਬ ਹੁੰਦਾ ਸੱਦ ਪੁਕਾਰ। ਇਸ ਤਰ੍ਹਾਂ ਹੀ ਰੂਪ ਤੋਂ ਕੁਰੂਪ ਬਣਦਾ, ਅਗਲੀ। ਜਾਤ ਤੋਂ ਕੁਜਾਤ ਬਣਦਾ, ਗਿਆਨੀ ਤੋਂ ਕੁਗਿਆਨੀ ਬਣਦਾ, ਵਾਓ ਤੋਂ ਕੁਵਾਓ ਬਣਦਾ। ਕਹਿਣ ਦਾ ਮਤਲਬ ਅਗਲੀ ਏਅਰ, ਫਿਲਥੀ ਏਅਰ, ਇਹਦਾ ਅਰਥ ਬਣੇਗਾ। ਇਹਦਾ ਕੋਈ ਤਾਲਮੇਲੇ ਨਹੀਂ ਜੁੜਦਾ। ਸੋ ਅੱਖਰ ਹੈਗਾ ਕੀਤਾ ਪਸਾਓ ਏਕੋਕ ਵਾਓ।
ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਉਹ ਕਹਿੰਦੇ ਕੁਦਰਤ ਕੀ ਚੀਜ਼ ਹੈ। ਕੁਦਰਤ ਦੀ ਡਿਟੇਲ ਆਪਾਂ ਆਪਣੀ ਜੋ ਸਲਾਈਡ ਹੈ ਇਹਦੇ 'ਚ ਡਿਟੇਲ 'ਚ ਕਰਦੇ ਹਾਂ ਕੁਦਰਤ ਹੈ ਕੀ, ਕਿਉਂਕਿ ਅੱਜ ਕੱਲ੍ਹ ਬੜਾ ਭੁਲੇਖਾ ਪਾਇਆ ਹੋਇਆ ਇੱਕ ਕਿਸੇ ਨੇ ਵੀ ਕੁਦਰਤ 'ਚੋਂ ਰੱਬ ਮਿਲਦਾ। ਕੁਦਰਤ ਬਾਰੇ ਬਾਣੀ ਨੇ ਆਪਾਂ ਨੂੰ ਕੀ ਸਮਝਾਇਆ ਉਸ ਬਾਰੇ ਮੈਂ ਸ਼ੇਅਰ ਕਰ ਸਕਦਾ ਤੁਹਾਡੇ ਨਾਲ। ਤੁਸੀਂ ਆਪਣਾ ਡਿਸੀਜਨ ਆਪ ਲੈ ਲਿਓ, ਕਿਉਂਕਿ ਬਹੁਤ ਤਗੜਾ ਕਨਫਿਊਜ਼ਨ ਪੋਪੂਲਰ ਹੋਣ ਲਈ ਇੱਕ ਐਵੇਂ ਹੀ ਛੁਰਲੀ ਛੱਡੀ ਹੋਈ ਹੈ ਜੀ, ਕੁਦਰਤ 'ਚੋਂ ਰੱਬ ਲੱਭਦਾ ਹੈ ਜੀ। ਉਹ ਬੁੱਧ ਧਰਮ ਵਾਲੇ ਤਾਂ ਮੰਨਦੇ ਹੈ। ਗੁਰਮਤ ਦਾ ਜੋ ਫੈਸਲਾ ਹੈਗਾ ਉਹ ਆਪਾਂ ਆਪੇ ਦੇਖ ਲੈਂਦੇ ਹਾਂ ਵੀ ਗੁਰਮਤ ਨੇ ਸਾਨੂੰ ਕੀ ਕੀ ਸਮਝਾਇਆ ਵੀ ਕਿਆ ਕੁਦਰਤ 'ਚੋਂ ਰੱਬ ਹੁੰਦਾ, ਉਹ ਕਿਹੜਾ ਰੱਬ ਹੁੰਦਾ ਹੈ, ਕਿਹਨੂੰ ਅਸੀਂ ਰੱਬ ਮੰਨਦੇ ਹਾਂ, ਕਿਹਦੇ ਨਾਲ ਆਪਾਂ ਜੁੜਨਾ ਹੈਗਾ, ਉਹਦੇ ਵਿਚਾਰ ਆਪਾਂ ਕਰ ਦਿੰਦੇ ਹਾਂ। ਬੜੀਆਂ ਸਿੱਧੀਆਂ ਸਿੱਧੀਆਂ ਪੰਕਤੀਆਂ। ਤੂੰ ਪਾਰ ਬ੍ਰਹਮ ਬੇਅੰਤ ਸੁਆਮੀ, ਉਹ ਸ਼ਬਦ ਗੁਰੂ ਨੂੰ ਪਾਰ ਬ੍ਰਹਮ ਕਹਿੰਦੇ ਆ। ਤੇਰੀ ਕੁਦਰਤ ਕਹਿਣ ਨਾ ਜਾਈ, ਕੋਈ ਨਹੀਂ ਕਹਿ ਸਕਦਾ ਤੇਰੀ ਕੁਦਰਤ ਬਾਰੇ, ਕਿਉਂਕਿ ਉਹਦੇ 'ਚ ਇੰਨਾ ਡਾਇਨਮਿਕ ਚੇਂਜ ਹੈ, ਉਹਦੇ 'ਚੋਂ ਤੇਰੀ ਹਸਤੀ ਨਹੀਂ ਸਾਨੂੰ ਲੱਭ ਸਕਦੀ। ਇੰਨਾ ਤਾਂ ਹੈ ਵੀ ਬਣਾਉਣ ਵਾਲਾ ਕੋਈ ਬੇਅੰਤ ਹੈ, ਕੌਣ ਹੈ, ਇਹ ਤਾਂ ਹੁਕਮ 'ਚ ਚੱਲ ਰਹੀ ਹੈ। ਹਾਕਮ ਕੌਣ ਹੈ, ਅਸੀਂ ਹਾਕਮ ਨਾਲ ਜੁੜਨਾ। ਸਾਰੀ ਗੁਰਬਾਣੀ ਦਾ ਥੀਮ ਇਹੀ ਹੈ, ਰਾਮ ਜਪੋ ਜੀ ਐਸੇ ਐਸੇ, ਕਿਉਂਕਿ ਰਾਮ ਤਾਂ ਹਾਕਮ ਹੈ। ਕਿਤੇ ਲਿਖਿਆ ਵੀ ਕੁਦਰਤ ਜਪੋ ਜੀ ਐਸੇ ਐਸੇ। ਲੋਕਾਂ ਦੇ ਅੰਦਰ ਮੁਫਤ ਦੀ ਇੱਕ ਕਨਫਿਊਜ਼ਨ ਹੋਰ ਪੈਦਾ ਕੀਤੀ ਜਾ ਰਹੀ ਹੈ ਆਪ ਪੋਪੂਲਰ ਹੋਣ ਲਈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ। ਹੁਣ ਕਾਦਰ ਕਰਤਾ ਕੌਣ ਹੈ? ਕਾਦਰ ਕਰਤੇ ਨਾਲ ਤਾਂ ਜੁੜਨਾ ਅਸੀਂ, ਉਹ ਤਾਂ ਪੂਰਨ ਬ੍ਰਹਮ ਹੈ। ਉਸੇ ਲਈ ਤਾਂ ਚਾਰ ਪਦਾਰਥ ਮਿਲਦੇ ਹੈ, ਕੁਦਰਤ 'ਚੋਂ ਚਾਰ ਪਦਾਰਥ ਨਹੀਂ ਮਿਲਦੇ। ਪਹਿਲਾਂ ਦੋ ਪਦਾਰਥ ਤਾਂ ਜੀਵ ਨੂੰ ਅੰਤਰਮੁਖੀ ਹੋਣ ਨਾਲ ਮਿਲਦੇ, ਦੋ ਪਰਮੇਸ਼ਰ ਨੇ ਦੇਣੇ। ਕੁਦਰਤ ਨੇ ਤਾਂ ਸਿਰਫ ਖਾਣ ਪੀਣ ਨੂੰ ਦੇਣਾ, ਉਹ ਦਈ ਜਾ ਰਹੀ ਹੈ। ਕਦੀ ਦੇ ਰਹੀ ਹੈ? ਪਾਕੀ ਨਾ ਹੀ ਪਾਕ, ਕਿਉਂਕਿ ਕੁਦਰਤ 'ਚ ਕੀ ਪਾਕ ਹੈਗਾ? ਕੁਦਰਤ ਜੋ ਮਾਇਆ ਉਹਦਾ ਝੂਠੀ ਹੈ। ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ, ਪਾਕੀ ਨਾ ਹੀ ਪਾਕ ਕੀ ਹੈ? ਉਹ ਕੁਦਰਤ ਨਹੀਂ ਹੈ। ਉਹ ਹੁਕਮ ਚੱਲ ਰਿਹਾ, ਉਹ ਸਾਨੂੰ ਅੱਗੇ ਵਧਾਉਣ ਲਈ ਚੱਲ ਰਿਹਾ। ਬਾਕੀ ਜੂਨਾਂ 'ਚ ਅਸੀਂ ਵੱਧਦੇ ਰਹੇ ਹਾਂ, ਨਾ ਸਾਨੂੰ ਪੜ੍ਹਨ ਦੀ ਲੋੜ ਸੀ। ਹੁਣ ਅਖੀਰੀ ਹੈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏਂਦਾ, ਉਹ ਆਪਣੇ ਮੂਲ ਨਾਲ ਜੁੜਨਾ। ਨਾਨਕ ਹੁਕਮੇ ਅੰਦਰ ਵੇਖੈ, ਕੌਣ ਹੈ ਉਹ ਜਿਹੜਾ ਹੁਕਮ ਕਰ ਰਿਹਾ? ਹਾਕਮ ਕੌਣ ਹੈ? ਵਰਤੇ ਤੱਕ ਉਹਦਾ ਉਹ ਵਰਤ ਰਿਹਾ, ਅਸੀਂ ਉਹਦੇ ਨਾਲ ਇੱਕਮਿਕ ਹੋਣਾ, ਅਸੀਂ ਪੂਰਨ ਬ੍ਰਹਮ ਹੋਣਾ। ਪੰਜ ਪ੍ਰਵਾਨ ਪੰਜ ਪ੍ਰਧਾਨ, ਅਸੀਂ ਇਹ ਗੱਲ ਨੂੰ ਨਹੀਂ ਛੱਡ ਸਕਦੇ। ਪੰਚੇ ਪਾਵੇ ਦਰਗਹਿ ਮਾਨ, ਉਹ ਪੰਚੇ ਪਾਵੇ ਕੁਦਰਤ ਮਾਨ ਲਿਖਿਆ, ਕੁਦਰਤ ਦਾ ਕੀ ਲੈਣਾ ਦੇਣਾ ਉਹਨਾਂ ਨਾਲ? ਇਹ ਗੱਲਾਂ ਸਾਨੂੰ ਬਾਣੀ 'ਚੋਂ ਬਹੁਤ ਜ਼ਿਆਦਾ ਡਿਟੇਲ ਸਮਝਾਈਆਂ ਹੋਈਆਂ, ਆਪਾਂ ਪੜ੍ਹਦੇ ਨਹੀਂ ਹੈ। ਤੇਰਾ ਵਰਨ ਨਾ ਜਾਪੈ ਰੂਪ ਨਾ ਲਿਖੀਏ, ਇਹ ਬ੍ਰਹਮ ਦੀ ਗੱਲ ਹੈ। ਤੇਰੀ ਕੁਦਰਤ ਕੌਣ ਵਿਚਾਰ ਹੈ? ਉਹ ਕਹਿੰਦੇ ਕੁਦਰਤ ਨੂੰ ਵਿਚਾਰ ਕੇ ਕੀ ਲੱਭ ਲਾਂਗੇ ਅਸੀਂ? ਅਸੀਂ ਤਾਂ ਸਿਰਫ ਆਏ ਸੀ ਇੱਕ ਹੋਣ, ਯਾ ਜੁਗਮੈ ਇੱਕੇ ਕੋ ਆਇਆ। ਮਨ ਜਿਹੜਾ ਹੈਗਾ ਉਹਨੇ ਆਪਣੇ ਮੂਲ ਨਾਲ ਜੁੜਨਾ ਸੀ। ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਕਿਤੇ ਨਹੀਂ ਲਿਖਿਆ ਕੁਦਰਤ ਨੂੰ ਪਛਾਣ। ਕੁਦਰਤ 'ਚੋਂ ਤਾਂ ਗੁੰਮ ਜਾਗੇ ਅਸੀਂ। ਜੋ ਮਾੜਾ ਮੋਟਾ ਪੱਲੇ ਆ ਉਹ ਵੀ ਸਾਡਾ ਗਵਾਇਆ ਜਾਊ। ਸਿਰਫ ਅਸੀਂ ਪ੍ਰਾਣੀ ਤੂੰ ਆਇਆ ਲਾਇਆ ਲੈਣ, ਕੀ ਆਇਆ ਸੀ ਵੀ ਆ ਕੁਦਰਤ 'ਚੋਂ ਨਾ ਭਾਲਣ ਲੱਗ ਜੀ। ਬਥੇਰਿਆਂ ਨੇ ਭਾਲਿਆ, ਕਿਸੇ ਨੂੰ ਨਹੀਂ ਲੱਭਿਆ। ਜਿਹਨੂੰ ਲੱਭਿਆ ਆਪਣੇ ਅੰਦਰੋਂ ਹੀ ਲੱਭਿਆ। ਸਭ ਕੁਛ ਘਰ ਮੈਂ ਬਾਹਰ ਨਾ ਹੀ। ਇਹ ਪੰਕਤੀ ਦਾ ਕੀ ਜਵਾਬ ਦੇਵਾਂ? ਕੁਦਰਤ ਤਾਂ ਸਾਰੀ ਬਾਹਰ ਹੈ, ਤੇਰੇ ਅੰਦਰ ਕੀ ਹੈ? ਜੋ ਬ੍ਰਹਮੰਡੇ, ਜਿਹੜਾ ਤੇਰਾ ਬ੍ਰਹਮ ਅੰਡੇ 'ਚ ਆਇਆ ਹੋਇਆ, ਪਿੰਡੇ 'ਚ ਬੜਿਆ, ਉਹਨੂੰ ਲੱਭ ਲਾ। ਕਬੀਰ ਜਾ ਕੋ ਖੋਜਦੇ ਪਾਇਆ ਸੋਈ ਠੌਰ, ਸੋਈ ਮੁੜ ਕੇ ਤੂੰ ਭਇਆ ਜਾ ਕੋ ਕਹਿਤਾ ਔਰ। ਉਹਨੂੰ ਲੱਭਣਾ ਸੀ, ਰਾਮ ਨਾਲ ਇੱਕ ਹੋਣਾ ਸੀ। ਉਹ ਸਾਨੂੰ ਜਿਹੜਾ ਬਿਲਕੁਲ ਵੀ ਕੋਈ ਦ੍ਰਿੜ ਨਹੀਂ ਕਰਾਉਂਦਾ ਗੱਲਾਂ ਨੂੰ। ਵਾਹਿਗੁਰੂ ਇੱਕ ਅਸੀਂ ਪਹਿਲਾਂ ਵੀ ਇੱਕ ਐਕਸਟਰਾ ਵਰਡ ਜਿਹੜਾ ਹੈ ਅਸੀਂ ਮਿਸਯੂਜ਼ 'ਚ ਲਿਆਂਦਾ ਹੋਇਆ। ਸਭ ਤੋਂ ਪਹਿਲਾਂ ਸਾਡੀ ਗੱਲ ਹੀ ਹੈ ਰਾਮ ਨਾਲ ਹੈ। ਰਾਮ ਜੋ ਦਾਤਾ ਮੁਕਤੀ ਕੋ, ਨਾ ਕੁਦਰਤ ਹੈ ਦਾਤਾ ਮੁਕਤੀ ਦੀ, ਨਾ ਵਾਹਿਗੁਰੂ ਹੈ, ਸਿਰਫ ਰਾਮ ਹੈ। ਰਾਮ ਨਾਲ ਅਸੀਂ ਭਾਈ ਇੱਕ ਹੋਈਏ। ਗੁਰਮਤਿ ਦਾ ਉਪਦੇਸ਼ ਇਹੀ ਹੈ, ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ। ਅਸੀਂ ਨਾ ਉਹ ਦਾਤੇ ਬਣਨਾ, ਉਹ ਦਾਤੇ ਨਾਲ ਹੀ ਕਿਵੇਂ ਹੋਣਾ? ਕਹਿਣ ਦਾ ਭਾਵ ਬਣਨਾ ਤਾਂ ਅਸੀਂ ਆਪੇ ਹੋ ਜਾਵਾਂਗੇ, ਜਾਂ ਪੂਰਨ ਬ੍ਰਹਮ ਨੂੰ ਦੋ ਪਦਾਰਥ ਮਿਲ ਜਾਣਗੇ। ਸਭ ਤੇਰੋ ਕਾਰਨ ਕੀਨਾ ਹੈ, ਕਾਰਨ ਕਰਨ ਵਾਲਾ ਤੂੰ ਹੈ। ਤੇਰੀ ਕੁਦਰਤ ਸਾਜੀ ਹੋਈ ਹੈ, ਦੂਈ ਕੁਦਰਤ ਸਾਜੀ ਹੈ, ਤੂੰ ਜਾਣਦਾ। ਅਸੀਂ ਉਹਦੇ 'ਚੋਂ ਕੀ ਲੱਭ ਲਾਂਗੇ? ਅਸੀਂ ਤਾਂ ਆਪਣੇ ਆਪ ਨੂੰ ਲੱਭਣ ਆਏ ਸੀ। ਤੇਰੀ ਕੁਦਰਤ ਤੂੰ ਹੈ ਜਾਣੇ ਔਰ ਨਾ
ਦੂਜਾ ਜਾਣਾ, ਫਿਰ ਅਸੀਂ ਕੁਦਰਤ ਚੋਂ ਭਾਈ ਕੀ ਲੱਭ ਲਾਂਗੇ। ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਧ ਪਛਾਣੈ। ਆਪਣੇ ਆਪ ਨੂੰ ਪਛਾਣਨਾ ਸੀ। ਤੁਧ ਬਾਜ ਕੂੜੋ ਕੂੜ, ਸਭ ਕੁਛ ਕੂੜ ਹੈ, ਸਿਰਫ ਤੂੰ ਜਿਹੜਾ ਮੇਰਾ ਮੂਲ ਹੈ ਉਹ ਸੱਚ ਹੈ ਵਿੱਚ। ਲੋਗਾ ਭਰਮ ਨਾ ਭੂਲੋ ਭਾਈ, ਦੱਸਿਆ ਵੀ ਹੋਰ ਨਾ ਕਿਤੇ ਲੱਗ ਜਿਓ ਪਾਣੀ ਚੋਂ ਜਾਂ ਹੋਰ ਤੱਤਾਂ ਚੋਂ ਰੱਬ ਨੂੰ ਲੱਭਣ। ਇਹਦੇ ਚੋਂ ਨਹੀਂ ਲੱਭਣਾ, ਰੱਬ ਤਾਂ ਆਪਣੇ ਹਿਰਦੇ 'ਚ ਹੀ ਹੈ। ਖਾਲਕ ਖਲਕ, ਜਿਹੜਾ ਖਾਲਕ ਹੈ ਉਹ ਤਾਂ ਖਲਕ 'ਚ ਆਇਆ ਹੋਇਆ ਮੇਰਾ ਬ੍ਰਹਮ। ਖਲਕ ਮੈਂ ਖਾਲਕ, ਖਾਲਕ ਵੱਡਾ ਹੈ ਖਲਕ ਨਾਲੋਂ, ਕੁਦਰਤ ਨਾਲੋਂ ਬ੍ਰਹਮ ਵੱਡਾ। ਪੂਰ ਰਹੇ ਹੋ ਸਰਬ ਠਾਈ, ਕਿਉਂਕਿ ਆਗਿਆਕਾਰੀ ਕੀਨੀ ਮਾਇਆ। ਬ੍ਰਹਮ ਨੇ ਸਮਝ ਕੇ ਮਾਇਆ ਨੂੰ ਤਾਂ ਆਪਣੀ ਆਗਿਆ 'ਚ ਤੋਰਿਆ ਹੋਇਆ, ਤਾਂ ਹੀ ਜਹਾਜ਼ ਉੱਡਦਾ ਫਿਰਦਾ ਹਵਾ 'ਚ। ਸੋ ਜੋ ਅਸਲੀ ਕੰਮ ਹੈ ਆਪਾਂ ਉਹ ਤੋਂ ਨਾ ਇੱਧਰ ਉੱਧਰ ਹੋ ਜਾਈਏ। ਆਹ ਭਰਮ ਦੀ ਆਪਾਂ ਨੂੰ ਗੱਲ ਦੱਸੀ ਹੈ ਵੀ ਲੋਕਾਂ ਨੂੰ ਭਰਮ ਪਾਇਆ ਹੋਇਆ, ਪਰ ਜਿਹੜਾ ਬ੍ਰਹਮ ਹੈ ਉਹ ਜਿਹੜਾ ਸਥੂਲ ਹੈ ਉਹ ਚੇਤਨ ਹੈ। ਜਿਹੜਾ ਸਥੂਲ ਹੈ ਉਹ ਤਾਂ ਜੜ ਹੈ। ਜਿਹੜਾ ਚੇਤਨ ਹੈ ਸੂਖਮ ਮੈਂ ਜਾਣੋ ਸਥੂਲ, ਜਿਹੜਾ ਸੂਖਮ ਹੈ ਉਹ ਵੱਡਾ ਹਮੇਸ਼ਾ ਹੀ, ਉਹਦਾ ਕੰਟਰੋਲ ਹੈ। ਜਦੋਂ ਜੋਤ ਛੱਡ ਜਾਂਦੀ ਹੈ, ਆ ਕੁਦਰਤ ਚੋਂ ਜਿਹੜੇ 4 ਐਲੀਮੈਂਟ ਮਿਲੇ ਆ ਕੀ ਕਰ ਲੈਂਦੇ ਆ, ਇਹ ਤਾਂ ਕਿਸੇ ਕੰਮ ਦੇ ਨਹੀਂ ਰਹਿੰਦੇ। ਜਾਂ ਇਹਨੂੰ ਦੱਬ ਦੋ ਜਾਂ ਇਹਨੂੰ ਅਗਨ ਭੇਟ ਕਰ ਦੋ। ਇਹੀ ਹੈ ਕੁਦਰਤ ਦੇ 4 ਜਿਹੜੇ ਤੱਤ ਸੀ ਉਹਨਾਂ 'ਚ ਮਿਲ ਗਿਆ। ਜਿਹੜਾ 5ਵਾਂ ਤੱਤ ਹੈ, ਜਿਹੜਾ ਆਕਾਸ਼ ਤੱਤ ਹੈ, ਉਹ ਤਾਂ ਜੋਤੀ ਮੈਂ ਜੋਤ ਰਲ ਜਾਇਆ ਹੈ, ਪਵਨੇ ਮੈਂ ਪਵਨ ਸਮਾਇਆ, ਉਹ ਇੱਥੇ ਦੀ ਇੱਥੇ ਰਹੇਗੀ। ਸੋ ਕੁਦਰਤ ਵਾਲਾ ਜਿਹੜਾ ਆਪਣਾ ਕਨਸੈਪਟ ਹੈ ਉਹ ਆਪਾਂ ਨੂੰ ਬਹੁਤ ਕਲੀਅਰ ਕੀਤਾ ਹੋਇਆ। ਹੁਣ ਅਖੀਰ 'ਚ ਕਹਿੰਦੇ ਆ ਵਾਰਿਆ ਨਾ ਜਾਵਾਂ ਏਕ ਵਾਰ। ਜਿਵੇਂ ਸਾਨੂੰ ਆਦਤ ਪਈ ਹੋਈ ਹੈ, ਅਸੀਂ ਸੰਡੇ ਨੂੰ ਬੜਾ ਇੰਪੋਰਟੈਂਟ ਸਮਝਦੇ ਹਾਂ ਆਪਣੇ ਧਰਮ 'ਚ। ਸੰਡੇ ਨੂੰ ਗੁਰਦੁਆਰੇ ਜਾਣਾ, ਕਿਉਂਕਿ ਉਹ ਕ੍ਰਿਸਚਨਸ ਸੰਡੇ ਨੂੰ ਮੰਨਦੇ ਆ, ਕੋਈ ਫਰਾਈਡੇ ਨੂੰ ਮੰਨਦਾ, ਕੋਈ ਥਰਸਡੇ ਨੂੰ ਮੰਨਦਾ। ਉਹ ਕਹਿੰਦੇ ਵੀ ਇਸ ਤਰ੍ਹਾਂ ਨਹੀਂ ਹੈ, ਇਹ ਗੁਰਮਤ ਇਸ ਵਾਰਾਂ 'ਤੇ ਨਹੀਂ ਖੜੀ, ਇਹ ਤਾਂ ਇੱਕ ਘੜੀ ਨਾ ਮਿਲਤੇ ਦਾ ਕਲਯੁਗ ਹੋਤਾ। ਇਹਦਾ ਹਮੇਸ਼ਾ ਦੀ ਸ਼ਬਦ ਵਿਚਾਰ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰੀ ਨਾਲੇ, ਇਹ ਸਦਾ ਰਹਿਣ ਦੀ ਗੱਲ ਹੈ। ਉਹ ਇੱਕ ਵਾਰ ਬਣਾ ਕੇ ਕੋਈ ਬੁੱਧ ਦਾ ਜਯੰਤੀ ਮਨਾ ਲੈਂਦਾ, ਕੋਈ ਅਸ਼ਟਮੀ ਜਨਮ ਅਸ਼ਟਮੀ ਬਣਾ ਲੈਂਦਾ, ਕੋਈ ਰਾਮਨੌਮੀ ਮਨਾ ਲੈਂਦਾ, ਕੋਈ ਸ਼ਿਵਰਾਤਰੀ। ਉਹ ਵਾਰਾਂ ਨੂੰ ਇੰਪੋਰਟੈਂਸ ਨਹੀਂ ਦਿੱਤੀ ਹੋਈ। ਅਸੀਂ ਵੀ ਗੁਰਪੁਰਬ ਵਾਲੇ ਦਿਨ ਯਾਦ ਆਉਂਦਾ ਵੀ ਚਲੋ ਜੀ ਹੁਣ ਅਖੰਡ ਪਾਠ ਰੱਖ ਲਓ, ਨਾਲੇ ਗੋਲਕ ਭਰ ਜੂਗੀ, ਹੁਣ ਨਗਰ ਕੀਰਤਨ ਕੱਢ ਲਓ, ਹੋਰ ਗੋਲਕ ਭਰ ਜੂ। ਐਂ ਵਾਰਨਾ ਨਹੀਂ ਹੈ, ਐਂ ਕੋਈ ਇੱਕ ਵਾਰ ਨਾ ਕੋਈ ਚੂਜ਼ ਕਰ ਲਿਓ, ਕਿਉਂਕਿ ਜੋ ਤੁਧ ਭਾਵੇ ਸਾਈਕਲ, ਤੂੰ ਤਾਂ ਹਮੇਸ਼ਾ ਹੀ ਕਾਰ ਕਰ ਰਿਹਾ। ਇਹ ਪਰਮੇਸ਼ਰ ਦੀ ਗੱਲ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਇਹ ਮੇਰੀ ਜੋਤ ਹੈ। ਜਿਹੜਾ ਜੋ ਤੁਧ ਭਾਵੇ ਸਾਈ ਭਲੀਕਾਰ ਹੈ ਉਹ ਹੁਕਮ ਹੈ, ਪਰ ਸਦਾ ਸਲਾਮਤ ਨਿਰੰਕਾਰ ਜਿਹੜਾ ਹਾਕਮ ਹੈ, ਹਾਕਮ 'ਚੋਂ ਹੁਕਮ ਪੈਦਾ ਹੁੰਦਾ। ਸੋ ਅਸੀਂ ਸਦਾ ਸਲਾਮਤ ਦਾ ਖਿਆਲ ਰੱਖਣਾ, ਕਿਉਂਕਿ ਉਹਦੇ ਨਾਲ ਤਾਂ ਅਸੀਂ ਜੁੜਨਾ। ਇਹਦੇ ਬਾਰੇ ਆਪਾਂ ਨੂੰ ਸਮਝਾਇਆ ਵੀ ਹੋਇਆ ਵੀ ਜਿਹੜੇ ਖਾਸ ਵਾਰਾਂ ਨੂੰ ਮੰਨਦੇ ਆ, ਪੰਜਮ ਪਾਤਸ਼ਾਹ ਨੇ ਪੁੱਛਿਆ ਇਸ ਧਰਮ ਨੂੰ ਜਿਹੜੇ ਕ੍ਰਿਸ਼ਨ ਜੀ ਨੂੰ ਮੰਨਦੇ ਆ, ਸਗਲੀ ਥੀਤ ਪਾਸ ਡਾਰ ਰਾਖੀ, ਅਸ਼ਟਮ ਥਿਤ ਗੋਬਿੰਦ ਜਨਮਾ ਸੀ। ਉਹ ਕਹਿੰਦੇ ਵੇਦ ਮਤ ਵਾਲਿਆਂ ਨੇ ਤਾਂ 7 ਥਿੱਤਾਂ ਦਾ ਡਿਟੇਲ ਦਿੱਤਾ ਹੋਇਆ, ਤੂੰ 8ਵੀਂ ਥਿੱਤ ਨੂੰ ਮੰਨਦਾ ਹੈ। ਜਿੰਨੀ ਆਪਣੀ ਗੌੜੀਆਂ ਹੈ, ਜਿੰਨੀਆਂ ਲਿਖੀਆਂ ਹੋਈਆਂ ਥਿੱਤੀਆਂ, ਉਹਨਾਂ ਵਿੱਚ ਤਾਂ 15 ਦਿਨਾਂ ਦਾ ਦੱਸਿਆ ਹੋਇਆ। ਉਹ ਤੋਂ ਬਾਅਦ ਫਿਰ ਉਹੀ ਰਿਪੀਟ ਹੋਣੀ ਹੈ ਗੱਲ। ਉਹ ਮਹੀਨਾ ਜਿਹੜਾ ਹੈਗਾ ਉਹ ਅੰਦਰ ਹੈ ਸਾਡੇ, ਕਿਉਂਕਿ ਸਾਡਾ ਸੂਰਜ ਉਹ ਅੰਦਰ ਹੈ, ਸਾਡਾ ਚੰਦ ਵੀ ਅੰਦਰ ਹੈ। ਜਿਹੜਾ ਨਾ ਸੂਰਜ ਚੰਦ ਬਾਹਰ ਹੈ, ਉਹਨਾਂ ਦੇ ਵਾਰ ਵੀ ਬਾਹਰ ਹੀ ਹੈ। ਸਾਡਾ ਜਿਹੜਾ ਵਾਰ ਹੈ, ਜਿਹੜੇ ਪਰ ਅਸੀਂ ਵਾਰ-ਵਾਰ ਜਾਣਾ ਹੈ, ਉਹ ਤਾਂ ਸਾਡੇ ਅੰਦਰ ਹੈ, ਉਹ ਤਾਂ ਫਿਜ਼ੀਕਲ ਹੈ ਹੀ ਨਹੀਂ। ਸੋ ਫਿਜ਼ੀਕੈਲਿਟੀ 'ਚੋਂ ਕੱਢਿਆ ਵੀ ਫਿਜ਼ੀਕਲੀ ਨਾ ਤੁਸੀਂ ਰੱਬ ਨੂੰ ਐਂ ਮੰਨੀ ਜਾਓ ਵੀ ਚਲੋ ਜੀ ਅੱਜ ਦਾ ਵਾਰ ਪਵਿੱਤਰ ਹੈ। ਕੋਈ ਕਹਿੰਦੇ ਅਸੀਂ ਟਿਊਜ਼ਡੇ ਨੂੰ ਨਹੀਂ ਨਹਾਉਣਾ, ਕੋਈ ਕਹਿੰਦਾ ਫਰਾਈਡੇ ਨੂੰ ਨਹੀਂ ਆਹ ਕਰਨਾ। ਕ੍ਰਿਸਚਨਾਂ 'ਚ ਵੀ ਸੀ ਜੀ, ਅਸੀਂ ਫਰਾਈਡੇ ਨੂੰ ਮੀਟ ਨਹੀਂ ਖਾਣਾ, ਪਰ ਫਿਸ਼ ਕਹਿੰਦੇ ਮੀਟ ਨਹੀਂ ਹੁੰਦੀ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਬੁੱਧਿਆਂ 'ਚ ਵੀ ਇਹ ਹੈ ਵੀ ਬੰਦਾ ਅਸੀਂ ਮਾਰਨਾ ਨਹੀਂ ਜਾਨਵਰ, ਪਰ ਜੇ ਮਰਿਆ ਹੋਇਆ ਹੋਵੇ ਉਹ ਜਾਇਜ਼ ਹੈ। ਕਹਿਣ ਦਾ ਭਾਵ ਵੀ ਬੰਦਾ ਰਾਹ ਲੱਭ ਲੈਂਦਾ। ਇਸ ਤਰ੍ਹਾਂ ਦੀਆਂ ਚਲਾਕੀਆਂ ਸਾਨੂੰ ਰੋਕੀਆਂ ਹੋਈਆਂ। ਅਸ਼ਟਮ ਥਿਤ ਗੋਬਿੰਦ ਜਨਮਾ ਸੀ ਲਿਖਿਆ ਨਾਲੇ। ਉਹ ਕਹਿੰਦਾ ਸਾਡਾ ਤਾਂ ਗੋਬਿੰਦ ਸਾਡੇ ਨਾਲ ਹੈ, ਹੁਣ ਤੁਸੀਂ ਕਿਹੜੇ ਗੋਬਿੰਦ ਦੀ ਗੱਲ ਕਰਦੇ ਹੋ। ਇਸ ਤਰ੍ਹਾਂ ਹੀ ਪੰਚਮ ਪਾਤਸ਼ਾਹ ਨੇ ਹੋਰ ਦੱਸਿਆ, ਵਰਤ ਨਾ ਰਹੋ ਨਾ ਮੈਂ ਹੈ ਰਮਦਾਨਾ। ਹੁਣ ਰਮਦਾਨ ਚੱਲ ਰਹੀ ਹੈ, ਆਹ ਸਮਾਂ ਰਮਦਾਨ ਦਾ। ਕਹਿੰਦੇ ਨਾ ਅਸੀਂ ਰਮਦਾਨ ਖਾਸ ਥਿੱਤਾਂ ਨੂੰ ਮੰਨਦੇ ਹਾਂ, ਨਾ ਅਸੀਂ ਖਾਸ ਦਿਨਾਂ ਨੂੰ ਮੰਨਦੇ ਹਾਂ। ਅਸੀਂ ਤਾਂ ਬਸ ਵਾਰ-ਵਾਰ ਹਮੇਸ਼ਾ ਹੀ ਜਾਂਦੇ ਹਾਂ। ਜਿੰਨੀ ਵਿਚਾਰ ਹੋ ਗਈ ਉਨੀ ਅਸੀਂ ਵਾਰ-ਵਾਰ ਜਾਂਦੇ ਹਾਂ, ਕਿਉਂਕਿ ਤੂੰ ਤਾਂ ਸਦਾ ਸਲਾਮਤ ਹੈ।
ਕੋਈ ਤੂੰ ਇਹ ਥੋੜਾ ਵੀ ਇੱਕ ਦਿਨ ਪੈਦਾ ਹੋ ਕੇ ਫਿਰ ਸਾਰਾ ਸਾਲ ਦਿਖਿਆ ਹੀ ਨਹੀਂ। ਤਾਂ ਉਹ ਇਹ ਗੱਲ ਦਾ ਦੁਹਰਾ ਰਿਹਾ ਕਿ ਜੋ ਤੁਧ ਭਾਵੈ ਸਾਈ ਭਲੀ ਕਾਰ। ਉਹ ਭਲੀ ਕਾਰ ਚੰਗੀ ਲੱਗਦੀ ਹੈ ਕਿਉਂਕਿ ਭਗਤ ਹੋ ਗਏ ਹਾਂ ਅਸੀਂ, ਤੂੰ ਤਾਂ ਸਦਾ ਸਲਾਮਤ ਹੈ। ਅਸੀਂ ਕੋਈ ਇੱਕ ਦਿਨ ਚੂਜ਼ ਕਰਕੇ ਤੇਰੇ ਨਾਲ ਇੰਟਰੈਕਟ ਕਰੀਏ, ਇਹ ਗੁਰਮਤਿ ਦਾ ਫੈਸਲਾ ਨਹੀਂ ਹੈ। ਆਪਾਂ ਹਮੇਸ਼ਾ ਹੀ ਗੁਰਮਤਿ ਨਾਲ ਜੁੜਨਾ, ਕੋਈ ਖਾਸ ਦਿਨ ਨਹੀਂ ਲੱਭਣਾ ਵੀ ਅੱਜ ਬਰਥਡੇ ਹੈ ਤਾਂ ਅੱਜੇ ਜਾਣਾ ਕਿਸੇ ਦਾ, ਅੱਜ ਪਾਠ ਕਰਨਾ, ਇਹ ਨਹੀਂ ਹੈ। ਅਸੀਂ ਮੁਕਤੀ ਲਈ ਬਾਣੀ ਨੂੰ ਸਮਝਣਾ ਔਰ ਮੰਨਣਾ। ਇੱਥੇ ਅੱਜ ਆਪਾਂ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।